मैं चंदन एक बार फिर तो ਤੁਹਾਡੇ ਸਭ ਦੇ रूबरू ਹੋਇਆ लगातार ਅਜਿਹੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਲੈ ਕੇ ਤੁਹਾਡੇ ਸਭ ਦੇ रूबरू ਹੁੰਦੇ ਆ ਜੋ ਕਿ ਭਰੋਸੇਯੋਗ ਹੁੰਦੇ ਨੇ ਔਰ ਤੁਹਾਨੂੰ ਕਾਫੀ ਜਿਹੜਾ ਉਹਨਾਂ ਦਾ ਫਾਇਦਾ ਵੀ ਹੁੰਦਾ ਹੈ। ਅੱਜ ਫਿਰ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਮਿਸ਼ਨ ਚੌਂਕ ਦੇ ਲਾਗੇ ਪੈਂਦੇ ਐਮੀਨੈਂਟ ਮਾਲ ਦੇ ਬਾਹਰ ਨਾਲ ਹੀ ਇਹਦੇ ਡੀਮਾਰਟ ਪੈਂਦਾ। ਜੇ ਐਮੀਨੈਂਟ ਮਾਲ ਦੀ ਗੱਲ ਕਰੀਏ ਤਾਂ ਇਸ ਦੇ ਫਰਸਟ ਫਲੋਰ ਦੇ ਉੱਪਰ ਜਿਹੜੇ ਪਾਸਪੋਰਟ ਬਣਦੇ ਨੇ ਤੇ ਥਰਡ ਫਲੋਰ ਦੇ ਉੱਪਰ ਵੀਜ਼ਾ ਲੱਗਦੇ ਨੇ। ਬਿਲਕੁਲ ਸਹੀ ਸੁਣਿਆ ਤੁਸੀਂ, ਕਿਉਂਕਿ ਥਰਡ ਫਲੋਰ ਤੇ ਨੇ ਜੀ ਦਾ ਇਮੀਗ੍ਰੇਸ਼ਨ ਲਾਂਚ ਜੋ ਕਿ ਤੁਹਾਡੇ ਅਗਰ ਤੁਹਾਡਾ ਰਿਫਿਊਜ਼ਲ ਵੀ ਲੱਗਿਆ ਤਾਂ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦਿੰਦੇ ਨੇ। ਅਗਰ ਤੁਹਾਡਾ ਗੈਪ ਹੈ ਜਾਂ ਫਿਰ ਤੁਸੀਂ ਆਪਣੇ ਸਪਾਊਸ ਐਂਡ ਵਰਕ ਪਰਮਿਟ ਦੇ ਨਾਲ ਜਾਣਾ ਚਾਹੁੰਦੇ ਹੋ ਓਪਨ ਵਰਕ ਪਰਮਿਟ ਤਾਂ ਉਹ ਵੀ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਗਵਾ ਕੇ ਦਿੰਦੇ ਨੇ। ਕੋਈ ਰਿਫਿਊਜ਼ਲ ਨਹੀਂ ਲੱਗਦੀ ਉਹਨਾਂ ਦੀ। ਔਰ ਨਾਲ ਹੀ ਜੇ ਗੱਲ ਕਰੀਏ ਕਿ ਕਿੰਨਾ ਕੁ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਭਰੋਸੇਯੋਗ ਨੇ ਤਾਂ ਬਹੁਤ ਹੀ ਜ਼ਿਆਦਾ ਭਰੋਸੇਯੋਗ ਨੇ, ਕਿਉਂਕਿ ਅੱਜ ਉਹਨਾਂ ਦੇ 10 ਤੋਂ 15 ਹੋਰ ਸਪਾਊਸ ਐਂਡ ਓਪਨ ਵਰਕ ਪਰਮਿਟ ਜਿਹੜੇ ਵੀਜ਼ਾ ਸੋ ਆਏ ਨੇ। ਸੋ ਆਪਾਂ ਉਹਨਾਂ ਸਾਰੇ ਕਲਾਇੰਟਸ ਨੂੰ ਮਿਲਾਂਗੇ ਜਿਨ੍ਹਾਂ ਦੇ ਵੀਜ਼ਾ ਆਏ ਨੇ ਤੇ ਨਾਲ ਹੀ ਤੁਹਾਡੇ ਸਭ ਦੇ रूबरू भी करांगे। तो हुण आपां एमिनेंट मॉल के थर्ड फ्लोर पर पहुँच चुके हैं जिथे कि इमीग्रेशन लॉन्च का ऑफिस है। आओ उन्होंने ऑफिस के विच विजिट करते हैं। तो हुण आपां इस वक्त हैगे आ द लॉन्च इमीग्रेशन की जो गल करिए इमीग्रेशन लॉन्च के ऑफिस के अंदर इस वक्त तुसीं देख सकते हो असी रिसैप्शन एरिया दे विच इत्थे खड़े हाँ। काफ़ी लोग जिहड़े इत्थे आउंदे ने अपना वीज़ा जिहड़ा इत्थों उन्हां दा अप्रूव हुंदा है। तो इस दे नाल आपां इत्थों दे CEO जतिन सानी हुणां दे नाल हुण गलबात करांगे। सो इस वक्त साडे नाल CICC मैंबर जतिन सानी बैठे हुए हैं। सब तो पहले उन्होंने नाल गलबात करते हैं। सर सब तो पहले बहुत बहुत स्वागत है तो नाल ही मैनी कॉन्ग्रेचुलेशनस, क्योंकि हुणे फिर तुसी जेडे 10 तो 15 जेडे हैगे ने उस स्पाउस एंड ओपन वर्क परमिट वीजे लगवाए ने। पर ये एक बाकी सारिਆਂ ਨੂੰ चैलेंज लगता पिया। हुणे आपां तुहाडीਆਂ इन्नियां एड्स देख रहे हैं, तुहानू देख रहे हैं कि तुसी सोशल मीडिया ते लगातार छाए हुए हो कि तुहाडे इन्ने स्पाउस एंड ओपन वर्क परमिट वीजे लगदे पे ने। पर जे बाकियां दी गल करिए होर भी बहुत सारे लोग ऑफिस खोल के बैठे ने, ਉਹਨਾਂ ਦੇ ਲਈ ਇੱਕ ਚੈਲੰਜ ਹੈ ਸਪਾਊਸ ਐਂਡ ਓਪਨ ਵਰਕ ਪਰਮਿਟ ਵੀਜ਼ੇ ਲਗਾਉਣਾ। ਲੱਗਦੇ ਨਹੀਂ ਪਏ, ਰਿਫਿਊਜ਼ਲ ਆ ਰਹੀ ਹੈ, ਕੀ ਕਾਰਨ ਲੱਗਦੇ ਪਏ ਨੇ? ਸਭ ਤੋਂ ਪਹਿਲਾਂ ਬਹੁਤ ਬਹੁਤ ਥੈਂਕ ਯੂ ਸਾਨੂੰ ਇਹ ਮੂਮੈਂਟ ਕੈਪਚਰ ਕਰਨ ਵਾਸਤੇ ਤੁਸੀਂ ਅੱਜ ਆਫਿਸ 'ਚ ਆਏ ਹੈਗੇ ਹੋ। ਸੋ ਜਿਵੇਂ ਤੁਸੀਂ ਕੁਐਸਚਨ ਪੁੱਛਿਆ ਦੇਖੋ ਬੀਇੰਗ ਅ CICC ਮੈਂਬਰ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਵੀ ਅਸੀਂ ਐਪਲੀਕੇਸ਼ਨ ਇਮੀਗ੍ਰੇਸ਼ਨ ਆਫਿਸ ਦੇ ਅੱਗੇ ਪ੍ਰੈਜ਼ੈਂਟ ਕਰੀਏ ਉਹ ਜਿੰਨੇ ਵੀ ਇਮੀਗ੍ਰੇਸ਼ਨ ਲਾਜ਼ ਨੇ ਉਹਨਾਂ ਨੂੰ ਰੈਲੇਵੈਂਟਲੀ ਜਸਟੀਫਾਈ ਕਰਦੇ ਹੋਏ ਆਪਾਂ ਸਬਮਿਸ਼ਨ ਲੈਟਰ ਦੇ ਥਰੂ ਕੇਸ ਨੂੰ ਪ੍ਰੈਜ਼ੈਂਟ ਕਰਦੇ ਹਾਂ। देखो उस तो बाद जो क्वेश्चन तुसीं पूछा है वीज़े रिफ्यूज़ भी हो रहा है, डेफिनेटली रिफ्यूज़ल रेट भी है ओपन वर्क एप्लीकेशन से। पर साडी कोशिश ये होंदी है किसी भी एप्लीकेशन नूं स्टार्ट करन तो पहलां या उहदे नाल एग्रीमेंट साइन करन तो पहलां असीं उस केस की पूरी तरीके नाल रिसर्च करते हैं। ਉਹਦੇ ਕੇਸ ਦੇ ਅੰਦਰ ਕਿਹੜੇ ਹਿਡਨ ਚੈਲੰਜਸ ਹੈਗੇ ਆ ਜਿਹੜੇ ਕਿ ਐਪਲੀਕੇਸ਼ਨ ਨੂੰ ਇੱਕ ਨੈਗੇਟਿਵ ਮੇ ਵੀ ਇੰਪੈਕਟ ਪੈ ਸਕਦਾ ਹੈ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨੇ ਵੀ ਨੈਗੇਟਿਵ ਇੰਪੈਕਟ ਵਾਲੇ ਪੁਆਇੰਟਸ ਨੇ ਆਪਾਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਹਾਈਲਾਈਟ ਕਰਕੇ ਥੋੜਾ ਜਿਹਾ ਜਿਨ੍ਹਾਂ ਕਿ ਉਹਨੂੰ ਪੋਜ਼ਿਟਿਵ ਵੇ ਨਾਲ ਆਪਾਂ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਅੱਗੇ ਪ੍ਰੈਜ਼ੈਂਟ ਕਰੀਏ ਤਾਂ ਕਿ ਡਿਸੀਜਨ ਪੋਜ਼ਿਟਿਵ ਮਿਲ ਸਕੇ। बट हर एक दी फाइल सेम नहीं होंगी, हर एक दी सिचुएशनस ਜਿਹੜੀਆਂ सेम नहीं ਹੁੰਦੀਆਂ ਹੈਗੀਆਂ। ਫਿਰ ਇਹਨੂੰ ਕਿੱਦਾਂ ਟੈਕਲ ਕਰਦੇ ਹੋ? ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦਾ ਵੀਜ਼ਾ ਵਿਦ ਟਾਈਮ ਆ ਜਾਏ। ਤਾਂ ਫਿਰ ਕਿ ਜਿਹੜੇ ਅੱਗੇ ਤੁਹਾਡੇ ਕੋਲ ਕਲਾਇੰਟਸ ਆਏ ਹੁੰਦੇ ਨੇ ਕਿ ਉਹ ਕਈ ਵਾਰ ਉਹਨਾਂ ਦਾ ਜਿਹੜਾ ਕਹਿ ਸਕਦੇ ਸਬਰ ਟੁੱਟ ਜਾਂਦਾ ਹੈਗਾ ਹੈ ਨਾ, ਫਿਰ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ? देखो जिवें असीं जाणदे हां कोविड टाइम के दौरान एप्लीकेशन बहुत डिले हो गई सीगियां, लोगों ने ऑलमोस्ट 1.5 साल तक वेट की। सो एज अ कंसलटेंट देखो साडी फर्स्ट ड्यूटी तो यही है कि उन्होंने आप टाइम टू टाइम उन्होंने अपडेट दिंदे रहिए एप्लीकेशन का, तो नाल इमीग्रेशन नाल भी कोरसपोंडेंस करते रहिए कि उन्होंने केस दे रिलेटेड जिहड़े भी अपडेट्स ने। सो ये कंसलटेंट का बहुत बड़ा रोल है कि अपना जो क्लाइंट है उन्होंने किसी ना किसी तरीके उन्होंने पेशेंस आप देंदे रहिए। ना तुसीं क्वेश्चन पूछा प्रोफाइल्स के रिगार्डिंग, सो डेफिनेटली देखो हर एप्लीकेंट का प्रोफाइल डिफरेंट है। नॉर्मली पंजाब च जिहड़े एप्लीकेंट्स ने खास करके एग्रीकल्चर बैकग्राउंड में बिलोंग करते हैं मैजोरिटी ऑफ क्लाइंट्स। उस तो अलावा बिजनेस बैकग्राउंड के प्रोफाइल्स भी होंगे ने, नाल सर्विस क्लास इंपलॉइज़ भी होंगे ने। सो हर प्रोफाइल को जस्टिफाई करने वास्ते कोई स्पैसीफिक क्लास ऑफ डॉक्यूमेंट्स ने जिहड़े कि असीं मेनटेन करते हैं प्रॉपरली, उन्होंने लिस्ट रखी होंगी है। साडी कोशिश ये होंदी है कि उस प्रोफाइल को जस्टिफाई करने वास्ते
ਜਿੰਨੇ ਵੀ ਡਾਕੂਮੈਂਟ ਨੇ ਉਹ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕੀਤੇ ਜਾਣ ਤਾਂ ਕਿ ਐਪਲੀਕੈਂਟ ਦਾ ਪ੍ਰੋਫਾਈਲ ਉੱਭਰ ਕੇ ਇਮੀਗ੍ਰੇਸ਼ਨ ਆਫਿਸ ਦੇ ਸਾਹਮਣੇ ਆ ਸਕੇ। ਤੇ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਤਾਂ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਬਹੁਤ ਸਾਰੇ ਸਪਾਊਸ ਐਂਡ ਵਰਕ ਪਰਮਿਟ, ਓਪਨ ਵਰਕ ਪਰਮਿਟ ਜਿਹੜੇ ਵੀਜ਼ਾ ਨੇ ਉਹ ਲਗਵਾਏ ਗਏ ਨੇ। ਹਾਲ ਹੀ ਵਿੱਚ ਇਹਨਾਂ ਨੇ 10 ਤੋਂ 15 ਅਜਿਹੇ ਵੀਜ਼ਾ ਜਿਹੜੇ ਨੇ ਉਹ ਲਗਵਾਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਕਲਾਇੰਟ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਦਾ ਨਾਮ ਹੈ ਰਜਿੰਦਰ ਸਿੰਘ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਾਹਮਣੇ ਸਾਡੇ ਬੈਠੇ ਨੇ, ਰੂਬਰੂ ਕਰਵਾ ਦਿੰਦੇ ਹਾਂ ਤੁਹਾਨੂੰ ਉਹਨਾਂ ਦੇ ਨਾਲ। ਰਜਿੰਦਰ, ਕਿਵੇਂ ਦਾ ਲੱਗ ਰਿਹਾ? ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਵੀਜ਼ਾ ਆ ਚੁੱਕਾ ਹੈ। ਬਹੁਤ ਵਧੀਆ ਲੱਗ ਰਿਹਾ ਮੈਮ। ਤੇ ਕਿੰਨਾ ਟਾਈਮ ਹੋ ਗਿਆ ਸੀਗਾ ਤੁਹਾਨੂੰ ਫਾਈਲ ਲਗਾਈ? 6 ਮੰਥ ਤੋਂ ਬਾਅਦ ਹੋ ਗਿਆ ਮੈਮ। 6 ਮੰਥ ਤੋਂ ਬਾਅਦ ਹੋ ਗਿਆ। ਇਸ ਤੋਂ ਪਹਿਲਾਂ ਕਿਤੇ ਗਏ ਸੀ ਤੁਸੀਂ? ਬਹੁਤ ਏਜੰਟ ਦੇ ਵਿੱਚ ਕੀਤਾ ਸੀ ਮੈਮ। ਕਿੰਨੇ ਕੁ ਧੱਕੇ ਖਾਧੇ? 2 ਸਾਲ ਬਹੁਤ ਧੱਕੇ ਖਾਧੇ ਜੀ। ਤੇ ਫਿਰ ਦਾ ਇਮੀਗ੍ਰੇਸ਼ਨ ਲਾਂਚ ਦਾ ਨਾਮ ਤੁਸੀਂ ਕਿੱਥੋਂ ਸੁਣਿਆ? ਫੇਸਬੁੱਕ ਥਰੂ ਸਰਚ ਕੀਤਾ ਸੀ ਮੈਮ। ਅੱਛਾ, ਕਾਫੀ ਵੀਜ਼ਾ ਦੇਖੇ ਸੀ ਮੈਂ ਲੱਗੇ ਇਹਨਾਂ ਦੇ। ਠੀਕ ਹੈ। ਤੇ ਫਿਰ ਜਦੋਂ ਇੱਥੇ ਆਏ ਹੋ ਤੁਸੀਂ, ਕਿਵੇਂ ਇਹਨਾਂ ਨੇ ਤੁਹਾਨੂੰ ਸਾਰਾ ਜਿਹੜਾ ਇੱਕ ਵਿਸ਼ਵਾਸ ਦਿਵਾਇਆ, ਕਿਵੇਂ ਵਿਸ਼ਵਾਸ ਬਣਿਆ ਇਹਨਾਂ ਦਾ ਕਿ ਨਹੀਂ ਇੱਥੇ ਤਾਂ ਮੇਰਾ ਵੀਜ਼ਾ ਲੱਗ ਜਾਏਗਾ? ਕਿਉਂਕਿ ਤੁਸੀਂ ਪਹਿਲਾਂ ਖੁਦ ਬੋਲੇ ਹੋ ਕਿ ਤੁਸੀਂ ਇਸ ਤੋਂ ਪਹਿਲਾਂ ਬੜੇ ਧੱਕੇ ਖਾਧੇ, ਧੱਕੇ ਖਾਣ ਤੋਂ ਬਾਅਦ ਤਾਂ ਵੈਸੇ ਇਨਸਾਨ ਦਾ ਵਿਸ਼ਵਾਸ ਨਹੀਂ ਰਹਿੰਦਾ ਕਿਸੇ ਤੇ। ਮੈਂ ਬਹੁਤ ਮੈਮ ਵੇਟ ਕਿਹਾ ਸੀ ਤੇ ਮੈਂ ਵਿਜ਼ਿਟ ਕੀਤਾ ਸੀ। ਮੈਨੂੰ ਕਿਤੇ ਨੇ ਇਤਨੀ ਵਧੀਆ ਗਾਈਡੈਂਸ ਨਹੀਂ ਮਿਲੀ ਮੈਨੂੰ ਕਿਤੋਂ ਵੀ, ਤਾਂ ਕਰਕੇ ਇੱਥੋਂ ਆ ਕੇ ਮੈਨੂੰ ਸੈਟੀਸਫੈਕਸ਼ਨ ਮਿਲੀ ਵੀ ਮੇਰਾ ਵੀਜ਼ਾ ਲੱਗ ਸਕਦਾ ਹੈ। ਤਾਂ ਕਰਕੇ ਮੈਂ ਇਹਨਾਂ ਤੋਂ ਆਪਣੀ ਫਾਈਲ ਅਪਲਾਈ ਕਰਵਾਈ ਸੀ। ਤੇ ਤੁਹਾਡੀ ਵਾਈਫ ਕਦੋਂ ਦੇ ਗਏ ਹੋਏ ਨੇ? ਉਹ ਗਏ ਸੀ 29 ਦਸੰਬਰ 2019 ਚ ਮੈਮ। 29 ਦਸੰਬਰ 2019 ਦੇ ਗਏ ਹੋਏ ਨੇ। ਤੇ ਉਸ ਤੋਂ ਬਾਅਦ ਤੁਸੀਂ ਫਾਈਲ ਕਿਉਂ ਨਹੀਂ ਲਗਾਈ? ਮੈਂ ਇੰਨਾ ਕਿ ਡੀਮੋਟ ਹੋ ਗਿਆ ਸੀ ਮੈਂ ਜਾ ਏਜੰਟ ਕੋਲ ਕੋਈ ਵੀ ਏਜੰਟ ਨਹੀਂ ਕਹਿ ਰਿਹਾ ਤੁਹਾਡਾ ਵੀਜ਼ਾ ਆਏਗਾ ਜੀ, ਹਰੇਕ ਏਜੰਟ ਕਹਿ ਰਿਹਾ ਤੁਹਾਡਾ ਵੀਜ਼ਾ ਨਹੀਂ ਆਏਗਾ ਜੀ, ਤੁਹਾਡੀ ਰਿਫਿਊਜ਼ਲ ਆਏਗੀ। ਤਾਂ ਕਰਕੇ ਮੈਂ ਕਿਤੇ ਵੀ ਅਪਲਾਈ ਨਹੀਂ ਕੀਤਾ, ਵੇਟ ਹੀ ਕਰਦਾ ਰਿਹਾ ਮੈਂ ਵੀ। ਮੈਂ ਵਰਕ ਪਰਮਿਟ ਤੇ ਅਪਲਾਈ ਕਰੋ, ਕੁਛ ਏਜੰਟ ਕਹਿ ਰਹੇ ਮੈਨੂੰ ਵਰਕ ਪਰਮਿਟ ਅਪਲਾਈ ਕਰੋ, ਕੁਛ ਇੱਦਾਂ ਕਹਿ ਰਹੇ ਸੀ। ਤਾਂ ਕਰਕੇ ਮੈਂ ਵੇਟ ਹੀ ਕੀਤੀ ਮੈਮ। ਤਾਂ ਫਿਰ ਇਹਨਾਂ ਕੋਲ ਵਿਜ਼ਿਟ ਕਰਕੇ ਤੇ ਫਿਰ ਇਹਨਾਂ ਨੇ ਤੁਹਾਡਾ ਕਿਵੇਂ ਵੀਜ਼ਾ ਲੈ ਕੇ ਦਿੱਤਾ? ਕਿੰਨਾ ਮਤਲਬ ਕਿ ਕਿੰਨਾ ਟਾਈਮ ਲੱਗ ਗਿਆ ਇਹਦੇ ਵਿੱਚ? ਇਹਨਾਂ ਨੇ ਮੈਮ ਮੈਂ ਕੋਲ ਸਤੰਬਰ 'ਚ ਵਿਜ਼ਿਟ ਕੀਤਾ ਸੀ ਮੈਮ। ਇਹਨਾਂ ਨੇ 2-2.5 ਮਹੀਨੇ ਵੇਟ ਕਰਾਈ ਮੈਂ ਫਾਈਲ ਦਾ, ਫਿਰ ਰੈਡੀ ਕੀਤੀ ਫਾਈਲ ਪ੍ਰੋਪਰ। ਉਸ ਤੋਂ ਬਾਅਦ ਇਹਨਾਂ ਨੇ 4 ਦਸੰਬਰ ਨੂੰ ਫਾਈਲ ਲਾਂਚ ਕੀਤੀ ਐਮਬੈਸੀ ਜੀ ਤੇ 24 ਜੂਨ ਨੂੰ ਮੇਰੀ ਵੀਜ਼ਾ ਆ ਗਿਆ ਸੀ। ਰਜਿੰਦਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਹਾਡਾ ਵੀਜ਼ਾ ਫਾਈਨਲੀ ਆ ਚੁੱਕਿਆ। ਇੱਕ ਵਾਰ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਆਪਣਾ ਵੀਜ਼ਾ ਦਿਖਾ ਦਿਓ। ਸੋ ਇਹ ਨੇ ਰਜਿੰਦਰ ਜਿਨ੍ਹਾਂ ਦਾ ਵੀਜ਼ਾ ਜੋ ਹੈ ਆ ਚੁੱਕਾ ਹੈ ਦਾ ਲਾਂਚ ਇਮੀਗ੍ਰੇਸ਼ਨ ਦੇ ਥਰੂ। ਤੇ ਹੁਣ ਇਹਨਾਂ ਦੇ ਕੇਸਸ ਦੇ ਵਿੱਚ ਕੀ ਚੈਲੰਜਸ ਆਏ ਨੇ, ਕਿਉਂ ਇਹ ਇੰਨਾ ਡੀਮੋਟੀਵੇਟ ਹੋ ਗਏ ਸੀ ਤੇ ਉਸ ਤੋਂ ਬਾਅਦ ਕਿਵੇਂ ਹੈਂਡਲ ਕੀਤਾ ਦਾ ਇਮੀਗ੍ਰੇਸ਼ਨ ਲਾਂਚ ਨੇ ਇਹਨਾਂ ਨੂੰ। ਗੱਲਬਾਤ ਕਰਦੇ ਹਾਂ ਫਿਰ ਤੋਂ ਜਤਿਨ ਸਰ ਉਹਨਾਂ ਦੇ ਨਾਲ। ਸਰ, ਜਿਵੇਂ ਇਹ ਦੱਸ ਰਹੇ ਨੇ ਕਿ ਕਾਫੀ ਡੀਮੋਟੀਵੇਟ ਹੋ ਚੁੱਕੇ ਸੀਗੇ, ਕਾਫੀ ਚੈਲੰਜਸ ਆਏ ਨੇ, ਕੀ ਚੈਲੰਜਸ ਆਏ ਸੀ? ਸਾਡੇ ਵਾਸਤੇ ਦੇਖੋ ਇਹਨਾਂ ਦਾ ਕੇਸ ਕਾਫੀ ਚੈਲੰਜਿੰਗ ਸੀਗਾ ਇਸ ਕਰਕੇ ਬਿਕੋਜ਼ ਜਿਵੇਂ ਇਹਨਾਂ ਨੇ ਆਪ ਦੱਸਿਆ ਇਹਨਾਂ ਦੀ ਜਿਹੜੀ ਵਾਈਫ ਦਾ ਜਦੋਂ ਵੀਜ਼ਾ ਲੱਗਿਆ, ਸਟੱਡੀ ਵੀਜ਼ਾ ਅਪਰੂਵ ਹੋਇਆ, ਉਸ ਤੋਂ ਜਸਟ 5 ਦਿਨਾਂ ਬਾਅਦ ਇਹਨਾਂ ਦੀ ਮੈਰਿਜ ਹੋ ਗਈ ਸੀਗੀ। ਸੋ ਹਾਂਜੀ, ਪਹਿਲਾਂ ਵੀਜ਼ਾ ਅਪਰੂਵ ਹੁੰਦੇ ਉਸ ਤੋਂ ਬਾਅਦ ਜਿਹੜੀ ਮੈਰਿਜ ਇਹਨਾਂ ਦੀ ਮੈਰਿਜ ਹੋਈ ਜਸਟ 5 ਦਿਨਾਂ ਤੋਂ ਬਾਅਦ। ਸੋ ਐਮਬੈਸੀ ਇਟਸੈਲਫ ਇਸ ਸਾਰੇ ਸਿਨੈਰੀਓ ਨੂੰ ਇੱਕ ਬੜਾ ਨਾ ਮੈਰਿਜ ਆਫ ਕਨਵੀਨੀਅੰਸ ਯਾਨੀ ਕੰਟਰੈਕਟ ਮੈਰਿਜ ਦੇ ਪੁਆਇੰਟ ਆਫ ਵਿਊ ਨਾਲ ਲੈਂਦੀ ਹੈ। ਸੋ ਆਫਿਸਰ ਨੂੰ ਇਹ ਬਹੁਤ ਵੱਡਾ ਡਾਊਟ ਹੁੰਦਾ ਹੈ ਕਿ ਜਿਵੇਂ ਹੀ ਕੁੜੀ ਦਾ ਵੀਜ਼ਾ ਲੱਗਿਆ ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਹੋ ਗਈ। ਇਹ ਸੀਗਾ ਜੀ ਫਰਸਟ ਚੈਲੰਜ। ਉਸ ਤੋਂ ਬਾਅਦ ਸੈਕੰਡ ਚੈਲੰਜ ਇਹ ਸੀਗਾ ਕਿ ਜਿੱਦਾਂ ਹੀ ਇਹਨਾਂ ਦੀ ਮੈਰਿਜ ਹੋਈ ਉਸ ਤੋਂ ਬਾਅਦ ਜਸਟ 7 ਦਿਨਾਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਸੀਗੇ ਉਹ ਕੈਨੇਡਾ ਟਰੈਵਲ ਕਰ ਗਏ। ਸੋ ਇਹ ਇਟਸੈਲਫ ਬਿਕੋਜ਼ ਤੁਹਾਡਾ ਜੇ ਅਸੀਂ ਰਿਲੇਸ਼ਨਸ਼ਿਪ ਨੂੰ ਡਿਵੈਲਪ ਕਰਨਾ ਹੈ ਉਹਦੇ ਵਾਸਤੇ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਐਮਬੈਸੀ ਇਹ ਸਾਰੇ ਐਸਪੈਕਟਸ ਨੂੰ ਬਹੁਤ ਬਰੀਕੀ ਨਾਲ ਦੇਖਦੀ ਹੈਗੀ ਹੈ ਕਿ ਮੈਰਿਜ ਦੇ ਦੌਰਾਨ ਉਹਨਾਂ ਦਾ ਕਿੰਨਾ ਟਾਈਮ ਫਰੇਮ ਇਕੱਠੇ ਰਹੇ ਹੈਗੇ ਆ, ਉਸ ਤੋਂ ਬਾਅਦ ਤੇ ਕਦੋਂ ਟਰੈਵਲ ਕੀਤਾ। ਉਸ ਤੋਂ ਬਾਅਦ ਇਹਨਾਂ ਦੀ 2019 ਚ ਜਿਵੇਂ ਵਾਈਫ ਇਹਨਾਂ ਦੇ ਟਰੈਵਲ ਕਰ ਗਏ ਮੈਰਿਜ ਤੋਂ ਬਾਅਦ, ਤੋਂ ਰਜਿੰਦਰ ਹੋਰੀ ਅਰਾਊਂਡ 2 ਸਾਲ ਵੇਟ ਕਰਦੇ ਰਹੇ। ਜਿਵੇਂ ਇਹਨਾਂ ਨੇ ਦੱਸਿਆ ਕਿ ਬਹੁਤ ਲੋਕਾਂ ਕੋਲ ਗਏ, ਕਿਸੇ ਨੇ ਇਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ। ਕਿਸੇ ਨੇ ਕਿਹਾ ਕਿ ਵਿਜ਼ਟਰ ਵੀਜ਼ਾ ਲਗਾ ਲਓ, ਕਿਸੇ ਨੇ ਕਿਹਾ ਕਿ ਵਰਕ ਪਰਮਿਟ ਲਗਾਓ, ਬਟ ਆਪਣੇ ਵਾਈਫ ਨੂੰ ਵਾਪਸ ਬੁਲਾਓ ਪਹਿਲਾਂ ਇੰਡੀਆ ਕੈਨੇਡਾ ਤੋਂ, ਉਸ ਤੋਂ ਬਾਅਦ ਤੁਹਾਡੀ ਫਾਈਲ ਪ੍ਰੋਸੈਸ ਕਰ ਸਕਦੇ ਹਾਂ ਅਸੀਂ। ਬਟ ਇਹਨਾਂ ਨੂੰ ਅਸੀਂ ਇਹੀ ਗਾਈਡ ਕੀਤਾ ਕਿ ਤੁਹਾਨੂੰ ਫਾਈਲਿੰਗ ਡੈਫੀਨੇਟਲੀ ਕਰਨੀ ਚਾਹੀਦੀ ਹੈਗੀ ਹੈ, ਬਟ ਵਾਈਫ ਨੂੰ ਵਾਪਸ ਬੁਲਾ ਕੇ ਵੀ ਤੁਹਾਡਾ ਵੀਜ਼ਾ ਆਊਗਾ ਇਹਦੀ ਕੋਈ ਐਸ਼ੋਰੈਂਸ ਤੁਹਾਨੂੰ ਕੋਈ ਨਹੀਂ ਦੇ ਸਕਦਾ। ਠੀਕ ਹੈ। ਸੋ ਅਸੀਂ ਇਹਨਾਂ ਦੇ ਸਾਰੇ ਰੈਲੇਵੈਂਟ ਫੈਕਟ ਜਿਹੜੇ ਸੀਗੇ ਰਿਲੇਸ਼ਨਸ਼ਿਪ ਨੂੰ ਲੈ ਕੇ ਆਪਾਂ ਇਹਨਾਂ ਦੀ ਫਾਈਲ 'ਚ ਹਾਈਲਾਈਟ ਕੀਤੇ ਐਮਬੈਸੀ ਨੂੰ। ਸੋ ਫਾਈਨਲੀ 2 ਸਾਲ ਵੇਟ ਕਰਨ ਤੋਂ ਬਾਅਦ ਅਸੀਂ ਇਹਨਾਂ ਦੀ ਫਾਈਲ 2021 'ਚ ਪ੍ਰੈਜ਼ੈਂਟ ਕੀਤੀ ਐਮਬੈਸੀ ਅੱਗੇ ਤੇ ਇਹਨਾਂ ਨੂੰ 6 ਮਹੀਨੇ 'ਚ ਫਾਈਨਲੀ ਓਪਨ ਡਾਕੂਮੈਂਟ ਅਪਰੂਵ ਹੋ ਗਿਆ ਇਹਨਾਂ ਦਾ। ਜੀ, ਸੋ ਇਹ ਸੀ ਰਜਿੰਦਰ ਸਿੰਘ ਜਿਨ੍ਹਾਂ ਦੀ ਸਕਸੈਸ ਸਟੋਰੀਜ਼ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ, ਜਿਨ੍ਹਾਂ ਦਾ ਵੀਜ਼ਾ ਫਾਈਨਲੀ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਲਗਵਾਇਆ ਗਿਆ। ਤੇ ਹੁਣ ਆਪਾਂ ਦਾ ਇਮੀਗ੍ਰੇਸ਼ਨ ਲਾਂਚ ਦੇ ਨੈਕਸਟ ਕਲਾਇੰਟ ਦੇ ਨਾਲ ਮਿਲਦੇ ਹਾਂ ਜਿਨ੍ਹਾਂ ਦਾ ਵੀਜ਼ਾ ਵੀ ਇੱਥੋਂ ਹੀ ਲੱਗਿਆ। ਤੇ ਹੁਣ ਸਾਡੇ ਨਾਲ ਨੈਕਸਟ ਕਲਾਇੰਟ ਜੁੜੇ ਨੇ ਨਵਦੀਪ ਸਿੰਘ ਜੋ ਕਿ ਫਰੀਦਕੋਟ ਤੋਂ ਇੱਥੇ ਜਲੰਧਰ ਤੱਕ ਆਏ ਨੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਇਹਨਾਂ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਨਵਦੀਪ ਸਿੰਘ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਮੈਨੀ ਕੰਗ੍ਰੈਚੁਲੇਸ਼ਨਸ ਕਿ ਤੁਹਾਡਾ ਵੀਜ਼ਾ ਜਿਹੜਾ ਲੱਗ ਚੁੱਕਾ ਹੈ। ਬਟ ਕਦੋਂ ਦੀ ਫਾਈਲ ਲਗਾਈ ਹੋਈ ਸੀ ਤੁਸੀਂ ਇੱਥੇ? ਫਾਈਲ ਮੈਮ ਮੈਂ 29 ਜਨਵਰੀ ਨੂੰ ਲਗਾਈ ਹੋਈ ਸੀ। ਅੱਛਾ, ਹਾਂਜੀ। ਤੇ ਕਿੰਨਾ ਟਾਈਮ ਲੱਗ ਗਿਆ? ਟਾਈਮ ਮੈਮ ਵਿਦਨ ਮੇਰਾ 4 ਮੰਥ ਵੀਜ਼ਾ ਆ ਗਿਆ।
4 ਮੰਥ ਦੇ ਵਿੱਚ ਵੀਜ਼ਾ ਆ ਗਿਆ। ਕਿਵੇਂ ਗਾਈਡ ਕੀਤਾ ਇਹਨਾਂ ਨੇ ਤੁਹਾਨੂੰ? ਗਾਈਡ ਮੈਮ ਗਾਇਤਰੀ ਮੈਮ ਨੇ ਬਹੁਤ ਵਧੀਆ ਗਾਈਡ ਕੀਤਾ। ਜੋ ਵੀ ਮੇਰੇ ਇਸ਼ੂ ਸੀਗੇ ਕੋਈ ਫਾਈਲ ਦੇ ਰਿਲੇਟਿਵ ਵਧੀਆ ਗਾਈਡ ਕੀਤਾ, ਉਸ ਨੂੰ ਮੈਂ ਸੁਧਾਰਿਆ, ਵਧੀਆ ਕੀਤਾ ਜੀ। ਹਾਂਜੀ, ਤੇ ਤੁਹਾਡੇ ਜਿਹੜੇ ਵਾਈਫ ਨੇ ਉਹ ਕਦੋਂ ਦੇ ਗਏ ਹੋਏ? ਉਹ ਜੁਲਾਈ 2021 ਦੇ ਵਿੱਚ ਗਏ ਸੀ। ਤੇ ਕਿੰਨੇ ਟਾਈਮ ਦਾ ਤੁਹਾਨੂੰ ਵੀਜ਼ਾ ਜਿਹੜਾ ਉਹ ਮਿਲਿਆ ਇਸ? ਮੈਨੂੰ ਵੀਜ਼ਾ ਮੈਮ 2 ਮੰਥ ਦਾ ਮਿਲਿਆ ਜੀ। 2 ਮੰਥ ਦਾ ਤੁਹਾਨੂੰ ਵੀਜ਼ਾ ਮਿਲਿਆ। ਜਤਿਨ ਸਰ ਜਿਵੇਂ ਕਹਿ ਰਹੇ ਨੇ ਕਿ 2 ਮੰਥ ਦਾ ਵੀਜ਼ਾ ਮਿਲਿਆ ਹੈਗਾ ਹਨਾ, ਜਾਂ 2 ਮੰਥ ਦੀ ਗੱਲ ਕਰੀਏ ਤਾਂ ਸਤੰਬਰ ਤੱਕ ਹੀ ਵੈਲਿਡ ਜਿਹੜਾ ਹੋਏਗਾ। ਫਿਰ ਉਸ ਤੋਂ ਬਾਅਦ ਇਹਨਾਂ ਦਾ ਕਿਵੇਂ ਕੀ ਸੋਚਿਆ ਤੁਸੀਂ ਕਿ ਉਹ ਐਕਸਟੈਂਡ ਕਿਵੇਂ ਹੋਏਗਾ ਜਾਂ ਫਿਰ ਅੱਗੇ ਜਾ ਕੇ ਕੀ ਕਰੇ? ਜਿਵੇਂ ਮੈਮ ਸਾਰਿਆਂ ਨੂੰ ਪਤਾ ਹੀ ਹੈ, ਸਾਡਾ ਸਰੀ ਕੈਨੇਡਾ 'ਚ ਵੀ ਆਫਿਸ ਐਸਟੈਬਲਿਸ਼ਡ ਹੈਗਾ। ਸੋ ਨਵਦੀਪ ਦੇ ਕੇਸ ਜਿਹੜਾ ਰੀਸੈਂਟਲੀ ਜਿਹੜਾ ਚੈਲੰਜ ਰਾਈਜ਼ ਹੋਇਆ, ਇਹਨਾਂ ਨੂੰ ਸਿਰਫ 2 ਮਹੀਨੇ ਦਾ ਉੱਥੇ ਵਰਕ ਪਰਮਿਟ ਅਲਾਉ ਕੀਤਾ ਇਮੀਗ੍ਰੇਸ਼ਨ ਨੇ। ਸੋ ਸਾਡੀ ਆਲਰੇਡੀ ਪੂਰੀ ਪਲੈਨਿੰਗ ਹੋ ਚੁੱਕੀ ਹੈ ਇਹਨਾਂ ਦੇ ਪ੍ਰੋਫਾਈਲ ਨੂੰ ਅਸੀਂ ਕਿੱਦਾਂ ਉੱਥੇ ਕੈਰੀ ਫਾਰਵਰਡ ਕਰਨਾ ਹੈ। ਇਹਨਾਂ ਦੀ ਉੱਥੇ ਵਰਕ ਪਰਮਿਟ ਐਕਸਟੈਂਸ਼ਨ ਅਸੀਂ ਪਹਿਲਾਂ ਤਾਂ ਉਹਨਾਂ ਦੀ ਵਾਈਫ ਦੀ ਆਲਰੇਡੀ ਆਪਾਂ ਸਟੱਡੀ ਪਰਮਿਟ ਐਕਸਟੈਂਸ਼ਨ ਪਾਈ ਸੀਗੀ ਡਿਊਰਿੰਗ ਐਪਲੀਕੇਸ਼ਨ ਪ੍ਰੋਸੈਸਿੰਗ, ਤਾਂ ਇਹਨਾਂ ਨੂੰ 2 ਮਹੀਨੇ ਐਕਸਟਰਾ ਇਹਨਾਂ ਨੂੰ ਵਰਕ ਪਰਮਿਟ ਜਿਹੜਾ ਮਿਲਿਆ ਹੈ। ਸੋ ਜਦੋਂ ਸੈਪਟੰਬਰ 'ਚ ਇਹਨਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਹੋਏਗਾ, ਉਹਦੇ ਨਾਲ ਇਹਨਾਂ ਦੀ ਵਾਈਫ ਨੂੰ ਅਸੀਂ ਗਾਈਡ ਕੀਤਾ ਹੈ ਕਿ ਉਹਨਾਂ ਨੇ ਨੌਕ ਬੀ ਦੀ ਜੌਬ ਉੱਥੇ ਇਮੀਡੀਏਟਲੀ ਸਟਾਰਟ ਕਰਨੀ ਹੈ। ਸੋ ਨੌਕ ਬੀ ਦੀ ਜੌਬ ਲੈਣ ਤੋਂ ਬਾਅਦ ਕੈਨੇਡਾ 'ਚ ਅਸੀਂ ਇਹਨਾਂ ਦੀ ਵਰਕ ਪਰਮਿਟ ਐਕਸਟੈਂਸ਼ਨ ਐਪਲੀਕੇਸ਼ਨ ਜਿਹੜੀ ਕਿ ਵਿਦਿਨ ਕੈਨੇਡਾ ਹੀ ਸਬਮਿਟ ਹੋਏਗੀ, ਸਾਡਾ ਕੈਨੇਡਾ ਦਾ ਆਫਿਸ ਉਸ ਐਪਲੀਕੇਸ਼ਨ ਨੂੰ ਹੈਂਡਲ ਕਰੇਗਾ ਤੇ ਇਹਨਾਂ ਨੂੰ ਫਰਦਰ ਉੱਥੇ 3 ਸਾਲ ਦੀ ਐਕਸਟੈਂਸ਼ਨ ਜਿਹੜੀ ਵਰਕ ਪਰਮਿਟ ਦੀ ਹੈਗੀ ਹੈ ਉਹ ਇਹਨਾਂ ਨੂੰ ਆਰਾਮ ਨਾਲ ਮਿਲ ਜਾਏਗੀ। ਤੇ ਨਾਲ ਦੇ ਨਾਲ ਡਿਊਰਿੰਗ ਦਿਸ ਪ੍ਰੋਸੈਸ ਸਾਡਾ ਆਫਿਸ ਕੈਨੇਡਾ ਵਾਲਾ ਇਹਨਾਂ ਦੀ ਫਰਦਰ ਜਿਹੜੀ PR ਦੀ ਐਪਲੀਕੇਸ਼ਨ ਹੈ ਇਹਨਾਂ ਦੇ ਵਾਈਫ ਦੇ ਪ੍ਰੋਫਾਈਲ ਦੇ ਮੁਤਾਬਕ ਅਸੀਂ ਉਹਨੂੰ ਹੈਂਡਲ ਕਰਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਮੇਬੀ ਇਨ ਨੈਕਸਟ 1 ਈਅਰ ਇਹਨਾਂ ਦਾ ਸਟੇਟਸ ਉੱਥੇ ਆਪਾਂ PR 'ਚ ਕਨਵਰਟ ਕਰਾ ਕੇ ਇਹਨਾਂ ਨੂੰ ਦੇਵਾਂਗੇ। ਪਰ ਜਿਵੇਂ ਤੁਸੀਂ ਵੀਜ਼ਾ ਐਕਸਟੈਂਡ ਕਰਨ ਦੀ ਗੱਲ ਕੀਤੀ ਹੈ, ਵੀਜ਼ਾ ਐਕਸਟੈਂਡ ਦੀ ਜੇ ਗੱਲ ਕਰੀਏ ਤਾਂ ਹਰ ਸਟੂਡੈਂਟ ਇਹੀ ਚਾਹੁੰਦਾ ਕਿ ਸਾਡਾ ਵੀਜ਼ਾ ਜਿਹੜਾ ਐਕਸਟੈਂਡ ਹੋ ਜਾਵੇ ਹੈ ਨਾ, ਉਹ ਵਿਦ ਸਪਾਊਸ ਔਰ ਵਿਦਆਊਟ ਸਪਾਊਸ। ਔਰ ਜੇਕਰ ਉਹ ਵੀਜ਼ਾ ਐਕਸਟੈਂਡ ਹੁੰਦਾ ਹੈ, ਆਪਾਂ ਐਪਲੀਕੇਸ਼ਨ ਪਾਉਂਦੇ ਹਾਂ, ਬਟ ਕੀ ਸਾਰਿਆਂ ਦੇ ਲਈ ਇਹ ਪੋਸੀਬਲ ਹੈ? ਪ੍ਰੋਬਲਮਸ ਨਹੀਂ ਆਉਂਦੀਆਂ ਹੈਗੀਆਂ ਹਰ ਇੱਕ ਨੂੰ ਆਪਣਾ ਵੀਜ਼ਾ ਐਕਸਟੈਂਡ ਕਰਵਾਉਣ ਵਾਸਤੇ? ਜੇ ਆਉਂਦੀਆਂ ਨੇ ਤਾਂ ਕਿੰਨੀਆਂ ਕੁ ਪ੍ਰੋਬਲਮ ਆਉਂਦੀਆਂ ਨੇ, ਕਿਉਂਕਿ ਹਰ ਇੱਕ ਦੀ ਪ੍ਰੋਫਾਈਲ ਅਲੱਗ ਹੁੰਦੀ ਹੈ। ਜੀ ਬਿਲਕੁਲ, ਬਹੁਤ ਅੱਛਾ ਕੁਐਸਚਨ ਪੁੱਛਿਆ ਹੈ। ਦੇਖੋ ਵਿਦਿਨ ਕੈਨੇਡਾ ਜਿਹੜਾ ਐਕਸਟੈਂਸ਼ਨ ਦੀ ਅਸੀਂ ਗੱਲ ਕਰਦੇ ਹਾਂ ਉਹ ਕਿਸੇ ਨਾ ਕਿਸੇ ਹੱਦ ਤੱਕ, ਬਿਕੋਜ਼ ਦੇਖੋ ਇਹ ਸਪਾਊਸ ਓਪਨ ਵਰਕ ਪਰਮਿਟ ਹੈ, ਸੋ ਇਟ ਇਜ਼ ਇੰਟਾਇਰਲੀ ਡਿਪੈਂਡੈਂਟ ਅਪਾਨ ਜਿਹੜਾ ਕੈਨੇਡਾ 'ਚ ਸਪਾਊਸ ਹੈ। ਸੋ ਸਪਾਊਸ ਜਦੋਂ ਤੱਕ ਉੱਥੇ ਸਟੱਡੀ ਖਤਮ ਹੋਣ ਤੋਂ ਬਾਅਦ ਨੌਕ ਬੀ ਦੀ ਇੰਪਲੋਇਮੈਂਟ 'ਚ ਨਹੀਂ ਆਪਣੀ ਸਟਾਰਟ ਕਰੇਗਾ, ਉਹਦੇ ਕੋਲ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਆਏਗਾ, ਉਦੋਂ ਤੱਕ ਅਸੀਂ ਇਹਨਾਂ ਦੀ ਐਪਲੀਕੇਸ਼ਨ ਨੂੰ ਅਸੀਂ ਐਕਸਟੈਂਡ ਨਹੀਂ, ਇਹਨਾਂ ਦੇ ਸਟੇਟਸ ਨੂੰ ਅਸੀਂ ਐਕਸਟੈਂਡ ਨਹੀਂ ਕਰਾ ਸਕਦੇ। ਸੋ ਸਪਾਊਸ ਨੂੰ ਬਹੁਤ ਧਿਆਨ ਰੱਖਣਾ ਪੈਣਾ ਹੈ ਕਿ ਉੱਥੇ ਉਹ ਕਿਹੜੀ ਜੌਬ ਕਰ ਰਹੇ ਨੇ, ਬਿਕੋਜ਼ ਬਹੁਤ ਸਾਰੇ ਐਪਲੀਕੈਂਟ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਨੌਕ ਕਿਹੜੀ ਕੈਟਾਗਰੀ 'ਚ ਜੌਬ ਕਰ ਰਹੇ ਆ। ਉਹ ਨੌਕ C ਕੈਟਾਗਰੀ 'ਚ ਜੌਬ ਕਰਦੇ ਰਹਿੰਦੇ ਆ ਤੇ ਬਟ ਬਾਅਦ 'ਚ ਪਤਾ ਲੱਗਦਾ ਹੈ ਕਿ ਇਹ ਕੈਟਾਗਰੀ ਐਲੀਜੀਬਲ ਹੀ ਨਹੀਂ ਹੈਗੀ ਫਾਈਲ ਕਰਨ ਵਾਸਤੇ। ਅੱਛਾ, ਸੋ ਹੁਣ ਆਪਾਂ ਨਵਦੀਪ ਨੂੰ ਕਹਿ ਦਿੰਦੇ ਆ ਕਿ ਤੁਹਾਨੂੰ ਇੱਕ ਵਾਰ ਫਿਰ ਤੋਂ ਜਿਹੜਾ ਉਹ ਆਪਣਾ ਜਿਹੜਾ ਵੀਜ਼ਾ ਲੱਗਿਆ ਹੋਇਆ ਪਾਸਪੋਰਟ ਦਿਖਾ ਦੇਣ, ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਉਹ ਕਲਾਇੰਟ ਨੇ ਜਿਹੜੇ ਜਿਨ੍ਹਾਂ ਨੇ ਦਾ ਲਾਂਚ ਇਮੀਗ੍ਰੇਸ਼ਨ ਦੀ ਜੇ ਗੱਲ ਕਰੀਏ, ਜੇ ਇੱਥੋਂ ਜਿਨ੍ਹਾਂ ਨੇ ਵੀਜ਼ਾਸ ਲਗਵਾਏ ਨੇ, ਜੇ ਉਹ ਕਲਾਇੰਟ ਇੱਥੇ ਹੈਗੇ ਨੇ ਤਾਂ ਉਸ ਦੇ ਨਾਲ ਤੁਹਾਡਾ ਵੀ ਜਿਹੜਾ ਯਕੀਨ ਹੈ ਉਹ ਬਣਦਾ, ਕਿਉਂਕਿ ਕਹਿ ਤਾਂ ਬਹੁਤ ਸਾਰੇ ਲੋਕ ਇਹ ਦਿੰਦੇ ਨੇ ਕਿ ਅਸੀਂ ਵੀਜ਼ਾ ਲਗਵਾ ਕੇ ਦਿੰਦੇ ਹਾਂ। ਅੱਜ ਕੱਲ੍ਹ ਜਲੰਧਰ, ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਲੋਕ ਇਮੀਗ੍ਰੇਸ਼ਨ ਆਫਿਸ ਖੋਲ੍ਹ ਕੇ ਬੈਠੇ ਨੇ, ਬਟ ਵੀਜ਼ਾ ਹਰ ਕੋਈ ਨਹੀਂ ਲਗਵਾ ਕੇ ਦਿੰਦਾ ਹੈਗਾ। ਜੇ ਆਪਾਂ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਲਾਂਚ ਦੀ, ਤਾਂ ਇਹਨਾਂ ਦੇ ਵੱਲੋਂ ਜੋ ਵੀਜ਼ਾ ਲਗਵਾਏ ਜਾਂਦੇ ਨੇ ਉਹ ਇਹਨਾਂ ਦੇ ਵੱਲੋਂ ਦਿਖਾਏ ਵੀ ਜਾਂਦੇ ਨੇ। ਸੋ ਨਵਦੀਪ, ਤੁਸੀਂ ਵੀ ਆਪਣਾ ਜਿਹੜਾ ਪਾਸਪੋਰਟ ਇੱਕ ਵਾਰ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ। ਨਵਦੀਪ, ਬਹੁਤ-ਬਹੁਤ ਤੁਹਾਨੂੰ ਕੰਗ੍ਰੈਚੁਲੇਸ਼ਨਸ ਕਿ ਤੁਹਾਨੂੰ ਜਿਹੜਾ ਆਪਣਾ ਵੀਜ਼ਾ ਉਹ ਮਿਲ ਚੁੱਕਿਆ ਹੈ। ਤੇ ਇਸ ਦੇ ਨਾਲ ਹੀ ਆਪਾਂ ਹੁਣ ਨੈਕਸਟ ਕਲਾਇੰਟ ਦੇ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਜਿਹੜਾ ਵੀਜ਼ਾ ਉਹ ਲੈ ਕੇ ਦਿੱਤਾ ਗਿਆ। ਸੋ ਨੈਕਸਟ ਕਲਾਇੰਟ ਸਾਡੇ ਨਾਲ ਜੁੜ ਚੁੱਕੇ ਨੇ ਜਿਨ੍ਹਾਂ ਦਾ ਵੀਜ਼ਾ ਲੱਗ ਚੁੱਕਾ ਹੈ ਕੈਨੇਡਾ ਦਾ, ਤੇ ਉਹਨਾਂ ਦਾ ਨਾਮ ਹੈ ਕਮਲਜੀਤ ਸਿੰਘ। ਕਮਲਜੀਤ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਇਸ ਵਕਤ ਮਿਲ ਚੁੱਕਾ ਹੈ। ਤੇ ਕਦੋਂ ਅਪਲਾਈ ਕੀਤਾ ਸੀ ਤੁਸੀਂ ਇੱਥੇ? ਮੇਰੀ ਵਾਈਫ ਗਈ ਸੀ ਪਹਿਲਾਂ, ਤੇ ਉਸ ਤੋਂ ਬਾਅਦ ਮੇਰੀ ਫਾਈਲ ਲੱਗੀ ਸੀਗੀ 21 ਅਕਤੂਬਰ ਦੀ ਲੱਗੀ ਹੋਈ ਮੇਰੀ ਫਾਈਲ, ਤੇ ਜਦੋਂ ਮੇਰਾ ਵੀਜ਼ਾ ਆ ਚੁੱਕਾ ਹੈ, ਰਿਕੁਐਸਟ ਆ ਗਈ, ਸਟੈਂਪ ਹੋ ਕੇ ਵੀਜ਼ਾ ਆ ਗਿਆ ਮੇਰਾ। ਹਾਂਜੀ। ਕਿੰਨਾ ਟਾਈਮ ਲੱਗ ਗਿਆ ਤੁਹਾਡਾ ਵੀਜ਼ਾ ਆਉਣ? 4 ਕੁ ਮਹੀਨੇ ਲੱਗ ਗਏ। 4 ਮੰਥ ਲੱਗ ਗਏ। ਤੇ ਕਿਵੇਂ ਇਹਨਾਂ ਨੇ ਤੁਹਾਨੂੰ ਗਾਈਡ ਕੀਤਾ? ਬਹੁਤ ਵਧੀਆ ਗਾਈਡ ਕੀਤਾ ਜੀ ਮੈਨੂੰ, ਤੇ ਬਸ ਕੁਝ ਜ਼ਿਆਦਾ ਚੱਕਰ ਤਾਂ ਨਹੀਂ ਕੱਟਣੇ ਪਏ? ਨਹੀਂ ਜੀ। ਤੇ ਅਗਰ ਤੁਹਾਨੂੰ, ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਬਹੁਤ ਵਧੀਆ ਗਾਈਡ ਕੀਤਾ, ਨਾ ਹੀ ਜ਼ਿਆਦਾ ਚੱਕਰ ਕੱਟਣੇ ਪਏ, ਹੋਰ ਕਿਸੇ ਨੂੰ ਰეკਮੈਂਡ ਕਰਨਾ ਚਾਹੋਗੇ ਕਿ ਹਾਂ ਤੁਸੀਂ ਵੀ ਇੱਥੇ ਆ ਕੇ ਆਪਣਾ ਵੀਜ਼ਾ ਲਗਵਾ ਸਕਦੇ ਹੋ? ਕਰਾਂਗੇ ਜੀ, ਜ਼ਰੂਰ ਕਰਾਂਗੇ। ਬਾਕੀ ਮੇਰੇ ਫਰੈਂਡ ਕਾਫੀ ਹੈਗੇ, ਮੇਰੇ ਫੈਮਿਲੀ 'ਚ ਹੈਗੇ, ਉਹਨਾਂ ਦਾ ਵੀਜ਼ਾ ਜ਼ਰੂਰ ਇੱਥੋਂ ਹੀ ਲਵਾਵਾਂਗੇ ਜੀ। ਹਾਂਜੀ। ਤੇ ਇੱਕ ਵਾਰੀ ਆਪਣਾ ਪਾਸਪੋਰਟ ਜਿਹੜਾ ਉਹ ਦਿਖਾ ਦਿਓ ਦਰਸ਼ਕਾਂ ਨੂੰ। ਅੱਛਾ, ਤੇ ਆਪਾਂ ਦੇਖ ਸਕਦੇ ਹਾਂ ਸਰ ਜਿਹੜਾ ਪਾਸਪੋਰਟ ਹੁੰਦਾ, ਚਲੋ ਉਹ ਤਾਂ ਇੱਕ ਹੁੰਦਾ, ਪਰ ਕਮਲ ਜੀ 2 ਪਾਸਪੋਰਟ ਕਿਉਂ ਦਿਖਾ ਰਹੇ ਨੇ?
ਕਮਲ ਜੀ 2 ਪਾਸਪੋਰਟ ਇਸ ਕਰਕੇ ਦਿਖਾ ਰਹੇ ਆ ਬਿਕੋਜ਼ ਇਹਨਾਂ ਦਾ ਦੇਖੋ ਓਪਨ ਵਰਕਮੈਂਟ ਲੱਗਿਆ ਜੀ। ਹੈ ਤੇ ਨਾਲ ਇਹਨਾਂ ਦੀ ਬੇਟੀ ਸੀਗੀ 2 ਸਾਲ ਅੱਛਾ ਦੀ, ਜੀ। ਸੋ ਉਹਨਾਂ ਦਾ ਵਿਜ਼ਟਰ ਵੀਜ਼ਾ ਨਾਲ ਅਸੀਂ ਅਪਰੂਵ ਕਰਾ ਕੇ ਦਿੱਤਾ ਹੈਗਾ। ਬਟ ਜੇ ਆਪਾਂ ਗੱਲ ਕਰੀਏ, ਤੁਸੀਂ ਕਿਹਾ ਕਿ ਬੇਟੀ ਦਾ ਜਿਹੜਾ ਵੀਜ਼ਾ ਉਹ ਵਿਜ਼ਿਟਰ ਵੀਜ਼ਾ ਅਪਰੂਵ ਕਰਵਾ ਕੇ ਦਿੱਤਾ, ਬਟ ਇਸ ਤਰ੍ਹਾਂ ਬੇਟੀ ਦਾ ਵੀਜ਼ਾ ਸਪਾਊਸ ਦੇ ਨਾਲ ਲੱਗ ਸਕਦਾ? ਜੀ ਬਿਲਕੁਲ, ਇਮੀਗ੍ਰੇਸ਼ਨ ਰੂਲਸ ਦੇ ਅੰਦਰ ਪ੍ਰੋਪਰਲੀ ਇਹਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ ਕਿ ਜੇ ਤੁਹਾਡੇ ਬੱਚੇ ਤੁਹਾਡੇ ਨਾਲ ਅਪਲਾਈ ਹੈਗੇ ਆ ਫੈਮਿਲੀ 'ਚ ਤੇ ਡੈਫੀਨਿਟਲੀ ਉਹ ਆਪਣੇ ਪੇਰੈਂਟ ਨਾਲ ਆਪਣਾ ਜਾਂ ਤਾਂ ਸਟੱਡੀ ਵੀਜ਼ਾ ਤੇ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਨੇ। ਸੋ ਇਹ ਡਿਪੈਂਡ ਕਰਦਾ ਹੈ ਤੁਹਾਡੇ ਕੰਸਲਟੈਂਟ ਦੀ ਸਮਝਦਾਰੀ ਦੇ ਉੱਪਰ ਕਿ ਉਹ ਕਿਹੜੀ ਐਪਲੀਕੇਸ਼ਨ ਚੂਜ਼ ਕਰਦਾ ਹੈ। ਬਿਕੋਜ਼ ਸਾਡੇ ਹਿਸਾਬ ਨਾਲ ਸਾਡੇ ਜੇ ਅਸੀਂ ਇਮੀਗ੍ਰੇਸ਼ਨ ਲਾਅ ਦੀ ਗੱਲ ਕਰੀਏ ਸੋ 'ਚ ਪ੍ਰੋਪਰਲੀ ਮੈਂਸ਼ਨ ਹੈਗਾ ਕਿ ਜੇ ਬੱਚੇ ਦੀ ਏਜ 5 ਸਾਲ ਤੋਂ ਜ਼ਿਆਦਾ ਹੈ ਸੋ ਉਹਦਾ ਅਸੀਂ ਸਟੱਡੀ ਪਰਮਿਟ ਹੀ ਅਪਲਾਈ ਕਰਨਾ ਹੈ। ਬਿਕੋਜ਼ ਕੈਨੇਡਾ 'ਚ ਜਿਹੜੀ ਸਟੱਡੀ ਦੀ ਏਜ ਹੈ ਸਕੂਲਿੰਗ ਦੀ ਉਹ 5 ਸਾਲ ਤੋਂ ਬਾਅਦ ਸਟਾਰਟ ਹੁੰਦੀ ਹੈ, ਜਿਹੜਾ ਉੱਥੇ ਸਕੂਲਿੰਗ ਹੈ। ਜੇ ਬੱਚੇ ਦੀ ਏਜ 5 ਸਾਲ ਤੋਂ ਘੱਟ ਹੈ ਸੋ ਹਮੇਸ਼ਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਜੇ ਲੋਕੀ ਇਸ ਤੋਂ ਕੰਟਰੀ ਚੱਲਦੇ ਆ, ਉਲਟਾ ਚੱਲਦੇ ਆ, ਡੈਫੀਨਿਟਲੀ ਰਿਫਿਊਜ਼ਲ ਆ ਸਕਦੀ ਹੈਗੀ ਹੈ। ਜਿਵੇਂ ਹੁਣ ਤੁਸੀਂ ਇਹਨਾਂ ਦਾ ਦੱਸਿਆ ਕਿ ਜਿਹੜਾ ਇਹਨਾਂ ਦੀ ਬੇਟੀ ਹੈ 2 ਸਾਲ ਦੀ, ਉਹਨਾਂ ਦਾ ਵੀ ਨਾਲ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਦਿੱਤਾ, ਸੋ ਰਾਹ ਬਹੁਤ ਹੁੰਦੇ ਨੇ, ਹੈ ਨਾ। ਬਟ ਇਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਲਾਈਨ ਕ੍ਰੀਏਸ਼ਨ ਲੈਟਰ ਦੀ, ਉਸ ਦੇ ਬਾਰੇ ਵੀ ਥੋੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ ਅੱਜ ਕੱਲ ਜਿਹੜਾ ਲਾਈਨ ਕ੍ਰੀਏਸ਼ਨ ਲੈਟਰ ਐਂਡ ਮਾਸ ਲੈਟਰ ਦਾ ਬਹੁਤ ਐਕਚੁਅਲੀ ਬਹੁਤ ਰਿਊਮਰਸ ਚੱਲ ਰਹੇ ਨੇ ਕਿ ਐਗਜ਼ੈਕਟਲੀ ਕੀ ਹੈ, ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ। ਸੋ ਇਮੀਗ੍ਰੇਸ਼ਨ ਨੇ ਰੀਸੈਂਟਲੀ ਕੁਝ ਪ੍ਰੋਫਾਈਲਸ ਦੇ ਅੰਦਰ ਉਹਨਾਂ ਨੇ ਮਾਸ ਜਿਹੜੀਆਂ ਓਪਨ ਵਰਕਮੈਂਟ ਦੀ ਜਿਹੜੀ ਲੈਟਰ ਪਾਣੀ ਸ਼ੁਰੂ ਕਰਤੀ ਹੈ। ਸੋ ਇਨ ਕੇਸ ਤੁਹਾਨੂੰ ਵੀ ਜੇ ਇਦਾਂ ਦੀ ਕੋਈ ਲੈਟਰ ਮਿਲੀ ਹੈ ਤਾਂ ਉਹਨੂੰ ਪ੍ਰੋਪਰਲੀ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈਗਾ ਕਿ ਉਹ ਡਾਕੂਮੈਂਟ ਕੀ ਸਬਮਿਟ ਕਰਨਾ ਹੈ। ਸੋ ਇਮੀਗ੍ਰੇਸ਼ਨ ਨੇ ਰਾਦਰ ਦੈਨ ਕਿ ਇਕੱਲੇ ਪ੍ਰੋਫਾਈਲ ਨੂੰ ਸੈਪਰੇਟ ਲੈਟਰਸ ਡਿਮਾਂਡ ਕਰਨ ਦੀ, ਡਾਕੂਮੈਂਟ ਡਿਮਾਂਡ ਕਰਨ ਦੀ ਬਜਾਏ ਉਹਨਾਂ ਨੇ ਇੱਕ ਲੈਟਰ ਡਰਾਫਟ ਕਰਕੇ ਭੇਜਤੀ ਹੈ ਜਿਹਦੇ ਅੰਦਰ ਕਿ ਤੁਹਾਡਾ ਜੇ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਸੋ ਤੁਹਾਨੂੰ ਉਹਦੇ ਸਟੱਡੀ ਦੇ ਰਿਲੇਟਡ ਉਹਦੀ ਐਨਰੋਲਮੈਂਟ ਲੈਟਰ, ਉਹਦੀ ਟ੍ਰਾਂਸਕ੍ਰਿਪਟ ਸਬਮਿਟ ਕਰਨੀ ਹੈ। ਜੇ ਤੁਹਾਡਾ ਸਪਾਊਸ ਕੈਨੇਡਾ 'ਚ ਵਰਕ ਪਰਮਿਟ ਤੇ ਹੈ ਤੇ ਤੁਹਾਨੂੰ ਉਹਦੀ ਨੌਕਰੀ ਦੀ ਇੰਪਲੋਇਮੈਂਟ ਲੈਟਰ, ਉਹਦੀਆਂ ਪੇ ਸਟਬਸ, ਉਹਦੇ ਬੈਂਕ ਦੇ ਡਾਕੂਮੈਂਟ ਜਿਹੜੇ ਹੈਗੇ ਆ, ਅਕਾਊਂਟ ਸਟੇਟਮੈਂਟ, ਉਹ ਸਬਮਿਟ ਕਰਨੀ ਹੈ। ਸੋ ਉਸ ਤੋਂ ਬਾਅਦ ਜਿਹੜੀ ਲਾਈਨ ਕ੍ਰੀਏਸ਼ਨ ਲੈਟਰ ਦੀ ਗੱਲ ਹੈ, ਜਦੋਂ ਵੀ ਅਸੀਂ ਕੋਈ ਐਡੀਸ਼ਨਲ ਡਾਕੂਮੈਂਟ ਇਮੀਗ੍ਰੇਸ਼ਨ ਨੂੰ ਪੇਸ਼ ਕਰ ਰਹੇ ਹਾਂ, ਸਬਮਿਟ ਕਰ ਰਹੇ ਹਾਂ ਥਰੂ ਵੈਬ ਫਾਰਮ, ਸੋ ਉਸ ਕੇਸ 'ਤੇ ਸਾਨੂੰ ਲਾਈਨ ਕ੍ਰੀਏਸ਼ਨ ਲੈਟਰ ਰਿਸੀਵ ਹੁੰਦੀ ਹੈ। ਤੇ ਸਾਡੇ ਐਕਸਪੀਰੀਅੰਸ ਦੇ ਮੁਤਾਬਕ ਜੇ ਕਿਸੇ ਨੂੰ ਲਾਈਨ ਕ੍ਰੀਏਸ਼ਨ ਲੈਟਰ ਆਈ ਹੈ ਸੋ ਉਸ ਤੋਂ ਬਾਅਦ ਡਿਸੀਜਨ ਬਹੁਤ ਜਲਦੀ ਆ ਜਾਂਦਾ ਹੈ। ਸੋ ਧਿਆਨ ਨਾਲ ਜਿਹੜੇ ਲਾਈਨ ਕ੍ਰੀਏਸ਼ਨ ਲੈਟਰ ਦੇ ਜਿਹੜੇ ਡਾਕੂਮੈਂਟਸ ਹੈਗੇ ਆ ਉਹਨਾਂ ਨੂੰ ਬਹੁਤ ਹੀ ਕੇਅਰਫੁਲੀ ਸਬਮਿਟ ਕਰੋ ਤਾਂ ਕਿ ਤੁਹਾਡੀ ਐਪਲੀਕੇਸ਼ਨ ਵਿਦਆਊਟ ਡਿਲੇ ਫਾਈਨਲਾਈਜ਼ ਹੋ ਜਾਏ। ਤੇ ਜੇ ਹੁਣ ਆਪਾਂ ਦ ਇਮੀਗ੍ਰੇਸ਼ਨ ਲਾਂਚ ਦੀ ਗੱਲ ਕਰੀਏ ਤੇ ਇਹਨਾਂ ਦੇ ਵੱਲੋਂ ਬਹੁਤ ਸਾਰੇ ਵੀਜ਼ਾ ਇਸ ਵਕਤ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਸਪਾਊਸ ਐਂਡ ਓਪਨ ਵਰਕ ਪਰਮਿਟ ਲਗਵਾ ਕੇ ਦਿੱਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਸਨ ਕਮਲਜੀਤ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਕੰਗ੍ਰੈਚੁਲੇਸ਼ਨਸ ਕਿ ਤੁਹਾਡਾ ਵੀਜ਼ਾ ਲੱਗ ਚੁੱਕਿਆ ਹੈ। ਔਰ ਇਸ ਦੇ ਨਾਲ ਹੀ ਕਮਲਜੀਤ ਨੂੰ ਉਹਨਾਂ ਦੇ ਫਿਊਚਰ ਦੇ ਲਈ ਬੈਸਟ ਵਿਸ਼ੇਸ ਦਿੰਦੇ ਹੋਏ ਆਪਾਂ ਅਗਲੇ ਕਲਾਇੰਟ ਦੇ ਨਾਲ ਮਿਲਦੇ ਹਾਂ। ਬਿਲਕੁਲ ਇੱਕ ਹੋਰ ਕਲਾਇੰਟ ਹੈ ਜੀ ਜਿਨ੍ਹਾਂ ਦਾ ਵੀਜ਼ਾ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਹੀ ਲੱਗਾ ਹੈ ਤੇ ਹੁਣ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਾਡਾ ਨੈਕਸਟ ਕਲਾਇੰਟ ਜੁੜੇ ਨੇ ਗੁਰਸ਼ਿੰਦਰ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਸ਼ਿੰਦਰ, ਸਭ ਤੋਂ ਪਹਿਲਾਂ ਬਹੁਤ ਸਵਾਗਤ ਔਰ ਮੁਬਾਰਕਾਂ ਕਿ ਤੁਹਾਡਾ ਵੀਜ਼ਾ ਆ ਚੁੱਕਿਆ। ਕਿਵੇਂ ਦਾ ਫੀਲ ਹੋ ਰਿਹਾ? ਬਹੁਤ ਵਧੀਆ ਫੀਲ ਹੋ ਰਿਹਾ ਮੈਮ। ਮੈਂ ਆਪਣੀ ਫਾਈਲ ਦਾ 8 ਅਕਤੂਬਰ ਨੂੰ ਇੱਥੋਂ ਅਪਲਾਈ ਕੀਤੀ ਸੀ 2020 ਨੂੰ। ਅੱਛਾ। ਤੇ ਫਸਟ ਟਾਈਮ ਮੈਂ ਜਦੋਂ ਵਿਜ਼ਿਟ ਕੀਤਾ ਸਰ ਨੇ ਮੈਨੂੰ ਕਿਹਾ ਕਿ ਮੇਰਾ ਸਟੱਡੀ ਵੀਜ਼ਾ ਰਿਫਿਊਜ਼ਲ ਸੀ ਤੇ ਸਰ ਨੇ ਮੈਨੂੰ ਕਿਹਾ ਕਿ ਤੁਹਾਡਾ ਵੀਜ਼ਾ ਜ਼ਰੂਰ ਲੱਗੂਗਾ। ਤੇ ਉਸ ਤੋਂ ਬਾਅਦ ਮੈਂ ਫਿਰ ਸਰ ਨੇ ਮੈਨੂੰ ਦੱਸਿਆ ਕਿ ਇਹ ਡਾਕੂਮੈਂਟੇਸ਼ਨ ਦੀ ਜ਼ਰੂਰਤ ਆ। ਮੈਂ ਪਹਿਲਾਂ ਵੀ ਰਿਸਰਚ ਵਰਕ ਕਰਕੇ ਡਾਕੂਮੈਂਟੇਸ਼ਨ ਇਕੱਠੇ ਕੀਤੇ, ਮੈਂ ਇਹਨਾਂ ਨੂੰ ਪੈਨ ਡਰਾਈਵ ਤੇ ਆਪਣੇ ਡਾਕੂਮੈਂਟਸ ਦੇ ਗਿਆ ਸੀਗਾ। ਤੇ ਉਸ ਤੋਂ ਬਾਅਦ ਅਸੀਂ ਸਰ ਨੇ ਮੈਨੂੰ ਗਾਈਡਲਾਈਨ ਦਿੱਤੀਆਂ, ਜੋ ਵੀ ਪੇਮੈਂਟਸ ਵਗੈਰਾ ਜਾਂ ਕੁਝ ਵੀ ਇਹਨਾਂ ਨੂੰ ਡਾਕੂਮੈਂਟ ਚਾਹੀਦੇ ਸੀ ਬਾਈ ਈਮੇਲ ਇਹਨਾਂ ਨੂੰ ਪ੍ਰੋਵਾਈਡ ਕੀਤੇ। ਤੇ 8 ਅਕਤੂਬਰ 2020 ਨੂੰ ਮੇਰਾ ਇਹਨਾਂ ਨੇ ਕੇਸ ਲੌਂਚ ਕੀਤਾ ਤੇ 23 ਜੂਨ 2022 ਨੂੰ ਜਾ ਕੇ ਮੇਰਾ ਵੀਜ਼ਾ PPR ਆ ਗਈ ਸੀ। ਤੁਸੀਂ ਕਿਹਾ ਕਿ ਆਲਮੋਸਟ 2 ਹੀ ਸਾਲ ਹੋ ਚੱਲੇ ਨੇ, ਹੈ ਨਾ, ਕਿ 2020 ਦੇ ਵਿੱਚ ਅਕਤੂਬਰ 2020 ਵਿੱਚ ਤੁਸੀਂ ਫਾਈਲ ਲਾਈ ਤੇ ਹੁਣ ਜਾ ਕੇ ਤੁਹਾਡਾ ਜਿਹੜਾ ਵੀਜ਼ਾ ਉਹ ਆਇਆ। ਤੇ ਇਹ ਜਿਹੜਾ ਟਾਈਮ ਪੀਰੀਅਡ ਹੁੰਦਾ ਐਡਾ ਲੰਬਾ ਸੀਗਾ ਤੁਹਾਡਾ, ਤੇ ਇਹਦੇ ਵਿੱਚ ਸਬਰ ਨਹੀਂ ਟੁੱਟਿਆ? ਇਹ ਨਹੀਂ ਲੱਗਾ ਕਿ ਨਹੀਂ ਮੈਂ ਇੱਥੇ ਫਸ ਗਿਆ ਜਾਂ ਫਿਰ ਮੈਨੂੰ ਕਿਤੇ ਹੋਰ ਜਾਣਾ ਚਾਹੀਦਾ, ਹੁਣ ਨਹੀਂ ਇੱਥੇ ਹੋ ਰਿਹਾ ਮੈਨੂੰ? ਪੇਸ਼ੈਂਸ ਮੈਡਮ ਜਿਹੜੀ ਹੈਗੀ ਆ ਨਾ, ਉਹ ਜਿਹੜੀ ਆ ਰੱਖਣੀ ਪੈਂਦੀ ਆ ਕਦੀ ਵੀ ਕਿਸੇ ਵੀ ਕੇਸ ਦੇ ਵਿੱਚ। ਪੇਸ਼ੈਂਸ ਜਿਹੜੀ ਆ ਜ਼ਰੂਰੀ ਆ, ਕਿਉਂਕਿ ਪੇਸ਼ੈਂਸ ਜਦੋਂ ਆਪਾਂ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੈ। ਤੇ ਮੈਨੂੰ ਆ ਮੇਰਾ ਵੀਜ਼ਾ ਹੈ ਜੀ, ਮੈਨੂੰ ਫਲ ਮਿੱਠਾ ਹੀ ਮਿਲਿਆ, ਠੀਕ ਹੈ ਜੀ। ਤੇ ਇਸ ਕਰਕੇ ਹੁਣ ਟਾਈਮ ਭੁੱਲ ਜਾਂਦਾ ਜਦੋਂ ਫਿਰ ਵੀਜ਼ਾ ਆ ਜਾਏ। ਤੇ ਸਰ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸਟੱਡੀ ਵੀਜ਼ਾ ਜਿਹੜਾ ਉਹ ਵੀ ਰਿਫਿਊਜ਼ਲ ਲੱਗੀ ਸੀਗੀ, ਬਟ ਮਲਟੀਪਲ ਰਿਫਿਊਜ਼ਲਸ ਲੱਗਣ ਤੋਂ ਬਾਅਦ ਕਿਵੇਂ ਮਤਲਬ ਕਿ ਪੋਸੀਬਲ ਹੁੰਦਾ ਕਿ ਵੀਜ਼ਾ ਜਿਹੜਾ ਆ ਉਹ ਆ ਜਾਵੇ ਔਰ ਉਹਦੇ ਵਿੱਚ ਕੋਈ ਪ੍ਰੋਬਲਮ ਵੀ ਨਾ? ਦੇਖੋ ਕਈ ਕੇਸ ਇਹੋ ਜਿਹੇ ਹੁੰਦੇ ਨੇ ਚੈਲੰਜਿੰਗ ਭਰੇ ਹੁੰਦੇ ਨੇ ਕਿ ਉਹਨਾਂ ਦੀ ਪਾਸਟ ਹਿਸਟਰੀ ਹੁੰਦੀ ਹੈ ਇਮੀਗ੍ਰੇਸ਼ਨ, ਜੇ ਕਿਸੇ ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੁੰਦਾ ਹੈ, ਕਿਸੇ ਦਾ ਸਟੱਡੀ ਵੀਜ਼ਾ ਰਿਫਿਊਜ਼ ਹੁੰਦਾ ਹੈ। ਸੋ ਸਾਡੀ ਕੋਸ਼ਿਸ਼ ਐਜ਼ ਅ ਕੰਸਲਟੈਂਟ ਇਹੀ ਹੁੰਦੀ ਹੈ ਕਿ ਅਸੀਂ ਰੈਲੇਵੈਂਟ ਜਿਹੜੇ ਪਾਸਟ ਰਿਫਿਊਜ਼ਲ ਨੇ, ਪਹਿਲੀ ਗੱਲ ਤਾਂ ਕਦੀ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਕਿ ਅਸੀਂ ਪਾਸਟ ਰਿਫਿਊਜ਼ਲ ਨੂੰ ਹਾਈਡ ਕਰੀਏ। ਸੋ ਇਮੀਗ੍ਰੇਸ਼ਨ ਦੀ ਫਾਈਲ ਦੇ ਅੰਦਰ ਕਦੀ ਵੀ ਅਸੀਂ ਕਿਸੇ ਪਾਸਟ ਰਿਫਿਊਜ਼ਲ ਨੂੰ ਹਾਈਡ ਕਰਕੇ ਨਹੀਂ ਚੱਲਣਾ, ਇਹ ਸਾਰਿਆਂ ਨੂੰ ਮੈਂ ਦਰਖਾਸਤ ਕਰਦਾ।
ਤੇ ਉਸ ਤੋਂ ਬਾਅਦ ਜਿਹੜੀ ਪਾਸ ਰਿਫਿਊਜ਼ਲ ਹੈ ਕਦੇ ਵੀ ਇੰਪੈਕਟ ਨਹੀਂ ਕਰਦੀ, ਕਿਉਂਕਿ ਉਸ ਵੇਲੇ ਦੇ ਜਿਹੜੇ ਸਰਕਮਸਟੈਂਸਸ ਸੀਗੇ, ਐਪਲੀਕੇਸ਼ਨ ਦੀ ਜਿਹੜੀ ਇੰਟੈਂਸ਼ਨ ਸੀਗੀ ਉਹ ਡਿਫਰੈਂਟ ਸੀਗੀ। ਹੁਣ ਜਿਵੇਂ ਇਹਨਾਂ ਦੀ ਸਟੱਡੀ ਪਰਮਿਟ ਦੀ ਰਿਫਿਊਜ਼ਲ ਸੀਗੀ ਪਾਸ ਦੀ, ਬਟ ਹੁਣ ਇਸ ਟਾਈਮ ਇਹ ਅਪਲਾਈ ਕਰ ਰਹੇ ਓਪਨ ਵਰਕ ਪਰਮਿਟ ਵਾਸਤੇ। ਸੋ ਟੋਟਲੀ ਜਿਹੜਾ ਕੇਸ ਸਿਨੈਰੀਓ ਡਿਫਰੈਂਟ ਹੈ। ਤੁਸੀਂ ਡੈਫੀਨਿਟਲੀ ਚੀਜ਼ ਮੈਂਸ਼ਨ ਕਰਦੇ ਹਾਂ ਕਿ ਕਲਾਇੰਟ ਨੂੰ ਪੁਰਾਣੀ ਰਿਫਿਊਜ਼ਲ ਦੀ ਕਦੇ ਵੀ ਸਜ਼ਾ ਨਹੀਂ ਮਿਲਣੀ ਚਾਹੀਦੀ। ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਕਿਹਾ ਜੀ ਆਲਮੋਸਟ 2 ਸਾਲ ਹੋ ਚੱਲੇ ਆ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਚੱਲਦੇ ਤੇ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪਹਿਲਾਂ ਤਾਂ ਕਲਾਇੰਟ ਨਾਲ ਪੂਰੀ ਟਰਾਂਸਪੇਰੈਂਸੀ ਨਾਲ ਉਹਨੂੰ ਜੋ ਵੀ ਅਸੀਂ ਕਮਿਊਨੀਕੇਟ ਕਰ ਰਹੇ ਹਾਂ, ਅਪਡੇਟਸ ਆ ਰਹੇ ਹਾਂ, ਅਸੀਂ ਉਹਨੂੰ ਦਿੰਦੇ ਰਹੀਏ। ਨਾਲ ਦੀ ਨਾਲ ਇੱਕ ਚੰਗਾ ਕੰਸਲਟੈਂਟ ਦੇਖੋ ਇਹ ਹੁੰਦਾ ਹੈ ਕਿ ਜਿਹੜਾ ਕੇਸ ਦੇ ਰਿਲੇਟਿਡ ਜਿੰਨੇ ਵੀ ਅਪਡੇਟਸ ਨੇ ਉਹ ਇਮੀਗ੍ਰੇਸ਼ਨ ਤੱਕ ਪਹੁੰਚਾਉਂਦਾ ਰਹੇ ਤਾਂ ਕਿ ਕੇਸ ਨੂੰ ਨੈਗੇਟਿਵ ਇੰਪੈਕਟ ਨਾ ਹੋਵੇ। ਫੋਰ ਐਗਜ਼ਾਮਪਲ ਗੁਰਸ਼ਿੰਦਰ ਦੇ ਕੇਸ 'ਤੇ ਜਦੋਂ ਇਹਨਾਂ ਦੀ ਵਾਈਫ ਦੀ ਅਸੀਂ ਇਹਨਾਂ ਦੀ ਐਪਲੀਕੇਸ਼ਨ ਸਟਾਰਟ ਕੀਤੀ ਸੀਗੀ, ਵਾਈਫ ਇਹਨਾਂ ਦੇ ਸਟੱਡੀ ਪਰਮਿਟ 'ਤੇ ਸੀਗੇ, ਬਟ ਬਾਅਦ 'ਚੋਂ ਉਹਨਾਂ ਦਾ ਸਟੇਟਸ ਚੇਂਜ ਹੋ ਗਿਆ, ਸ਼ੀ ਕੇਮ ਔਨ ਵਰਕ ਪਰਮਿਟ। ਸੋ ਸਾਡੀ ਕੋਸ਼ਿਸ਼ ਇਹ ਸੀਗੀ ਕਿ ਜਿਹੜੇ ਵੀ ਉਹਨਾਂ ਦੇ ਸਟੇਟਸ ਚੇਂਜ ਦੇ ਰਿਲੇਟਿਡ ਡਾਕੂਮੈਂਟਸ ਨੇ, ਜਿਵੇਂ ਉਹਨਾਂ ਦਾ ਵਰਕ ਪਰਮਿਟ ਹੈ, ਉਹਨਾਂ ਦੀ ਇੰਪਲੋਇਮੈਂਟ ਲੈਟਰ ਹੈਗੀ ਆ, ਉਹਨਾਂ ਦੀ ਪੇ ਸਟਬਸ ਹੈਗੀਆਂ, ਉਹ ਅਸੀਂ ਇਮੀਗ੍ਰੇਸ਼ਨ ਨੂੰ ਅਸੀਂ ਕੋਰਸਪੋਂਡ ਕਰਦੇ ਰਹੇ, ਉਹਨਾਂ ਤੱਕ ਇਹਨਾਂ ਦੇ ਸਟੇਟਸ ਜਿਹੜੇ ਅਪਡੇਟ ਸੀਗੇ ਉਹ ਪਹੁੰਚਾਉਂਦੇ ਰਹੇ ਤੇ ਰਿਜ਼ਲਟ ਉਹਦਾ ਇਹੀ ਹੈ ਕਿ ਇਹਨਾਂ ਨੂੰ ਜਿਹੜਾ ਵੀਜ਼ਾ ਸਕਸੈਸਫੁਲੀ ਮਿਲ ਗਿਆ ਅੱਜ। ਬਟ ਜਿਵੇਂ ਗੁਰਸ਼ਿੰਦਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀ ਸਟੱਡੀ ਵੀਜ਼ਾ ਰਿਫਿਊਜ਼ਲ ਸੀ, ਬਹੁਤ ਸਾਰੇ ਬੱਚਿਆਂ ਦੇ ਕੇਸ ਆਉਂਦੇ ਨੇ, ਬਟ ਇਹ ਜਿਹੜੇ ਸਟੱਡੀ ਵੀਜ਼ਾ ਰਿਫਿਊਜ਼ਲ ਹੁੰਦਾ ਇਹਦੇ ਚਾਂਸਸ ਹੀ ਕਿਉਂ ਬਣਦੇ ਨੇ? ਦੇਖੋ ਇਹ ਜਿਹੜੀ ਸਟੱਡੀ ਵੀਜ਼ਾ ਦੇ ਰਿਫਿਊਜ਼ਲ ਹੈ, ਬਹੁਤ ਸਾਰੇ ਇਹਦੇ ਰੀਜ਼ਨਸ ਹੈਗੇ ਆ। ਸਟੂਡੈਂਟ ਦਾ ਪ੍ਰੋਫਾਈਲ ਬਹੁਤ ਇੰਪੋਰਟੈਂਟ ਮੈਟਰ ਕਰਦਾ ਹੈ ਕਿ ਉਹ ਕਿਸ ਲੈਵਲ ਦੀ ਸਟੱਡੀ ਉਹਨੇ ਕੀਤੀ ਹੈ, ਕੀ ਉਹਦਾ ਪਾਸਟ 'ਚ ਕੋਈ ਵਰਕ ਐਕਸਪੀਰੀਅੰਸ ਹੈਗਾ, ਉਹਦੀ ਫਿਊਚਰ ਇੰਟੈਂਸ਼ਨਸ ਕੀ ਹੈਗੀਆਂ ਕੈਨੇਡਾ 'ਚ ਸਟੱਡੀ ਕਰਨ ਦੀ, ਉਹ ਕਿਹੜੇ ਪ੍ਰੋਗਰਾਮ 'ਚ ਜਾ ਰਿਹਾ ਹੈ। ਸੋ ਇਹ ਅੱਛੇ ਕੰਸਲਟੈਂਟ ਦੀ ਦੇਖੋ ਖਾਸੀਅਤ ਇਹ ਹੈ ਕਿ ਸਟੂਡੈਂਟ ਦੇ ਪ੍ਰੋਫਾਈਲ ਨੂੰ ਇੱਕ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕਰੇ, ਉਹਦੀ SOP ਜਿਹੜੀ ਹੈ ਸਟੂਡੈਂਟ ਦੀ ਉਹ ਸਟੱਡੀ ਵੀਜ਼ਾ 'ਚ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਜੇ ਸਹੀ ਤਰੀਕੇ ਨਾਲ ਕੋਰਿਲੇਸ਼ਨ ਨਾ ਬਣਾਇਆ ਜਾਏ ਤਾਂ ਡੈਫੀਨਿਟਲੀ ਸਟੱਡੀ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਤੇ ਗੁਰਸ਼ਿੰਦਰ ਜਿਵੇਂ ਤੁਸੀਂ ਪਹਿਲਾਂ ਇੱਥੇ ਆਏ ਤਾਂ ਕਿਵੇਂ ਦੀ ਗਾਈਡੈਂਸ ਮਿਲੀ ਤੁਹਾਨੂੰ ਇੱਥੋਂ? ਗਾਈਡੈਂਸ ਬਹੁਤ ਵਧੀਆ ਸੀਗੇ। ਮੇਰੇ ਕਿਸੇ ਰਿਲੇਟਿਵ ਨੇ ਮੈਨੂੰ ਲਵਕੇਸ਼ ਸਰ ਦਾ ਨੰਬਰ ਦਿੱਤਾ ਸੀ, ਇਹਨਾਂ ਨਾਲ ਪਹਿਲਾਂ ਮੈਂ ਫੋਨ ਤੇ ਗੱਲ ਕੀਤੀ, ਉਸ ਤੋਂ ਬਾਅਦ ਫਿਰ ਮੈਂ ਇੱਥੇ ਵਿਜ਼ਿਟ ਕੀਤਾ। ਲਵਕੇਸ਼ ਸਰ ਤਾਂ ਨਹੀਂ ਮਿਲੇ ਮੈਨੂੰ, ਜਤਿਨ ਸਰ ਤੇ ਗਾਇਤਰੀ ਮੈਡਮ ਮਿਲੇ, ਉਹਨਾਂ ਨੇ ਮੈਨੂੰ ਸਾਰਾ ਕੁਝ ਗਾਈਡ ਕੀਤਾ। ਤੇ ਉਹਦੇ ਤੋਂ ਬਾਅਦ ਮੇਰੇ ਨਾਲ ਕਈ ਵਾਰੀ ਮਜ਼ਾਕ ਹੋਇਆ, ਜਿੱਦਾਂ ਫਰਵਰੀ 21 ਦੇ ਵਿੱਚ ਮੇਰਾ ਨਾ ਮੈਡੀਕਲ ਰਿਕੁਐਸਟ ਆ ਗਈ ਸੀ ਤੇ ਮੈਡਮ ਨੇ ਤਾਂ ਮੈਨੂੰ ਕੰਗ੍ਰੈਚੁਲੇਸ਼ਨਸ ਵੀ ਕਹਿਤਾ ਕਿ ਤੁਹਾਡਾ 15 ਕੁ ਦਿਨ ਦੇ ਵਿੱਚ ਵੀਜ਼ਾ ਸ਼ਾਇਦ ਅਪਰੂਵ ਹੋ ਕੇ ਆ ਜਾਊਗਾ, ਬਟ ਨਹੀਂ ਆਇਆ। ਚਲੋ ਹੁਣ ਆ ਗਿਆ ਤੇ ਹੁਣ ਵੀ ਮੈਨੂੰ 2 ਵਾਰੀ ਡਾਕੂਮੈਂਟ ਰਿਕੁਐਸਟ ਆਈਆਂ, ਫਿਰ ਉਸ ਤੋਂ ਬਾਅਦ ਵੀਜ਼ਾ ਅਪਰੂਵ ਹੋਇਆ। ਬਟ ਫਾਈਨਲੀ ਜਿਹੜਾ ਤੁਹਾਡਾ ਵੀਜ਼ਾ ਉਹ ਇਹਨਾਂ ਨੇ ਲਗਵਾ ਕੇ ਦਿੱਤਾ ਤੁਹਾਨੂੰ। ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਕਿਸੇ ਤੁਹਾਡੇ ਫਰੈਂਡ ਨੇ ਰეკਮੈਂਡ ਕੀਤਾ ਤੇ ਹਨਾ ਇੱਥੇ ਤੁਹਾਨੂੰ ਵਧੀਆ ਗਾਈਡੈਂਸ ਵੀ ਮਿਲੀ, ਤਾਂ ਅੱਗੇ ਜਾ ਕੇ ਤੁਸੀਂ ਵੀ ਆਪਣੇ ਫਰੈਂਡਸ ਨੂੰ ਇਹਨਾਂ ਨੂੰ ਰეკਮੈਂਡ ਕਰਨਾ ਚਾਹੋਗੇ? ਬਿਲਕੁਲ ਜੀ, ਸਾਡੇ 2 ਕੇਸ ਹੋਰ ਸਰ ਤੋਂ ਚੱਲਦੇ ਪਏ ਇਸ ਵੇਲੇ, ਠੀਕ ਹੈ ਜੀ। ਅੱਗੇ ਮੇਰੀ ਮਦਰ ਦਾ ਵਿਜ਼ਟਰ ਵੀਜ਼ਾ ਲਗਾਉਣਾ ਆ, ਉਹ ਵੀ ਸਰ ਤੋਂ ਹੀ ਆਉਣਾ ਹੈ, ਤਾਂ ਹੋਰ ਮੇਰੇ ਰਿਲੇਟਿਵਸ ਸਾਰਿਆਂ ਤੋਂ ਜਦੋਂ ਮੈਨੂੰ ਮਿਲੀ ਗਿਆ ਰਿਜ਼ਲਟ ਫਿਰ ਸਾਰਿਆਂ ਦਾ ਇਹਨਾਂ ਦਾ ਸਰ ਤੋਂ ਹੀ ਆਉਣਾ ਹੈ ਜਦ, ਕਿਉਂਕਿ ਇਹਨਾਂ ਨੂੰ ਮੇਰੀ ਪ੍ਰੋਫਾਈਲ ਪਤਾ ਆ ਹੁਣ, ਠੀਕ ਹੈ ਜੀ। ਮੈਨੂੰ ਬਹੁਤਾ ਚੀਜ਼ਾਂ ਪ੍ਰੋਵਾਈਡ ਕਰਨ ਦੀ ਲੋੜ ਨਹੀਂ ਹੈ। ਤੇ ਗੁਰਸ਼ਿੰਦਰ ਇੱਕ ਵਾਰ ਆਪਣਾ ਜਿਹੜਾ ਵੀਜ਼ਾ ਦਰਸ਼ਕਾਂ ਨੂੰ ਜ਼ਰੂਰ ਦਿਖਾ ਦਿਓ। ਸੋ ਇਹਨੇ ਗੁਰਸ਼ਿੰਦਰ ਜਿਨ੍ਹਾਂ ਦਾ ਜੋ ਕਿ ਵੀਜ਼ਾ ਆ ਚੁੱਕਾ ਹੈ, ਔਰ ਮੈਨੀ ਕੰਗ੍ਰੈਚੁਲੇਸ਼ਨ ਗੁਰਸ਼ਿੰਦਰ। ਔਰ ਇਸ ਦੇ ਨਾਲ ਹੀ ਆਪਾਂ ਆਪਣੇ ਨੈਕਸਟ ਕਲਾਇੰਟ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਨੈਕਸਟ ਕਲਾਇੰਟ ਸਾਡੇ ਨਾਲ ਜੁੜ ਚੁੱਕੇ ਨੇ ਸ਼ੁਭਮਨਤਾਜ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸ਼ੁਭਮਨਤਾਜ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਕਿ ਤੁਹਾਡਾ ਵੀਜ਼ਾ ਆ ਚੁੱਕਾ ਹੈ। ਔਰ ਕਿੰਨਾ ਟਾਈਮ ਹੋ ਗਿਆ ਸੀ ਤੇ ਫਾਈਲ ਲਗਾਈ? ਮੈਮ ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਫਾਈਲ ਲਾਈ ਸੀ ਸਰ ਕੋਲੋਂ। ਅੱਛਾ। ਅਤੇ ਮੈਂ ਅੱਜ ਆਪਣਾ ਪਾਸਪੋਰਟ ਲੈ ਕੇ ਬਹੁਤ ਖੁਸ਼ ਹਾਂ ਸਰ ਕੋਲੋਂ। ਤੁਸੀਂ ਆ ਕਿੱਥੋਂ ਰਹੇ? ਮੈਮ ਮੈਂ ਡੇਰਾ ਬਾਬਾ ਨਾਨਕ ਤੋਂ ਬਿਲੋਂਗ ਕਰਦਾ। ਅੱਛਾ, ਤੇ ਜੇ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ, ਗੁਰਦਾਸਪੁਰ ਦੇ ਲਾਗੇ ਪੈਂਦਾ, ਤਾਂ 2 ਘੰਟੇ ਦਾ ਰਸਤਾ ਉੱਥੋਂ ਇੱਥੇ ਤੱਕ ਪੈਂਦਾ। ਤੇ 2 ਘੰਟੇ ਦਾ ਰਸਤਾ ਤੁਸੀਂ ਤੈਅ ਕਰਕੇ ਇੱਥੇ ਹੀ ਕਿਉਂ ਆਏ? ਕਿੰਨਾ ਨੇ ਰეკਮੈਂਡ ਕੀਤਾ ਸੀ ਇੱਥੇ? ਮੈਮ ਮੈਂ ਇੱਦਾਂ ਇੱਕ ਦਿਨ ਘਰੇ ਬੈਠਾ ਸੀ, ਸੋਸ਼ਲ ਮੀਡੀਆ ਚਲਾ ਰਿਹਾ ਸੀ, ਇੰਸਟਾ ਵਗੈਰਾ, ਤਾਂ ਉੱਥੋਂ ਮੈਂ ਸਰ ਦਾ ਇੰਸਟਾ ID ਦੇਖੀ। ਫਿਰ ਮੈਂ ਵੇਖਿਆ ਵੀ ਸਰ ਕੋਲ ਬਹੁਤ ਸਪੋਰਟਸ ਵੀਜ਼ੇ ਆਏ ਆ। ਫਿਰ ਮੈਂ ਇੱਕ ਦਿਨ ਬਟਾਲਾ ਆਫਿਸਰ ਦੇ ਵਿਜ਼ਿਟ ਕੀਤਾ, ਉੱਥੇ ਮੈਨੂੰ ਬਹੁਤ ਵਧੀਆ ਗਾਈਡਿੰਗ ਦਿੱਤੀ ਸਰ ਹੋਣਾ, ਮੈਮ ਹੋਣਾ। ਬਟ ਤੁਸੀਂ ਕਿਹਾ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਇੱਥੇ, ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਸਾਰੀਆਂ ਐਡਸ ਚੱਲਦੀਆਂ ਨੇ ਅੱਜ ਕੱਲ੍ਹ, ਪੂਰਾ ਸੋਸ਼ਲ ਮੀਡੀਆ ਭਰਿਆ ਹੀ ਇਹਨਾਂ ਇਮੀਗ੍ਰੇਸ਼ਨ ਐਡਸ ਦੇ ਨਾਲ ਪਿਆ, ਫਿਰ ਉੱਥੇ ਟਰਸਟ ਬਣ ਜਾਂਦਾ ਹੈ? ਨਹੀਂ ਮੈਮ, ਪਹਿਲਾਂ ਤਾਂ ਟਰਸਟ ਨਹੀਂ ਸੀ, ਬਾਅਦ ਵਿੱਚ ਟਰਸਟ ਬਣ ਗਿਆ। ਜਿੱਦਾਂ ਮੈਂ ਵਿਜ਼ਿਟ ਕੀਤਾ, ਬਾਅਦ ਵਿੱਚ ਮੈਨੂੰ ਬਹੁਤ ਵਧੀਆ ਇਹਨਾਂ ਤੋਂ ਗਾਈਡ ਮਿਲੀ, ਤਾਂ ਫਿਰ ਮੈਨੂੰ ਹੋ ਗਿਆ ਵੀ ਮੇਰਾ ਵੀਜ਼ਾ ਆ ਜਾਏਗਾ ਇਹਨਾਂ ਕੋਲ, ਤਾਂ ਕਰਕੇ ਮੈਂ ਇਹਨਾਂ ਕੋਲ ਅਪਲਾਈ ਕੀਤਾ ਅਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਜੀ। ਤੇ ਸਰ ਇਹਨਾਂ ਦੇ ਕੇਸ ਦੇ ਵਿੱਚ ਕੀ ਚੈਲੰਜਸ ਆਏ ਸੀ? ਸ਼ੁਭਮਨਤਾਜ ਦੇ ਕੇਸ 'ਚ ਦੇਖੋ ਵੱਡਾ ਚੈਲੰਜ ਇਹ ਸੀਗਾ ਕਿ ਸਟੇ ਇਹਨਾਂ ਦਾ ਥੋੜ੍ਹਾ ਘੱਟ ਸੀਗਾ ਵਾਈਫ ਨਾਲ, ਕਿਉਂਕਿ ਇਹਨਾਂ ਦੀ ਜਦੋਂ ਮੈਰਿਜ ਹੋਈ ਅਤੇ ਉਸ ਤੋਂ 2 ਮਹੀਨੇ ਬਾਅਦ ਹੀ ਵਾਈਫ ਇਹਨਾਂ ਦੇ ਕੈਨੇਡਾ ਟਰੈਵਲ ਕਰ ਗਏ ਸੀਗੇ। ਸੋ ਇਹਨਾਂ ਦੇ ਕੇਸ 'ਚ ਸਾਡੀ ਕੋਸ਼ਿਸ਼ ਇਹੀ ਸੀਗੀ ਕਿ ਜਿਹੜਾ ਵੀ 2 ਮਹੀਨੇ ਦਾ ਸਟੇ ਇਹਨਾਂ ਦਾ ਇਕੱਠਾ ਹੈ, ਉਹਦੇ ਰਿਲੇਟਿਡ ਜਿੰਨੇ ਵੀ ਐਵੀਡੈਂਸਿਸ, ਜਿੰਨੇ ਵੀ ਸਬੂਤ ਇਹਨਾਂ ਦੇ ਜੈਨੂਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਅਸੀਂ ਇਮੀਗ੍ਰੇਸ਼ਨ ਨੂੰ ਦੇ ਸਕੀਏ, ਆਪਾਂ ਉਹ ਇਮੀਗ੍ਰੇਸ਼ਨ ਨੂੰ ਪ੍ਰੈਜ਼ੈਂਟ ਕੀਤੇ ਇਹਨਾਂ ਦੀ ਫਾਈਲ ਦੇ ਥਰੂ।
ਤੇ ਫਾਈਨਲੀ ਰਿਜ਼ਲਟ ਸਾਡੇ ਸਾਹਮਣੇ ਹੈਗਾ। ਤਾਂ ਕਿਸੇ ਵੀ ਇਹੋ ਜਿਹਾ ਕੇਸ ਜਿਹਦੇ ਕਿ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਈ ਇਫਸ ਐਂਡ ਬਟਸ ਹੋ ਸਕਦੇ ਆ, ਕੁਐਸਚਨ ਮਾਰਕ ਰੇਜ਼ ਹੋ ਸਕਦਾ ਹੈ। ਸੋ ਉਸ ਕੇਸ ਨੂੰ ਬੜੇ ਧਿਆਨ ਨਾਲ ਜਿਹੜੇ ਕਿ ਐਵੀਡੈਂਸਿਸ, ਜਿਵੇਂ ਮੈਂ ਕਿਹਾ, ਕੋਈ ਵੀ ਪਿਕਚਰਸ ਨੇ ਇਹਨਾਂ ਦੇ, ਸੋਸ਼ਲ ਮੀਡੀਆ ਕਮਿਊਨੀਕੇਸ਼ਨ, ਸੋਸ਼ਲ ਮੀਡੀਆ ਦੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਪੇਜਿਸ ਦੇ ਉੱਪਰ ਜਿਹੜੇ ਇਹਨਾਂ ਦੇ ਪੋਸਟ ਪਾਏ ਹੋਏ ਨੇ ਜਿਹਦੇ ਅੰਦਰ ਕਿ ਇਹਨਾਂ ਦੀ ਮੈਰਿਟਲ ਰਿਲੇਸ਼ਨਸ਼ਿਪ ਨਜ਼ਰ ਆਉਂਦੀ ਪਈ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਐਵੀਡੈਂਸਿਸ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕਰਨੇ ਚਾਹੀਦੇ ਨੇ ਜੀ। ਤੇ ਸਰ ਆਪਾਂ ਦੇਖਿਆ ਕਿ ਹੁਣ ਤੱਕ ਜਿੰਨੇ ਵੀ ਤੁਸੀਂ ਸਪਾਊਸ ਐਂਡ ਵਰਕ ਪਰਮਿਟ, ਓਪਨ ਵਰਕ ਪਰਮਿਟ ਲਗਵਾ ਕੇ ਦਿੱਤੇ ਨੇ, ਉਹਦੇ ਵਿੱਚ ਕੀ ਹੈ ਕਿ 6 ਮੰਥ ਲੱਗੇ ਨੇ ਜ਼ਿਆਦਾਤਰ, ਕਿਸੇ ਦਾ 4 ਮੰਥ, ਕਿਸੇ ਦੇ 5 ਮੰਥ ਦੇ ਅੰਦਰ ਵੀਜ਼ਾ ਆ ਚੁੱਕਾ ਹੈ। ਬਟ ਇਸ ਤੋਂ ਪਹਿਲਾਂ ਜਿਹੜਾ ਕੇਸ ਸੀਗਾ ਉਸ ਦੇ ਵਿੱਚ ਉਹਨਾਂ ਦਾ ਕਿਉਂਕਿ ਸਟੱਡੀ ਵੀਜ਼ਾ ਰਿਫਿਊਜ਼ਲ ਵੀ ਲੱਗ ਚੁੱਕਾ ਸੀਗਾ, ਹੈ ਨਾ, ਤੇ ਉਹਦੇ ਵਿੱਚ ਕਾਫੀ ਗੈਪ ਸੀ, 2 ਸਾਲ ਦਾ ਟਾਈਮ ਲੱਗ ਗਿਆ ਸੀਗਾ। ਬਟ ਜ਼ਿਆਦਾਤਰ ਵੀਜ਼ੇ 6 ਮਹੀਨੇ ਜਾਂ ਫਿਰ 4 ਮਹੀਨੇ ਦੇ ਵਿੱਚ ਆ ਗਏ ਸੀ ਕਿ ਜਿਨ੍ਹਾਂ ਦੀ ਪ੍ਰੋਫਾਈਲ ਸਿੱਧੀ ਹੁੰਦੀ ਹੈ, ਜਿਹਦੇ ਵਿੱਚ ਕੋਈ ਕੰਪਲਿਕੇਸ਼ਨਸ ਨਹੀਂ ਹੁੰਦੀਆਂ, ਕਿ ਉਹਨਾਂ ਨੂੰ ਇੰਨਾ ਹੀ ਟਾਈਮ ਲੱਗਦਾ। ਐਸਾ ਚ ਇਹਦੇ ਵਿੱਚ ਨਾ ਕੋਈ ਆਪਸ ਵਿੱਚ ਕਨੈਕਸ਼ਨ ਨਹੀਂ ਹੈ। ਜਿਹੜੇ ਡਿਲੇਜ਼ ਜਿਹੜੀਆਂ ਆਪਾਂ ਦੇਖ ਰਹੇ ਹਾਂ ਕਿ 2 ਸਾਲ ਹੋ ਗਏ ਜਾਂ 1.5 ਸਾਲ ਬਾਅਦ ਵੀਜ਼ਾ ਆਇਆ, ਉਹ ਡਿਲੇਜ਼ ਸੀਗੀਆਂ ਜੀ ਸਾਰੀਆਂ ਕੋਵਿਡ ਦੇ ਰਿਲੇਟਿਡ, ਜਿਹੜੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਸਟਾਫ ਰਿਡਕਸ਼ਨ ਸੀਗੀ ਜਾਂ ਬੈਕਲੌਗ ਜਿਹੜੇ ਕ੍ਰੀਏਟ ਹੋ ਰਹੇ, ਆਪਾਂ ਸੁਣ ਰਹੇ ਹਾਂ ਨਿਊਜ਼, ਹਜੇ ਵੀ ਬੈਕਲੌਗ ਚੱਲ ਰਿਹਾ ਹੈਗਾ। ਸੋ ਉਹ ਡਿਲੇਜ਼ ਉਸ ਕਰਕੇ ਸੀਗੀਆਂ। ਨੋਰਮਲੀ ਜੇ ਆਪਾਂ ਗੱਲ ਕਰੀਏ ਬਿਫੋਰ ਕੋਵਿਡ ਟਾਈਮ ਦੀ, ਸਾਡੇ ਕੋਲ ਇਹੋ ਜਿਹੇ ਕਲਾਇੰਟਸ ਵੀ ਨੇ ਜਿਨ੍ਹਾਂ ਦੇ 20 ਦਿਨਾਂ ਦੇ ਵਿੱਚ ਓਪਨ ਵਰਕ ਰਿਫਿਊਜ਼ ਅਪਰੂਵ ਹੋਏ ਨੇ, ਬਟ ਇਹ ਸਾਰੀ ਗੱਲਾਂ ਹੈਗੀਆਂ ਬਿਫੋਰ ਕੋਵਿਡ ਟਾਈਮਸ ਦੀਆਂ, ਠੀਕ ਹੈ। ਸੋ ਉਸ ਟਾਈਮ ਬਹੁਤ ਅੱਛੇ ਰਿਜ਼ਲਟ ਆ ਰਹੇ ਸੀਗੇ, ਰਿਜ਼ਲਟ ਹੁਣ ਵੀ ਅੱਛੇ ਆ ਰਹੇ, ਬਟ ਟਾਈਮ ਥੋੜਾ ਜ਼ਿਆਦਾ ਲੱਗ ਰਿਹਾ। ਬਟ ਹੁਣ ਜਿਹੜੀ ਸਟੈਂਡਰਡ ਟਾਈਮਲਾਈਨ ਹੈਗੀ ਹੈ ਉਹ ਅਰਾਊਂਡ 5-6 ਮਹੀਨੇ 'ਚ ਵੀਜ਼ਾ ਆ ਰਿਹਾ ਜੀ। ਤੇ ਸ਼ੁਭਮਨ ਤਾਜ, ਬਹੁਤ ਮੁਬਾਰਕਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਸਾਰੀ ਟੀਮ ਦੇ ਵੱਲੋਂ। ਤੇ ਇੱਕ ਵਾਰ ਆਪਣਾ ਜਿਹੜਾ ਵੀਜ਼ਾ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ। ਸੋ ਇਹ ਨੇ ਸ਼ੁਭਮਨ ਤਾਜ ਜਿਨ੍ਹਾਂ ਦਾ ਵੀਜ਼ਾ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਲੈ ਕੇ ਦਿੱਤਾ ਗਿਆ, ਔਰ ਇਦਾਂ ਦੇ ਹੋਰ ਵੀ ਬਹੁਤ ਸਾਰੇ ਕਲਾਇੰਟ ਨੇ ਹਾਲੇ ਜਿਨ੍ਹਾਂ ਦਾ ਵੀਜ਼ਾ ਆ ਚੁੱਕਾ ਹੈ। ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਹੁਣ ਅਗਲੇ ਕਲਾਇੰਟ ਸਾਡੇ ਨਾਲ ਜੁੜੇ ਨੇ ਯਾਦਵਿੰਦਰ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਯਾਦਵਿੰਦਰ, ਤੁਹਾਡਾ ਵੀਜ਼ਾ ਆ ਚੁੱਕਾ ਹੈ, ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਤੁਹਾਨੂੰ। ਕਿਵੇਂ ਦਾ ਫੀਲ ਹੁੰਦਾ? ਬਹੁਤ ਵਧੀਆ ਮੈਮ। ਬਹੁਤ ਵਧੀਆ ਫੀਲ। ਤੇ ਜਿਵੇਂ ਕਿ ਤੁਸੀਂ ਇੱਥੇ ਆਏ ਹੈ ਨਾ, ਬਟ ਇਸ ਤੋਂ ਪਹਿਲਾਂ ਵੀ ਕਿਤੇ ਗਏ ਸੀਗੇ? ਨਹੀਂ ਮੈਮ, ਮੈਂ ਉਹ ਤਾਂ ਫੋਨ ਕਰਕੇ ਕਾਫੀ ਬੰਦਿਆਂ ਨੂੰ ਪੁੱਛਿਆ ਸੀਗਾ, ਅੱਛਾ ਜੀ, ਪਰ ਕਿਸੇ ਨੇ ਕੋਈ ਗਾਈਡੈਂਸ ਨਹੀਂ ਮੈਨੂੰ ਦਿੱਤੀ। ਅੱਛਾ ਜੀ। ਤੇ ਇਹ ਸਰ ਉਹਨਾਂ ਦਾ ਮੈਂ ਫੇਸਬੁੱਕ ਤੋਂ ਕੰਟੈਕਟ ਨੰਬਰ ਲਿਆ, ਫਿਰ ਇਹਨਾਂ ਨੂੰ ਮਿਲਿਆ ਤੇ ਕਾਫੀ ਪੋਜ਼ਿਟਿਵ ਇਹਨਾਂ ਨੇ ਮੈਨੂੰ ਵੇ ਦੱਸਿਆ ਵੀ ਇੱਦਾਂ ਤੁਹਾਡੀ ਫਾਈਲ ਲਗਾ ਸਕਦੇ ਆ। ਤੇ ਕਦੋਂ ਆਪਣੀ ਫਾਈਲ ਲਗਾ ਦਿੱਤੀ ਸੀ ਤੁਸੀਂ ਇਹਨਾਂ ਦੇ? ਮੈਂ ਅਕਤੂਬਰ 2020 ਚ ਲਗਾਈ ਸੀ। ਅਕਤੂਬਰ 2000। ਹਾਂਜੀ। ਫਿਰ ਤੁਹਾਡਾ ਵੀਜ਼ਾ ਕਦੋਂ ਆਇਆ? ਮੇਰਾ ਵੀਜ਼ਾ ਆ ਗਿਆ ਆਪਣੇ ਅਗਸਤ 2022 ਚ। ਬਟ ਸਰ ਜੇ ਇਹਨਾਂ ਦੀ ਆਪਾਂ ਦੇਖੀਏ ਤਾਂ ਇਹਨਾਂ ਦਾ 2 ਵਾਰ ਜਿਹੜਾ ਵਿਜ਼ਟਰ ਵੀਜ਼ਾ ਜਿਹੜਾ ਉਹ ਰਿਫਿਊਜ਼ਲ ਵੀ ਲੱਗੀ ਹੋਈ ਹੈ। ਸੋ ਜਦੋਂ ਇਹ ਰਿਫਿਊਜ਼ਲ ਲੱਗਦੀ ਹੈ, ਇਹਦੇ ਕਿਉਂ ਲੱਗਦੀ ਹੈ ਰਿਫਿਊਜ਼ਲ ਵਿਜ਼ਟਰ ਵੀਜ਼ਾ ਦੇ ਉੱਪਰ, ਔਰ ਉਸ ਤੋਂ ਬਾਅਦ ਕਿੰਨੀਆਂ ਕੁ ਪ੍ਰੋਬਲਮਸ ਆਉਂਦੀਆਂ ਨੇ, ਚੈਲੰਜ ਕੀ ਆਉਂਦੇ? ਜਿਵੇਂ ਪਹਿਲਾਂ ਵੀ ਕਿਹਾ, ਦੇਖੋ ਪਾਸਟ ਰਿਫਿਊਜ਼ਲ ਦਾ ਅਦਰਵਾਈਜ਼ ਤੁਹਾਡੀ ਫਿਊਚਰ ਐਪਲੀਕੇਸ਼ਨ ਦੇ ਉੱਪਰ ਐਸ ਸੱਚ ਕੋਈ ਇੰਪੈਕਟ ਨਹੀਂ ਪੈਂਦਾ, ਬਟ ਡੈਫੀਨਿਟਲੀ ਵੀਜ਼ਾ ਆਫਿਸਰ ਦੇ ਮਾਈਂਡ 'ਚ ਇੰਟੈਂਸ਼ਨਸ ਨੂੰ ਲੈ ਕੇ ਕਈ ਵਾਰੀ ਕੁਐਸਚਨ ਰਾਈਜ਼ ਹੋ ਜਾਂਦੇ ਨੇ ਕਿ ਪਹਿਲਾਂ ਇਹਨਾਂ ਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਜਾਂ ਸਟੱਡੀ ਵੀਜ਼ਾ ਅਪਲਾਈ ਕੀਤਾ ਜਿਹੜਾ ਰਿਫਿਊਜ਼ਡ ਹੈਗਾ, ਸੋ ਹੁਣ ਓਪਨ ਵਰਕ ਪਰਮਿਟ ਲੈ ਰਹੇ ਆ, ਅਪਲਾਈ ਕਰ ਰਹੇ ਓਪਨ ਵਰਕ ਵਾਸਤੇ। ਸੋ ਇਹੋ ਜਿਹੇ ਕੇਸਿਸ ਦੇ ਵਿੱਚ ਨੋਰਮਲੀ ਜਿਵੇਂ ਪਹਿਲਾਂ ਵੀ ਕਿਹਾ ਇੰਪੈਕਟ ਨਹੀਂ ਪੈਂਦਾ। ਹੁਣ ਜਿਹੜੀ ਐਪਲੀਕੇਸ਼ਨ ਸਬਮਿਟ ਕਰ ਰਹੇ ਹਾਂ, ਸਾਡਾ ਮੇਨ ਫੋਕਸ ਉਹਦੇ ਉੱਪਰ ਹੁੰਦਾ ਹੈ ਕਿ ਜਿਹੜੀ ਬੇਸਿਸ ਉਸ ਐਪਲੀਕੇਸ਼ਨ ਦੇ ਨੇ, ਜਿਵੇਂ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਦਾ ਬੇਸ ਹੈਗਾ ਇੱਕ ਸਟਰੋਂਗ ਮੈਰਿਟਲ ਰਿਲੇਸ਼ਨਸ਼ਿਪ, ਠੀਕ ਹੈ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਉਹਨੂੰ ਹਾਈਲਾਈਟ ਕਰੀਏ। ਸੋ ਯਾਦਵਿੰਦਰ ਦੇ ਕੇਸ 'ਚ ਇਹਨੂੰ ਲੈ ਕੇ ਵੀ ਥੋੜ੍ਹਾ ਜਿਹਾ ਚੈਲੰਜ ਇਹ ਸੀਗਾ ਕਿ ਇਹਨਾਂ ਦਾ ਜਿਹੜਾ ਸਟੇ ਸੀਗਾ ਆਪਸ 'ਚ ਹਸਬੈਂਡ ਵਾਈਫ ਦਾ, ਉਹ ਕਾਫੀ ਘੱਟ ਸੀਗਾ, ਈਵਨ ਲੈਸ ਦੈਨ ਅ ਮੰਥ ਦੀ ਗੱਲ ਕਰੀਏ, ਬਿਕੋਜ਼ ਇਹਨਾਂ ਦੀ ਜਿਹੜੀ ਮੈਰਿਜ ਹੋਈ ਸੀਗੀ 26 ਨਵੰਬਰ 2019 ਨੂੰ ਮੈਰਿਜ ਹੋਈ ਸੀਗੀ, ਤੇ ਫਿਰ ਇਹਨਾਂ ਦੇ ਸਪਾਊਸ ਟਰੈਵਲ ਕਰ ਗਏ ਸੀਗੇ 15 ਦਸੰਬਰ 2019 ਨੂੰ ਕੈਨੇਡਾ ਟਰੈਵਲ ਕਰ ਗਏ ਸੀਗੇ। ਸੋ ਬਹੁਤ ਘੱਟ ਸਟੇ ਸੀਗਾ। ਸੋ ਇਹਨਾਂ ਦੇ ਕੇਸ 'ਚ ਵੀ ਇਹ ਚੈਲੰਜ ਸੀਗਾ ਸਾਡੇ ਸਾਹਮਣੇ, ਬਟ ਜਿਵੇਂ ਅਸੀਂ ਬਾਕੀ ਕੇਸਿਸ ਦੀ ਗੱਲ ਕਰੀਏ, ਇਹਨਾਂ ਦੇ ਜਿਹੜੇ ਸਟਰੋਂਗ ਬੇਸਿਸ ਪੁਆਇੰਟ ਸੀਗੇ ਜਿਹੜੇ ਰਿਲੇਸ਼ਨਸ਼ਿਪ ਨੂੰ ਲੈ ਕੇ, ਇਹਨਾਂ ਦੇ ਸੋਸ਼ਲ ਮੀਡੀਆ ਪ੍ਰੈਜ਼ੈਂਸ ਸੀਗੀ, ਇਹਨਾਂ ਦੇ ਮੈਰਿਜ ਦੇ ਜਿਹੜੇ ਐਵੀਡੈਂਸ ਸੀਗੇ, ਬਹੁਤ ਮਾਸ ਗੈਦਰਿੰਗ ਸੀਗੀ ਇਹਨਾਂ ਦੀ ਮੈਰਿਜ ਦੇ ਵਿਚਕਾਰ, ਠੀਕ ਹੈ। ਸੋ ਇੱਕ ਬਹੁਤ ਪੋਜ਼ਿਟਿਵ ਪੁਆਇੰਟ ਹੁੰਦੇ ਕਿ ਜੀ ਤੁਹਾਡੀ ਗੈਦਰਿੰਗ ਬਹੁਤ ਅੱਛੀ ਹੈ ਮੈਰਿਜ ਦੇ ਵਿੱਚ, ਠੀਕ ਹੈ। ਸੋ ਡਿਫਰੈਂਟ ਇਵੈਂਟਸ ਅਸੀਂ ਪ੍ਰੈਜ਼ੈਂਟ ਕੀਤੇ ਐਮਬੈਸੀ ਨੂੰ। ਇਹਨਾਂ ਦੀ ਕਮਿਊਨੀਕੇਸ਼ਨ ਜਿਹੜੀ ਕਰੰਟ ਚੱਲ ਰਹੀ ਹੈ, ਬਿਕੋਜ਼ 2020 'ਚ ਇਹਨਾਂ ਦੀ ਫਾਈਲ ਪ੍ਰੈਜ਼ੈਂਟ ਹੋਈ ਹੈ, ਸੋ ਹਜੇ ਤੱਕ ਜਿਹੜੀ ਕਮਿਊਨੀਕੇਸ਼ਨ ਚੱਲਦੀ ਪਈ ਹੈ ਇਹਨਾਂ ਦੇ ਆਪਸ 'ਚ, ਜਿਹੜੀ WhatsApp ਕਾਲ ਨੇ, ਸਕਰੀਨਸ਼ਾਟਸ ਨੇ, ਫੇਸ ਟਾਈਮ ਹੈ ਜਾਂ ਫੇਸਬੁੱਕ ਦੇ ਉੱਪਰ, ਮੈਸੇਂਜਰ ਦੇ ਉੱਪਰ, ਅਸੀਂ ਉਹ ਸਾਰੇ ਐਵੀਡੈਂਸਿਸ ਇਕੱਠੇ ਕਰਕੇ ਤੇ ਐਮਬੈਸੀ ਨੂੰ ਪ੍ਰੈਜ਼ੈਂਟ ਕੀਤੇ ਹੈ ਕਿ ਇਹਨਾਂ ਦੀ ਕਮਿਊਨੀਕੇਸ਼ਨ ਹਜੇ ਵੀ ਚੱਲਦੀ ਪਈ ਹੈ ਆਪਸ 'ਚ।
ਤੇ ਬਟ ਜਦੋਂ ਕੋਈ ਵੀ ਬੰਦਾ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਕੋਲ ਆਂਦਾ ਆਪਣਾ ਵੀਜ਼ਾ ਲਗਵਾਉਣ ਦੇ ਲਈ, ਫਿਰ ਜਿਵੇਂ ਉਹਨੂੰ ਇਮੀਗ੍ਰੇਸ਼ਨ ਕੰਸਲਟੈਂਟ ਕਹਿੰਦਾ ਹੈ ਉਹ ਬੰਦਾ ਉੱਦਾਂ ਹੀ ਕਰਦਾ, ਉਹੀ ਵਾਲੇ ਡਾਕੂਮੈਂਟ ਲਿਆ ਕੇ ਦਿੰਦਾ, ਬਟ ਉਸ ਤੋਂ ਬਾਅਦ ਵੀ ਕਈ ਵਾਰ ਰਿਫਿਊਜ਼ਲ ਆ ਜਾਂਦੀ। ਹੁਣ ਇੱਥੇ ਕੀ ਮੰਨੀਏ, ਇਹ ਜਿਹੜੀ ਰਿਫਿਊਜ਼ਲ ਆਈ ਹੈ ਇਹ ਕਿਸ ਦੀ ਗਲਤੀ ਦੇ ਨਾਲ ਆਈ ਹੈ? ਇਹ ਅੱਗੇ ਕਿਸੇ ਨੂੰ, ਜੇ ਆਪਾਂ ਅੰਬੈਸੀ ਦੀ ਗੱਲ ਕਰੀਏ ਉੱਥੇ ਆਫਿਸਰਸ ਨੂੰ ਯਕੀਨ ਨਹੀਂ ਹੋਇਆ, ਜਾਂ ਫਿਰ ਇਹ ਜੋ ਗਲਤੀਆਂ ਹੋਈਆਂ ਨੇ ਇਹ ਜਿਹੜਾ ਕੰਸਲਟੈਂਟ ਹੈ ਉਹਦੇ ਕੋਲ ਹੀ ਹੋਈਆਂ ਨੇ? ਦੇਖੋ, ਜੋ ਸਪਾਊਸਲ ਓਪਨ ਵਰਕ ਐਪਲੀਕੇਸ਼ਨ ਹੈ ਇਹ ਬਹੁਤ ਹੀ ਆਪਣੇ ਆਪ 'ਚ ਟੈਕਨੀਕਲ ਕਹਿ ਲਓ ਕਿ ਐਪਲੀਕੇਸ਼ਨ ਹੈਗੀ ਹੈ, ਬਿਕੋਜ਼ ਇਸ ਐਪਲੀਕੇਸ਼ਨ ਦੇ ਅੰਦਰ ਤੁਹਾਡੀ ਸਿਰਫ ਮੈਰਿਜ ਦੀ ਅਸੈਸਮੈਂਟ ਨਹੀਂ ਹੈਗੀ। ਇਸ ਐਪਲੀਕੇਸ਼ਨ ਦੇ ਅੰਦਰ ਤੁਹਾਡੀ ਇਸਟੈਬਲਿਸ਼ਮੈਂਟ, ਤੁਹਾਡੀ ਏਮਪਲੋਇਮੈਂਟ, ਤੁਹਾਡਾ ਫਾਈਨੈਂਸ਼ੀਅਲ ਸਟੇਟਸ ਹੋਮ ਕੰਟਰੀ 'ਚ ਕਿਹੋ ਜਿਹਾ ਹੈ, ਇਹ ਸਾਰੇ ਫੈਕਟਰਸ ਓਪਨ ਵਰਕ ਐਪਲੀਕੇਸ਼ਨ ਦੇ ਅੰਦਰ ਅਸੈਸ ਹੁੰਦੇ ਹੈ। ਸੋ ਕਿਸੇ ਨਾ ਕਿਸੇ ਹੱਦ ਤੱਕ ਜੇ ਤੁਹਾਡਾ ਕੰਸਲਟੈਂਟ ਨੂੰ ਬਹੁਤ ਐਕਸਪੀਰੀਅੰਸ ਨਹੀਂ ਹੈਗਾ ਓਪਨ ਵਰਕ ਹੈਂਡਲ ਕਰਨ ਦਾ, ਸੋ ਕਿਤੇ ਨਾ ਕਿਸੇ ਤਰੀਕੇ ਦੀ ਗਲਤੀ ਕਰ ਦਿੰਦੇ ਹੈ। ਜਿਵੇਂ ਉਹ ਪ੍ਰੋਪਰ ਆਪਣਾ ਇਨਕਮ ਦੇ ਐਵੀਡੈਂਸਿਸ ਨਹੀਂ ਦੇ ਪਾਉਂਦੇ ਕਿ ਬੰਦਾ ਹੋਮ ਕੰਟਰੀ 'ਚ ਐਪਲੀਕੈਂਟ ਜਿਹੜਾ ਕਿਸ ਤਰ੍ਹਾਂ ਐਸਟੈਬਲਿਸ਼ਡ ਹੈ, ਉਹਦੀ ਕਿੰਨੀ ਲੰਬੀ ਇੰਪਲੋਇਮੈਂਟ ਹੈ, ਉਹਦਾ ਸੋਰਸ ਆਫ ਇਨਕਮ ਕੀ ਹੈਗਾ, ਸੋਰਸ ਆਫ ਰੈਵਨਿਊ ਕੀ ਹੈਗਾ। ਸੋ ਅਸੀਂ ਇਹ ਸਾਰੇ ਪੁਆਇੰਟਸ ਐਪਲੀਕੇਸ਼ਨ ਦੇ ਅੰਦਰ ਜਸਟੀਫਾਈ ਨਾ ਕਰੀਏ, ਸੋ ਉਹਦਾ ਰਿਜ਼ਲਟ ਨੈਗੇਟਿਵ ਹੋ ਸਕਦਾ ਹੈ। ਬਟ ਯਾਦਵਿੰਦਰ ਹੁਣਾਂ ਦਾ ਜਿਹੜਾ ਵੀਜ਼ਾ ਹੈ ਉਹ ਆ ਚੁੱਕਿਆ। ਯਾਦਵਿੰਦਰ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਤੁਹਾਨੂੰ ਫਿਰ ਤੋਂ, ਔਰ ਆਪਣਾ ਜਿਹੜਾ ਵੀਜ਼ਾ ਇੱਕ ਵਾਰ ਸਾਡੇ ਕਲਾਇੰਟਸ ਨੂੰ ਜ਼ਰੂਰ ਦਿਖਾ ਦਿਓ। ਸੋ ਇਹਨੇ ਯਾਦਵਿੰਦਰ ਜਿਨ੍ਹਾਂ ਦਾ ਵੀਜ਼ਾ ਦਾ ਇਮੀਗ੍ਰੇਸ਼ਨ ਲਾਂਚ ਦੇ ਥਰੂ ਜਿਹੜਾ ਉਹ ਆਇਆ ਹੈ, ਬਟ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦੇ ਵੀਜ਼ਾ ਆਏ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਤੇ ਸਾਡੇ ਅਗਲੇ ਕਲਾਇੰਟ ਨੇ ਰਾਹੁਲ, ਜਿਨ੍ਹਾਂ ਦਾ ਵੀਜ਼ਾ ਵੀ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਲਗਵਾ ਕੇ ਦਿੱਤਾ ਗਿਆ। ਰਾਹੁਲ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਫਾਈਨਲੀ ਆ ਚੁੱਕਾ ਹੈ। ਤੇ ਤੁਸੀਂ ਇੱਥੇ ਕਿਵੇਂ ਆਏ ਸੀਗੇ, ਇੱਥੇ ਤੁਹਾਨੂੰ ਕਿੰਨੇ ਭੇਜਿਆ ਸੀ? ਇੱਥੇ ਸਭ ਤੋਂ ਪਹਿਲਾਂ ਮੇਰੇ ਸਿਸਟਰ ਦਾ ਲੱਗਾ ਸੀ, ਉਹਨਾਂ ਦਾ ਆਇਆ ਸੀ ਵੀਜ਼ਾ, ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਸੀ ਵੀ ਉੱਥੇ ਜਾਓ, ਤੇ ਫਿਰ ਮੈਂ ਉਹਨਾਂ ਦੇ ਕਹਿੰਦੇ ਇੱਥੇ ਆਇਆ, ਤੇ ਫਿਰ ਆਪਣੀ ਫਾਈਲ ਮੈਂ ਇੱਥੋਂ ਲਗਵਾਈ ਇਹਨਾਂ ਦੀ। ਕਦੋਂ ਲਗਵਾਈ ਸੀ ਤੁਸੀਂ ਫਾਈਲ ਇੱਥੇ? ਮੈਂ ਲਾਸਟ 2021 ਚ ਲਗਵਾਈ ਸੀ, ਜੁਲਾਈ ਦੇ ਕਰੀਬ। ਤੇ ਵੈਸੇ ਤੁਹਾਡੀ ਪ੍ਰੋਫਾਈਲ ਕੀ ਹੈ, ਇੱਥੇ ਤੁਸੀਂ ਕੀ ਕਰਦੇ ਹੋ? ਇੱਥੇ ਮੇਰਾ ਸ਼ਾਪ ਹੈ ਜੀ। ਅੱਛਾ ਹਾਂਜੀ, ਖੁਦ ਦੀ ਰਿਟੇਲ ਸ਼ਾਪ, ਮੈਡੀਕਲ ਸ਼ਾਪ। ਸਰ, ਜਿਵੇਂ ਦੱਸ ਰਹੇ ਨੇ ਕਿ ਖੁਦ ਇਹਨਾਂ ਦੀ ਮੈਡੀਕਲ ਰਿਟੇਲ ਸ਼ਾਪ ਹੈ, ਤੇ ਕੀ ਚੈਲੰਜਸ ਜਿਹੜੇ ਨੇ ਉਹ ਆਏ ਸੀਗੇ ਇਹਨਾਂ ਦੇ ਵੀਜ਼ਾ ਨੂੰ ਲੈ ਕੇ? ਦੇਖੋ, ਇਸ ਤਰ੍ਹਾਂ ਹੈ ਕਿ ਨਾਰਮਲੀ ਆਪਣੇ ਜਿਹੜੇ ਐਪਲੀਕੈਂਟ 80% ਮੈਂ ਪਹਿਲਾਂ ਵੀ ਕਿਹਾ ਸੀਗਾ ਐਗਰੀਕਲਚਰ ਬੈਕਗਰਾਊਂਡ ਤੋਂ ਹੁੰਦੇ ਆ, ਸੋ ਇੱਕ ਸੈਟ ਡਿਫਾਈਨਡ ਡਾਕੂਮੈਂਟਸ ਹੁੰਦੇ ਆ ਐਗਰੀਕਲਚਰਿਸਟ ਨੂੰ। ਬਟ ਜਿਵੇਂ ਇਹਨਾਂ ਨੇ ਕਿਹਾ ਇਹਨਾਂ ਦੀ ਰਿਟੇਲ ਸ਼ਾਪ ਹੈ, ਇਹਨਾਂ ਦਾ ਮੈਡੀਸਿਨ ਸ਼ਾਪ ਹੈ, ਰਿਟੇਲ ਆਊਟਲੈਟ ਕਾਊਂਟਰ ਹੈ ਇਹਨਾਂ ਦਾ। ਸੋ ਬਿਕੋਜ਼ ਇਹੋ ਜਿਹੀ ਪ੍ਰੋਫਾਈਲ ਨੂੰ ਜਸਟੀਫਾਈ ਕਰਨਾ ਥੋੜਾ ਮੁਸ਼ਕਿਲ ਹੈ, ਇਨਕਮ ਨੂੰ ਜਸਟੀਫਾਈ ਕਰਨਾ, ਬਿਕੋਜ਼ ਕੈਮੇ ਸ਼ਾਪ ਤੇ ਨਾਰਮਲੀ ਕੈਸ਼ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਬਿਕੋਜ਼ ਨਾਰਮਲੀ ਮੈਡੀਸਿਨ ਸੇਲ ਜਿਹੜੀ ਕੈਸ਼ ਬੇਸਿਸ ਤੇ ਹੁੰਦੀ ਹੈ। ਸੋ ਉਹ ਜਸਟੀਫਾਈ ਕਰਨਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਇਨਕਮ ਸੋਰਸ ਦਿਖਾਉਣਾ ਫਾਈਲ ਦੇ ਅੰਦਰ ਬਹੁਤ ਜ਼ਰੂਰੀ ਹੈ, ਠੀਕ ਹੈ। ਸੋ ਅਸੀਂ ਇਹਨਾਂ ਦੇ ਰੈਲੇਵੈਂਟ ਡਾਕੂਮੈਂਟ ਜਿਵੇਂ ਸੇਲ ਦੇ ਇਹਨਾਂ ਦੇ ਬਿਲਸ ਹੁੰਦੇ ਆ, ਮੈਡੀਸਿਨ ਦੇ ਇਹਨਾਂ ਦੇ ਇਨਵੋਇਸਿਸ ਹੁੰਦੀਆਂ, ਅਸੀਂ ਉਹ ਸਾਰਾ ਯੂਜ਼ ਕੀਤਾ ਤਾਂ ਕਿ ਇਹਨਾਂ ਦੇ ਪ੍ਰੋਫਾਈਲ ਨੂੰ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਏ ਕਿ ਵੈਲਿਡ ਪ੍ਰੋਫਾਈਲ ਹੈ, ਲੈਜੀਟੀਮੇਟ ਬਿਜ਼ਨਸ ਹੈਗਾ ਇਹਨਾਂ ਦਾ ਹੈਗਾ, ਬਿਜ਼ਨਸ ਰਜਿਸਟ੍ਰੇਸ਼ਨ ਦਿੱਤੀਆਂ, ਇਹਨਾਂ ਦੀ ਟੈਕਸ ਰਿਟਰਨਸ ਦਿੱਤੀਆਂ। ਸੋ ਉਹਦੇ ਨਾਲ ਜਿਹੜਾ ਇਹ ਕਿਸੇ ਤਰੀਕੇ ਦਾ ਡਾਊਟ ਨਹੀਂ ਰਹਿੰਦਾ ਇਮੀਗ੍ਰੇਸ਼ਨ ਦੇ ਅੱਗੇ। ਤੇ ਜਿਵੇਂ ਹੁਣ ਜ਼ਿਆਦਾਤਰ ਜੇ ਆਪਾਂ ਗੱਲ ਕਰੀਏ ਤਾਂ ਸਪਾਊਸ ਐਂਡ ਓਪਨ ਵਰਕ ਪਰਮਿਟ ਵੀਜ਼ਾ ਅੱਜ ਆਏ ਨੇ ਹੈ ਨਾ ਤੁਹਾਡੇ ਕੋਲ, ਤੇ ਜਦੋਂ ਸਪਾਊਸ ਵੀਜ਼ੇ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਜਿਹੜਾ ਸਪਾਊਸ ਹੁੰਦਾ ਉਹਦੀ ਉੱਧਰ ਸਟੱਡੀ ਜਿਹੜੀ ਹੈ ਖਤਮ ਹੋ ਜਾਂਦੀ ਹੈ ਨਾ, ਫਿਰ ਉਸ ਨੂੰ ਲੈ ਕੇ ਕੀ ਚੈਲੰਜਸ ਆਉਂਦੇ ਨੇ, ਉਸ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ? ਰਾਹੁਲ ਦਾ ਕੇਸ ਵੀ ਦੇਖੋ ਉਹਨਾਂ ਦਾ ਕੇਸਾਂ ਦੇ ਵਿੱਚੋਂ ਹੀ ਹੈ। ਜਦੋਂ ਇਹਨਾਂ ਦੀ ਐਪਲੀਕੇਸ਼ਨ ਸਬਮਿਟ ਕੀਤੀ ਸੀਗੀ, ਇਹਨਾਂ ਦੇ ਵਾਈਫ ਉੱਥੇ ਸਟੱਡੀ ਪਰਮਿਟ ਤੇ ਸੀਗੇ, ਬਟ ਡਿਊਰਿੰਗ ਐਪਲੀਕੇਸ਼ਨ ਪ੍ਰੋਸੈਸਿੰਗ ਬਿਕੋਜ਼ ਕਾਫੀ ਡਿਲੇ ਚੱਲ ਰਹੀਆਂ ਫਾਈਲਾਂ, ਸੋ ਉਹਨਾਂ ਦੀ ਸਟੱਡੀ ਖਤਮ ਹੋ ਗਈ। ਸੋ ਉਸ ਵੇਲੇ ਤੁਹਾਡਾ ਜਿਹੜਾ ਕੰਸਲਟੈਂਟ ਹੈ ਉਹਨੂੰ ਬਹੁਤ ਹੀ ਕੇਅਰਫੁਲੀ ਤੇ ਸਮਝਦਾਰੀ ਨਾਲ ਡਿਸੀਜਨ ਲੈਣਾ ਪੈਂਦਾ ਹੈ ਕਿ ਅਸੀਂ ਜਿਹੜੀ ਡਾਕੂਮੈਂਟੇਸ਼ਨ ਇਮੀਗ੍ਰੇਸ਼ਨ ਨੂੰ ਕੋਰਸਪੋਂਡੈਂਸ ਭੇਜਣੀ ਹੈ ਉਹ ਟਾਈਮਲੀ ਹੋਣੀ ਚਾਹੀਦੀ ਹੈ, ਕਿਉਂਕਿ ਜੇ ਅਸੀਂ ਉਹਦੇ ਵਿੱਚ ਕਿਸੇ ਤਰੀਕੇ ਦੀ ਡਿਲੇ ਕਰਾਂਗੇ ਤੇ ਉਹਦਾ ਰਿਜ਼ਲਟ ਜਿਹੜਾ ਨੈਗੇਟਿਵ ਆ ਸਕਦਾ, ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਸੋ ਇਹਨਾਂ ਦੇ ਕੇਸ 'ਚ ਵੀ ਜਦੋਂ ਵਾਈਫ ਦਾ ਸਟੱਡੀ ਖਤਮ ਹੋ ਗਈ, ਅਸੀਂ ਉਹਨਾਂ ਨੂੰ ਗਾਈਡ ਕੀਤਾ, ਅਸੀਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੇਸ਼ਨ ਸਬਮਿਟ ਕਰਨ 'ਚ ਹੈਲਪ ਕੀਤੀ ਉਹਨਾਂ ਦੀ, ਠੀਕ ਹੈ। ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਇੰਪਲੋਇਮੈਂਟ ਦੇ ਡਾਕੂਮੈਂਟ ਸੀਗੇ, ਬਿਕੋਜ਼ ਨੌਕਰੀ ਦੀ ਇੰਪਲੋਇਮੈਂਟ ਹੋਣੀ ਜ਼ਰੂਰੀ ਹੈ ਸਪਾਊਸ ਵਾਸਤੇ ਕੈਨੇਡਾ 'ਚ, ਸੋ ਸਾਰਾ ਪੇਪਰ ਵਰਕ ਉਹਨਾਂ ਦਾ ਅਸੀਂ ਇਕੱਠਾ ਕੀਤਾ ਟਾਈਮਲੀ, ਤੇ ਅਸੀਂ ਇਮੀਗ੍ਰੇਸ਼ਨ ਨੂੰ ਸਬਮਿਟ ਕੀਤਾ ਤਾਂ ਕਿ ਇਹਨਾਂ ਦੇ ਕੇਸ ਨੂੰ ਨੈਗੇਟਿਵ ਇੰਪੈਕਟ ਨਾ ਪਵੇ। ਤੇ ਰਿਜ਼ਲਟ ਸਾਡੇ ਸਾਹਮਣੇ ਹੈਗਾ ਅੱਜ, ਬਿਕੋਜ਼ ਇਹਨਾਂ ਦੀ ਫਾਈਲ ਨੂੰ ਕੋਈ ਨੈਗੇਟਿਵ ਇੰਪੈਕਟ ਪਏ ਬਿਨਾਂ ਹੀ ਇਹਨਾਂ ਦਾ ਵੀਜ਼ਾ ਅਪਰੂਵ ਹੋਇਆ, 5 ਦਾ ਸਟੇਟਸ ਚੇਂਜ ਕੀਤਾ ਫਾਈਲ 'ਚ, ਤੇ ਅਲਟੀਮੇਟਲੀ ਰਿਜ਼ਲਟ ਸਾਡੇ ਸਾਹਮਣੇ ਹੈਗਾ। ਬਿਲਕੁਲ, ਬਹੁਤ ਵਧੀਆ ਰਿਜ਼ਲਟ ਹੁਣ ਤੱਕ ਜਿੰਨੇ ਵੀ ਅਸੀਂ ਦੇਖੇ ਨੇ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਜਿਹੜੇ ਵੀਜ਼ਾਸ ਲਗਵਾ ਕੇ ਦਿੱਤੇ ਗਏ ਨੇ, ਬਹੁਤ ਵਧੀਆ ਰਿਜ਼ਲਟ ਜਿਹੜੇ ਉਹਨਾਂ ਦੇ ਆਏ ਨੇ। ਤੇ ਰਾਹੁਲ, ਆਪਣਾ ਵੀਜ਼ਾ ਤੁਸੀਂ ਇੱਕ ਵਾਰ ਸਾਡੇ ਆਡੀਅנס ਨੂੰ ਜਿਹੜਾ ਜ਼ਰੂਰ ਦਿਖਾ ਦਿਓ।
ਸੋ ਇਹਨੇ ਰਾਹੁਲ ਤੇ ਇਦਾਂ ਦੇ ਹੋਰ ਵੀ ਬਹੁਤ ਸਾਰੇ ਕਲਾਇੰਟ ਜਿਨ੍ਹਾਂ ਦਾ ਹੁਣ ਤੱਕ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਵੀਜ਼ਾ ਲਗਵਾ ਕੇ ਦਿੱਤਾ ਗਿਆ। ਖਾਸ ਕਰਕੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਸਪਾਊਸ ਐਂਡ ਓਪਨ ਵਰਕ ਪਰਮਿਟ ਵੀਜ਼ਾਸ ਦੀ, ਜੋ ਕਿ ਦਾ ਇਮੀਗ੍ਰੇਸ਼ਨ ਲਾਂਚ ਦੇ ਵੱਲੋਂ ਲਗਵਾ ਕੇ ਦਿੱਤੇ ਗਏ ਨੇ। ਅਗਰ ਤੁਹਾਨੂੰ ਵੀ ਲੱਗਦਾ ਹੈ, ਅਗਰ ਤੁਸੀਂ ਵੀ ਇਹਨਾਂ ਨੂੰ ਅਜ਼ਮਾਉਣਾ ਚਾਹੁੰਦੇ ਹੋ, ਅਗਰ ਤੁਸੀਂ ਵੀ ਇੱਕ ਵਾਰੀ ਆ ਕੇ ਇੱਥੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਸਾਡੇ ਤੇ ਬੇਸ਼ੱਕ ਯਕੀਨ ਕਰਨ ਦੀ ਜ਼ਰੂਰਤ ਨਹੀਂ ਹੈ। ਇੱਥੇ ਆ ਕੇ ਖੁਦ ਵਿਜ਼ਿਟ ਕਰੋ, ਖੁਦ ਵੈਰੀਫਾਈ ਕਰੋ ਕਿ ਖੁਦ ਦੇਖੋ ਕਿ ਤੁਹਾਨੂੰ ਕਿਵੇਂ ਦਾ ਲੱਗਦਾ ਹੈ, ਕਿਵੇਂ ਤੁਹਾਨੂੰ ਇੱਕ ਗਾਈਡ ਕਰਦੇ ਨੇ। ਤਾਂ ਇੱਕ ਵਾਰੀ ਦਾ ਇਮੀਗ੍ਰੇਸ਼ਨ ਲਾਂਚ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਇਹਨਾਂ ਦੇ ਵੱਲੋਂ ਉਹਨਾਂ ਦਾ ਵੀਜ਼ਾ ਵੀ ਲਗਵਾ ਕੇ ਦਿੱਤਾ ਗਿਆ ਜੋ ਕਿ ਪਹਿਲਾਂ ਕਈ ਵਾਰ ਰਿਫਿਊਜ਼ ਹੋ ਚੁੱਕੇ ਸੀਗੇ, ਔਰ ਨਾਲ ਹੀ ਜਿਨ੍ਹਾਂ ਨੂੰ ਇਹ ਤੱਕ ਕਹਿ ਦਿੱਤਾ ਗਿਆ ਸੀ ਕਿ ਤੁਹਾਡਾ ਤਾਂ ਬੈਨ ਹੀ ਲੱਗ ਜਾਏਗਾ, ਉਹਨਾਂ ਨੂੰ ਵੀ ਇੱਕ ਹੀ ਵਾਰ ਦੇ ਵਿੱਚ ਇਹਨਾਂ ਨੇ ਵੀਜ਼ਾ ਜਿਹੜੇ ਨੇ ਉਹ ਲੈ ਕੇ ਦਿੱਤੇ ਨੇ। ਔਰ ਅਗਰ ਤੁਸੀਂ ਵੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਕੋਈ ਵੀ ਡਿਟੇਲਸ ਜਿਹੜੀਆਂ ਲੈਣੀਆਂ ਚਾਹੁੰਦੇ ਹੋ, ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨੰਬਰਸ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਨੇ 9988161161। मैं एक बार फिर तो रिपीट कर देनी है नंबर 9988161161 ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਦਾ ਇਮੀਗ੍ਰੇਸ਼ਨ ਲਾਂਚ ਜਲੰਧਰ ਜਾਂ ਫਿਰ ਬਟਾਲਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਦਾ ਇਮੀਗ੍ਰੇਸ਼ਨ ਲਾਂਚ ਫਿਰ ਇੱਕ ਵਾਰ ਤੋਂ ਆਏ ਹਾਂ ਔਰ ਇਸ ਤੋਂ ਪਹਿਲਾਂ ਮੇਰੀ ਸਹਿਯੋਗੀ ਚੰਦਨਪ੍ਰੀਤ ਕੌਰ ਵੱਲੋਂ ਕੁਝ ਇੱਕ ਕੈਂਡੀਡੇਟਸ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਗਿਆ ਸੀ ਜਿਨ੍ਹਾਂ ਦੇ ਸਪਾਊਸਲ ਓਪਨ ਵਰਕ ਪਰਮਿਟ ਲੱਗੇ ਸੀ। ਪਿਛਲੇ ਐਪੀਸੋਡ ਦੇ ਵਿੱਚ 16 ਤੋਂ 17 ਐਸੇ ਕੈਂਡੀਡੇਟਸ ਨਾਲ ਮੈਂ ਤੁਹਾਨੂੰ ਰੂਬਰੂ ਕਰਵਾਇਆ ਸੀ ਜਿਨ੍ਹਾਂ ਦੇ ਸਪਾਊਸਲ ਓਪਨ ਵਰਕ ਪਰਮਿਟ ਲੱਗੇ ਸੀ ਔਰ ਸਕਸੈਸਫੁਲੀ ਸਾਰੇ ਕੈਨੇਡਾ ਪਹੁੰਚ ਚੁੱਕੇ ਨੇ। ਨੈਕਸਟ ਕੈਂਡੀਡੇਟ ਸਾਡੇ ਨਾਲ ਜਤਿੰਦਰ ਸਿੰਘ ਨੇ, ਇਹਨਾਂ ਦਾ ਵੀ ਸਪਾਊਸਲ ਓਪਨ ਵਰਕ ਪਰਮਿਟ ਜਿਹੜਾ ਅਪਰੂਵ ਹੋਇਆ ਔਰ ਇਹਨਾਂ ਦੇ ਕੇਸ ਦੇ ਵਿੱਚ ਚੈਲੰਜ ਜੋ ਮੈਂ ਪੜ੍ਹ ਪਾ ਰਿਹਾ ਉਹ ਇਹ ਸੀ ਕਿ ਇਹਨਾਂ ਦਾ ਜਦੋਂ ਚਲੋ ਇਹਨੂੰ ਥੋੜ੍ਹਾ ਰੈਸਟ ਰੱਖਦੇ ਆਪਾਂ, ਇਹਨਾਂ ਕੋਲੋਂ ਜਾਣਾਂਗੇ ਇਹਨਾਂ ਐਕਸਪੀਰੀਅੰਸ ਕਿਵੇਂ ਦਾ ਰਿਹਾ ਔਰ ਸਾਨੀ ਸਰ ਕੋਲੋਂ ਪੁੱਛਾਂਗੇ ਕਿ ਇਹਨਾਂ ਦੇ ਕੇਸ ਦੇ ਵਿੱਚ ਕੀ ਚੈਲੰਜ ਹੈ। ਜੋ ਜਤਿੰਦਰ ਜੀ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ। ਜਤਿੰਦਰ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਕਿ ਤੁਹਾਡਾ ਜਿਹੜਾ ਹੈ ਉਹ ਵੀਜ਼ਾ ਅਪਰੂਵ ਹੋ ਚੁੱਕਾ ਹੈ। ਥੋੜ੍ਹੀ ਜਿਹੀ ਆਪਣੀ ਬੈਕਗਰਾਊਂਡ ਬਾਰੇ ਦੱਸੋ ਕਿ ਪਹਿਲਾਂ ਕਦੀ ਕਿਤੇ ਵੀਜ਼ਾ ਅਪਲਾਈ ਕੀਤਾ ਹੋਵੇ, ਕਿਸੇ ਕੰਸਲਟੈਂਟ ਨੂੰ ਮਿਲੇ ਹੋਵੋ ਜਾਂ ਸਪਾਊਸਲ ਓਪਨ ਵਰਕ ਪਰਮਿਟ ਨੂੰ ਲੈ ਕੇ ਮਾਰਕੀਟ ਵਿੱਚ ਚਰਚਾਵਾਂ ਬਹੁਤ ਨੇ ਕਿ ਵੀਜ਼ਾ ਰਿਫਿਊਜ਼ ਬਹੁਤ ਹੁੰਦੇ ਆ। ਟਰਸਟ ਸੀ ਇੱਥੇ ਕਿ ਵੀਜ਼ਾ ਆ ਜਾਊਗਾ? ਸਰ ਫਸਟ ਆਫ ਆਲ ਮੈਂ ਦਾ ਇਮੀਗ੍ਰੇਸ਼ਨ ਲਾਂਚ ਵਾਲਾ ਦਾ ਸਭ ਦਾ ਟੀਮ ਦਾ ਥੈਂਕਫੁਲ ਹਾਂ, ਸਪੈਸ਼ਲੀ ਮਿਸਟਰ ਜਤਿਨ ਸਾਨੀ, ਮਿਸਟਰ ਲੋਕੇਸ਼ ਐਂਡ ਮੈਮ ਗਾਇਤਰੀ। ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਮੈਂ ਫਸਟ ਟਾਈਮ ਇੱਥੇ ਆਇਆ ਸੀਗਾ ਕਿ ਮੇਰੇ ਫਰੈਂਡ ਮਿਸਟਰ ਉਪਕਾਰ ਨੇ ਮੈਨੂੰ ਰੈਫਰ ਕੀਤਾ ਸੀਗਾ ਕਿ ਹਾਂ ਵੀ ਤੂੰ ਜਿਹੜੇ ਦਾ ਇਮੀਗ੍ਰੇਸ਼ਨ ਲਾਂਚ ਵਾਲੇ ਆ ਉਹਨਾਂ ਕੋਲ ਜਾ, ਉਹਨਾਂ ਤੋਂ ਵਿਜ਼ਿਟ ਕਰ ਤੇ ਤੈਨੂੰ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਲੱਗਦਾ ਤੂੰ ਸਾਨੂੰ ਦੱਸੀ ਹੈ ਨਾ। ਮੈਂ ਸਰ ਵਿਜ਼ਿਟ ਕੀਤਾ ਇੱਥੇ, ਇਹਨਾਂ ਨੇ ਸਰ ਮੈਨੂੰ ਜੈਨੂਅਨ ਜੋ ਵੀ ਡਾਕੂਮੈਂਟਸ ਵਗੈਰਾ ਸਭ ਪ੍ਰੋਪਰ ਟਰੂ ਗਾਈਡ ਕੀਤਾ ਤਾਂ ਮੈਨੂੰ ਵੀ ਫੀਲ ਆ ਵੀ ਹਾਂ ਸਭ ਕੁਝ ਜੈਨੂਅਨ ਆ। ਓਕੇ ਦੈਟਸ ਇਟ ਆ। ਮੈਂ ਆਪਣੀ ਡਾਕੂਮੈਂਟੇਸ਼ਨ ਜੋ ਮੇਰੇ ਕੋਲ ਵੈਲਿਡ ਸੀਗਾ ਮੈਂ ਸਭ ਕੁਝ ਇਹਨਾਂ ਨੂੰ ਹੈਂਡ ਟੂ ਹੈਂਡ ਸਬਮਿਟ ਕੀਤਾ ਤੇ ਫਸਟ ਟਾਈਮ ਮੈਂ ਇੱਥੇ ਵਿਜ਼ਿਟ ਕੀਤਾ ਤੇ ਮੈਨੂੰ ਵਧੀਆ ਲੱਗਾ ਤੇ ਦੈਟਸ ਵਾਈ ਮੈਂ ਇਹਨਾਂ ਕੋਲ ਆਪਣੀ ਫਾਈਲ ਅਪਲਾਈ ਕੀਤੀ ਜੀ। ਸੋ ਜਤਿੰਦਰ ਜੀ ਜਦੋਂ ਅਸੀਂ ਕੋਈ ਸ਼ਾਪਿੰਗ ਕਰਨੀ ਹੁੰਦੀ, ਕੋਈ ਕੱਪੜੇ ਵੀ ਲੈਣੇ ਹੁੰਦੇ ਆ, ਅਸੀਂ 2-3 ਦੁਕਾਨਾਂ 'ਤੇ ਜਾਂਦੇ ਆ ਕਿ ਚੀਜ਼ ਤਾਂ ਚਲੋ ਚੰਗੀ ਲੱਗ ਜਾਂਦੀ ਪਹਿਲੀ ਦੁਕਾਨ ਤੋਂ, ਕਿਤੇ ਰੇਟ ਤਾਂ ਨਹੀਂ ਵੱਧ ਮੰਗਦਾ ਪਿਆ, ਪਰ ਜਦੋਂ ਹੁਣ ਫਿਊਚਰ ਦੀ ਗੱਲ ਆ ਗਈ, ਵੀਜ਼ੇ ਦੀ ਗੱਲ ਆ ਗਈ, ਉਦੋਂ ਅਸੀਂ ਪਹਿਲੀ ਵਾਰੀ ਸਾਡਾ ਯਕੀਨ ਕਿਵੇਂ ਬਣ ਗਿਆ ਇਮੀਗ੍ਰੇਸ਼ਨ ਲਾਂਚ 'ਤੇ? ਸਰ ਦੇਖੋ ਇਹ ਹੁੰਦਾ ਹੈ ਕਿ ਆਪਾਂ ਜਦੋਂ ਕਿਸੇ ਵੀ ਆਫਿਸ ਵਿਜ਼ਿਟ ਕਰਦੇ ਹਾਂ ਸਾਨੂੰ ਹੁੰਦਾ ਉੱਥੇ ਦਾ ਐਟਮੋਸਫੇਅਰ ਕਿੱਦਾਂ ਦਾ, ਉੱਥੇ ਦਾ ਸਟਾਫ ਸਾਨੂੰ ਕਿੱਦਾਂ ਗਾਈਡ ਕਰਦਾ ਤੇ ਉੱਥੇ ਦੇ ਜੋ ਵੀ ਮੇਨ ਜੋ ਓਨਰਸ ਆ ਉਹ ਸਾਨੂੰ ਕਿੱਦਾਂ ਸਾਨੂੰ ਟਰੀਟ ਕਰਦੇ ਆ ਨਾ। ਤੇ ਮੈਂ ਆਇਆ ਸਰ, ਤੁਸੀਂ ਯਕੀਨ ਮੰਨੋ ਜਦੋਂ ਮੈਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਨਾ ਮੈਨੂੰ ਉਦੋਂ ਹੀ ਲੱਗਾ ਸੀਗਾ ਕਿ ਮੇਰਾ ਕੇਸ 100% ਲੱਗਣਾ ਹੀ ਲੱਗਣਾ, ਮੈਨੂੰ ਵੀਜ਼ਾ ਮਿਲਣਾ ਹੀ ਮਿਲਣਾ। ਪਰ ਮਾਰਕੀਟ ਵਿੱਚ ਚਰਚਾਵਾਂ ਬਹੁਤ ਆ ਕਿ ਵੀਜ਼ੇ ਰਿਫਿਊਜ਼ ਹੋ ਰਹੇ। ਸਰ ਵੀਜ਼ੇ ਰਿਫਿਊਜ਼ ਹੁੰਦੇ ਆ, ਕਿਉਂ ਹੁੰਦੇ ਮੈਂ ਤੁਹਾਨੂੰ ਦੱਸਦਾ ਉਹਦਾ ਰੀਜ਼ਨ ਇੱਕ ਆ। ਜਿਹੜੇ ਕੰਸਲਟੈਂਟ ਆ ਨਾ ਉਹ ਕਹਿੰਦੇ ਕਿ ਤੁਸੀਂ ਸਾਡੇ ਕੋਲ ਆ ਜਾਓ, ਵੀਜ਼ੇ ਦੀ ਕੋਈ ਗਰੰਟੀ ਨਹੀਂ ਹੈਗੀ ਆ। ਸਰ ਉਹ ਆਪਣੇ ਵੱਲੋਂ ਇੱਕ ਟਰਾਈ ਕਰਦੇ ਆ ਤੇ ਜਦੋਂ ਕਿਸੇ ਕੰਸਲਟੈਂਟ ਦੀ ਰਿਫਿਊਜ਼ਲ ਆਉਂਦੀ ਆ ਉਹ ਸਰ ਹਾਈਡ ਰੱਖਦੇ ਆ, ਜੋ ਸਭ ਤੋਂ ਬੈਡ ਇਫੈਕਟ ਆ ਸਾਡੇ ਫਿਊਚਰ ਲਈ ਜਿਨ੍ਹਾਂ ਨੇ ਫਾਈਲ ਅਪਲਾਈ ਕਰਨੀ ਆ। ਜਦੋਂ ਸਰ ਇੱਕ ਵਾਰ ਰਿਫਿਊਜ਼ਲ ਆ ਗਈ ਉਹਨੇ ਹਾਈਡ ਕੀਤਾ ਤੇ ਕੰਸਲਟੈਂਟ ਮੋਸਟਲੀ ਇੱਦਾਂ ਕਰਦੇ ਕਿ ਟਰੂ ਪਿਕਚਰ ਕਿਸੇ ਨੂੰ ਨਹੀਂ ਦਿੰਦੇ ਹੈਗੇ, ਬਟ ਇਹਦੇ ਇਮੀਗ੍ਰੇਸ਼ਨ ਲਾਂਚ ਵਿੱਚ ਇੱਦਾਂ ਦਾ ਕੁਝ ਨਹੀਂ ਹੈਗਾ। ਸਭ ਕੁਝ ਤੁਹਾਡੇ ਆਈਜ਼ ਦੇ ਸਾਹਮਣੇ ਆ, ਟਰੂ ਪਿਕਚਰ ਤੁਹਾਡੇ ਸਾਹਮਣੇ ਆ। ਦੈਟਸ ਵਾਈ ਸਰ ਸੋ ਜਤਿੰਦਰ ਜੀ ਬਹੁਤ ਬਹੁਤ ਮੁਬਾਰਕਬਾਦ। ਮੈਂ ਚਾਹੂੰਗਾ ਕਿ ਆਪਣਾ ਪਾਸਪੋਰਟ ਜਿਹੜਾ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਤਾਂ ਕਿ ਦਰਸ਼ਕਾਂ ਨੂੰ ਵੀ ਟਰਸਟ ਹੋ ਜਾਏ ਕਿ ਵਾਕਈ ਵੀਜ਼ੇ ਲੱਗਦੇ ਆ, ਕਿਉਂਕਿ ਕੱਲ੍ਹ ਪਿਛਲੇ ਐਪੀਸੋਡ ਦੇ ਵਿੱਚ 16 ਕੈਂਡੀਡੇਟ ਐਸੇ ਮਿਲਾਏ ਸੀ ਜਿਨ੍ਹਾਂ ਦੇ ਵੀਜ਼ੇ ਲੱਗੇ ਸੀ ਔਰ ਇਸ ਵਾਰ ਐਪੀਸੋਡ ਦੇ ਵਿੱਚ ਮੇਰੇ ਖਿਆਲ ਹੁਣ ਤੱਕ 12-13 ਕੈਂਡੀਡੇਟ ਨੂੰ ਅਸੀਂ ਮਿਲ ਚੁੱਕੇ ਹਾਂ ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਆ। ਹੋਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਨਾਲ ਅਸੀਂ ਇੰਟਰਵਿਊਜ਼ ਕਰਨੀਆਂ। ਸੋ ਸਾਨੀ ਸਰ, ਤਾਂ ਇਮੀਗ੍ਰੇਸ਼ਨ ਲਾਂਚ ਦੀ ਅਸੀਂ ਹਰ ਵਾਰ ਗੱਲ ਕਰਦੇ ਹਾਂ ਕਿ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਹੈ। ਇੱਕ CICC ਮੈਂਬਰ ਕੋਲੋਂ ਵੀਜ਼ਾ ਅਪਲਾਈ ਕਰੋ ਤਾਂ ਵੀਜ਼ਾ ਚਾਂਸਿਸ ਵੱਧ ਹੋ ਜਾਂਦੇ ਆ। ਸੋ ਜਤਿੰਦਰ ਹੁਣਾਂ ਦੇ ਕੇਸ ਦੇ ਵਿੱਚ ਕੀ ਚੈਲੰਜਸ ਲੱਗੇ ਤੁਹਾਨੂੰ?
ਸਰ ਦੇਖੋ, ਜਿਵੇਂ ਇਹਨਾਂ ਨੇ ਕਿਹਾ ਕਿ ਹਾਲਾਂਕਿ ਡਿਸਕਸ ਕਰਦੇ ਰਹੇ ਸਾਡੇ ਨਾਲ ਡਿਊਰਿੰਗ ਐਪਲੀਕੇਸ਼ਨ ਪ੍ਰੋਸੈਸਿੰਗ ਵੀ, ਤੇ ਇਹਨਾਂ ਦੀ ਵਾਈਫ ਦੀ ਜਦੋਂ ਅਸੀਂ ਫਾਈਲ ਸਬਮਿਟ ਕੀਤੀ ਸੀਗੀ ਤੇ ਉਸ ਵੇਲੇ ਉਹ ਸਟੱਡੀ ਕਰ ਰਹੇ ਸੀਗੇ, ਮਤਲਬ ਕਿ ਜਤਿੰਦਰ ਦੀ ਜਦੋਂ ਫਾਈਲ ਸਬਮਿਟ ਕੀਤੀ ਸੀਗੀ, ਬਾਅਦ 'ਚ ਉਹਨਾਂ ਦਾ ਸਟੇਟਸ ਚੇਂਜ ਹੋ ਗਿਆ। ਸੋ ਮੈਂ ਹਰ ਵਾਰੀ ਕਹਿੰਦਾ ਕਿ ਜਿਹੜਾ ਇਹ ਪਰਟੀਕੂਲਰ ਮੌਕਾ ਹੁੰਦਾ, ਉਸ ਵੇਲੇ ਕੰਸਲਟੈਂਟ ਦੀ ਸਮਝਦਾਰੀ ਇਹ ਹੈਗੀ ਹੈ ਕਿ ਜਿਹੜਾ ਸਟੇਟਸ ਅਪਡੇਟ ਹੈ ਸਪਾਊਸ ਦਾ, ਬਿਕੋਜ਼ ਦੇਖੋ ਇਹਨਾਂ ਦੀ ਫਾਈਲ ਜਿਹੜੀ ਹੈ ਉਹ ਸਪਾਊਸ ਦੇ ਉੱਪਰ ਡਿਪੈਂਡੈਂਟ ਹੈ। ਸੋ ਅਨਲੈਸ ਕਿ ਇਮੀਗ੍ਰੇਸ਼ਨ ਨੂੰ ਜਿਹੜਾ ਮੇਨ ਇਹਨਾਂ ਦੇ ਵਾਈਫ ਇੱਥੇ ਕੈਨੇਡਾ 'ਚ ਹੈਗੇ ਆ, ਉਹਨਾਂ ਦਾ ਕਰੰਟ ਸਟੇਟਸ ਅਪਡੇਟ ਨਹੀਂ ਹੋਏਗਾ, ਸੋ ਇਹਨਾਂ ਦੇ ਕੇਸ 'ਚ ਵੀ ਦਿੱਕਤ ਆ ਸਕਦੀ ਹੈ। ਸੋ ਪਹਿਲਾ ਚੀਜ਼ ਤਾਂ ਇਹ ਸੀ ਕਿ ਜੀ ਉਹਨਾਂ ਦੀ ਸਟੱਡੀ ਖਤਮ ਹੋ ਗਈ, ਦੈਨ ਅਸੀਂ ਉਹਨਾਂ ਦਾ ਵਰਕ ਪਰਮਿਟ, ਉਹਨਾਂ ਦੇ ਇੰਪਲੋਇਮੈਂਟ ਦੇ ਡਾਕੂਮੈਂਟਸ ਉੱਥੇ ਅਸੀਂ ਅਪਡੇਟ ਕੀਤੇ ਤਾਂ ਕਿ ਇਹਨਾਂ ਦੀ ਐਪਲੀਕੇਸ਼ਨ ਸੇਫ ਹੋ ਸਕੇ ਕਿਸੇ ਤਰੀਕੇ ਨਾਲ। ਅਦਰਵਾਈਜ਼ ਡਿਲੇ ਤਾਂ ਦੇਖੋ ਸੀਗੀ ਫਾਈਲ ਦੇ ਵਿੱਚ, ਬਟ ਅਸੀਂ ਟਾਈਮਲੀ ਸਬਮਿਸ਼ਨ ਕਰਕੇ ਤੇ ਸਟੇਟਸ ਅਪਡੇਟ ਕਰਾਤਾ। ਉਸ ਤੋਂ ਬਾਅਦ ਜਿਹੜਾ ਇਨੀਸ਼ੀਅਲ ਚੈਲੰਜ ਸੀਗਾ ਇਹਨਾਂ ਦੇ ਕੇਸ ਦੇ ਅੰਦਰ, ਇਹਨਾਂ ਦਾ ਜਿਹੜਾ ਮੈਰਿਜ ਹੋਈ ਸੀਗੀ ਉਹ ਸਟੱਡੀ ਵੀਜ਼ਾ ਸਪਾਊਸ ਦਾ ਅਪਰੂਵ ਹੋਣ ਤੋਂ ਬਾਅਦ ਹੋਈ ਸੀਗੀ। ਜੀ ਬਿਲਕੁਲ, ਮੈਂ ਵੀ ਉਹ ਦੇਖ ਪਾ ਰਿਹਾ ਕਿ ਜਿਹੜਾ ਮੈਰਿਜ ਆਫਟਰ ਵੀਜ਼ਾ, ਯਾਨੀ ਪਹਿਲਾਂ ਇਹਨਾਂ ਦੇ ਵਾਈਫ ਦਾ ਵੀਜ਼ਾ ਆ ਗਿਆ, ਫਿਰ ਮੈਰਿਜ ਹੋਈ। ਆਪਾਂ ਅਕਸਰ ਗੱਲ ਕਰਦੇ ਹਾਂ ਕਿ ਐਸੇ ਕੇਸਾਂ ਦੇ ਵਿੱਚ ਵੀਜ਼ਾ ਅਫਸਰ ਨੂੰ ਸਿੱਧੀ ਇੰਟੈਂਸ਼ਨ ਜਿਹੜੀ ਕਲੀਅਰ ਲੱਗਦੀ ਹੈ ਕਿ ਇਹ ਪਹਿਲਾਂ ਇਹਨਾਂ ਦਾ ਵੀਜ਼ਾ ਆਇਆ, ਫਿਰ ਮੈਰਿਜ ਹੋਈ, ਕਿਤੇ ਨਾ ਕਿਤੇ ਇਮੀਗ੍ਰੇਸ਼ਨ ਫਲਾਈਟ ਆ ਜਾਂ ਇਹ ਕੰਟਰੈਕਟ ਮੈਰਿਜ ਆ। ਸੋ ਇਹ ਵੀ ਮੈਨੂੰ ਲੱਗਦਾ ਬਹੁਤ ਵੱਡਾ ਚੈਲੰਜ ਹੋਊਗਾ। ਬਿਲਕੁਲ ਜੀ, ਇਹ ਹਰ ਕੇਸ 'ਚ ਜਿਹੜੇ ਇਹੋ ਜਿਹੇ ਹੁੰਦੇ ਆ, ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਅਸੀਂ ਉਹਨਾਂ ਦੀ ਰਿਲੇਸ਼ਨਸ਼ਿਪ ਦੀ ਬੈਕਗਰਾਊਂਡ 'ਚ ਜਾਈਏ ਜਾਂ ਅਸੀਂ ਇਹੋ ਜਿਹੇ ਐਵੀਡੈਂਸ ਪ੍ਰੈਜ਼ੈਂਟ ਕਰ ਸਕੀਏ ਇਮੀਗ੍ਰੇਸ਼ਨ ਆਫਿਸ ਦੇ ਅੱਗੇ ਤਾਂ ਕਿ ਉਹਨਾਂ ਨੂੰ ਯਕੀਨ ਮੰਨ ਸਕੇ। ਸੋ ਇਹ ਬਹੁਤ ਵੈਰਾਈਟੀ ਆਫ ਮਤਲਬ ਕਿ ਐਵੀਡੈਂਸ ਹੁੰਦੇ ਆ, ਸਾਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ, ਕਲਾਇੰਟ ਦੇ ਨਾਲ ਕੰਸਲਟੇਸ਼ਨ ਕਰਨੀ ਪੈਂਦੀ ਹੈ ਡੀਪ, ਕਿ ਸਾਨੂੰ ਕੀ ਕੁਝ ਐਕਸਟਰਾ ਦੇ ਸਕਦੇ ਆ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਜਿਹੜੇ ਐਵੀਡੈਂਸਿਸ ਹੈ, ਤਾਂ ਕਿ ਇਮੀਗ੍ਰੇਸ਼ਨ ਆਫਿਸ ਨੂੰ ਯਕੀਨ ਦਿਲਾਇਆ ਜਾ ਸਕੇ। ਜੀ, ਸੋ ਇਹ ਸੀ ਜਤਿੰਦਰ ਸਿੰਘ ਹੁਣੀ ਜਿਨ੍ਹਾਂ ਨੇ ਸਪਾਊਸਲ ਓਪਨ ਵਰਕ ਪਰਮਿਟ ਆਪਣਾ ਹਾਸਲ ਕਰ ਲਿਆ। ਸੋ ਇਸੇ ਤਰ੍ਹਾਂ ਹੋਰ ਵੀ ਕੈਂਡੀਡੇਟ ਸਾਡੇ ਨਾਲ ਆਏ ਹੋਏ ਨੇ ਮਿਲਣ ਲਈ, ਉਹਨਾਂ ਨਾਲ ਤੁਹਾਨੂੰ ਰੂਬਰੂ ਕਰਨੇ ਆ। ਸੋ ਜਤਿੰਦਰ ਜੀ, ਚੰਗੇ ਫਿਊਚਰ ਦੀ ਕਾਮਨਾ ਕਰਦੇ ਆ। ਕੋਈ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ, ਸੁਨੇਹਾ ਦੇਣਾ ਚਾਹੋ, ਜਾਂ ਇਹਨਾਂ ਦੀ ਸਰਵਿਸਿਜ਼ ਬਾਰੇ ਕੁਝ ਦੱਸਣਾ ਚਾਹੋ? ਜੀ ਸਰ ਮੈਂ ਕਹਿੰਦਾ ਕਿ ਜਿਨ੍ਹਾਂ ਨੇ ਆਪਣਾ ਫਾਈਲ ਇਨ ਫਿਊਚਰ ਅਪਲਾਈ ਕਰਨੀ ਆ, ਸਟੂਡੈਂਟ, ਸਪਾਊਸ ਜਾਂ ਫਿਰ PR ਲਈ, ਮੈਂ ਕਹਿੰਦਾ ਇੱਕ ਵਾਰੀ ਆਫਿਸ ਵਿਜ਼ਿਟ ਕਰੋ। ਤੁਸੀਂ ਇਹਨਾਂ ਤੋਂ ਪ੍ਰੋਪਰ ਤੁਹਾਡੀ ਡਾਕੂਮੈਂਟੇਸ਼ਨ ਵਗੈਰਾ ਜੋ ਵੀ ਹੈ ਸਬਮਿਸ਼ਨ ਦੀ, ਉਹ ਤੁਸੀਂ ਇਹਨਾਂ ਕੋਲ ਫੋਲੋ ਕਰੋ। ਜੇ 100% ਆ ਤੁਹਾਨੂੰ ਸ਼ੋਰ ਆ ਕਿ ਤੁਹਾਨੂੰ ਟਰੂ ਫਿਊਚਰ ਦੇਣਗੇ। ਜੇ ਤੁਹਾਡਾ ਕੇਸ ਇਨ ਫਿਊਚਰ 'ਚ ਲੱਗਣਾ ਵੀ ਹੋਇਆ ਨਾ ਤਾਂ ਜ਼ਰੂਰ ਤੁਹਾਨੂੰ ਹੈਲਪ ਕਰਨਗੇ, 100% ਕਰਨਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਨੈਕਸਟ ਕੈਂਡੀਡੇਟ ਸਾਡੇ ਨਾਲ ਦਰਸ਼ਪ੍ਰੀਤ ਸਿੰਘ ਧਾਲੀਵਾਲ ਜੋ ਮੌਜੂਦ ਨੇ, ਪੇਸ਼ੇ ਵਜੋਂ ਖੇਤੀਬਾੜੀ ਕਰਦੇ ਨੇ। ਸਪਾਊਸਲ ਓਪਨ ਵਰਕ ਪਰਮਿਟ ਅਪਰੂਵ ਹੋ ਗਿਆ ਹੈ, ਇਹ ਵੀ ਹੁਣ ਕੈਨੇਡਾ ਜਾ ਰਹੇ ਨੇ। ਇਹਨਾਂ ਵੱਲ ਦੂਰੀਆਂ ਜਿਹੜੀਆਂ ਵਧਾਈਆਂ ਬਣਦੀਆਂ, ਉਹ ਇਹਨਾਂ ਪਾਸੋਂ ਜਾਣਾਂਗੇ ਦੂਰੀਆਂ ਵਧਾਈਆਂ ਕਿਉਂ ਆ। ਦਰਸ਼ਪ੍ਰੀਤ ਜੀ, ਬਹੁਤ ਬਹੁਤ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਪਹਿਲੀ ਵਧਾਈ ਤਾਂ ਜਿਹੜਾ ਤੁਹਾਡੇ ਹੱਥ ਵਿੱਚ ਪਾਸਪੋਰਟ ਆ, ਅਸੀਂ ਚਾਹਾਂਗੇ ਕਿ ਦਰਸ਼ਕਾਂ ਨੂੰ ਵਿਖਾ ਦਿਓ ਕਿ ਤੁਹਾਡਾ ਵੀਜ਼ਾ ਅਪਰੂਵ ਹੋ ਚੁੱਕਾ ਹੈ ਔਰ ਦਰਸ਼ਕਾਂ ਨੂੰ ਯਕੀਨ ਹੋ ਜਾਏਗਾ। ਪਾਸਪੋਰਟ ਥੋੜ੍ਹਾ ਉੱਪਰ ਚੁੱਕ ਕੇ ਵਿਖਾ ਦਈਏ ਆਪਾਂ ਕੈਮਰੇ ਵੱਲ ਕਰਕੇ। ਤੇ ਪਹਿਲੀ ਵਧਾਈ ਤਾਂ ਬਣ ਗਈ ਕਿ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਹੈ, ਹੁਣ ਤੁਸੀਂ ਕੈਨੇਡਾ ਜਾ ਰਹੇ ਹੋ। ਹੁਣ ਦੂਜੀ ਵਧਾਈ ਵੀ ਦੱਸ ਦਿਓ ਕਿਹੜੀ ਹੈ? ਥੈਂਕ ਯੂ ਸਰ ਬੇਬੀ ਬਰਥ ਹੋਇਆ ਸਰ ਜੀ। ਸੋ ਬੇਬੀ ਬਰਥ ਹੋਇਆ ਜੀ ਕੈਨੇਡਾ ਦੇ ਵਿੱਚ, ਔਰ ਹੁਣ ਆਪਣੀ ਵਾਈਫ ਨੂੰ ਮਿਲਣ ਜਾਣਗੇ ਔਰ ਆਪਣੇ ਬੇਬੀ ਨੂੰ ਵੀ ਮਿਲਣ ਜਾਣਗੇ। ਔਰ ਮੇਰੇ ਖਿਆਲ 'ਚ ਫਸਟ ਟਾਈਮ ਤੁਸੀਂ ਆਪਣੇ ਬੇਬੀ ਨੂੰ ਦੇਖਣਾ। ਹਾਂਜੀ ਸਰ। ਖੁਸ਼ੀ ਦੂਰੀ ਹੈ, ਚਾਹ ਕਿੰਨਾ ਕੁ? ਬਹੁਤ ਜ਼ਿਆਦਾ ਚਾਹ ਸਰ। ਕਿੰਨਾ ਕੁ ਇੰਤਜ਼ਾਰ ਕੀਤਾ ਇਸ ਪਾਸਪੋਰਟ ਦੇ ਲਈ? ਸਰ ਬਹੁਤ ਟਾਈਮ ਲੱਗ ਗਿਆ ਸਰ ਜੀ। ਸੋ ਇਮੀਗ੍ਰੇਸ਼ਨ ਲਾਂਚ ਬਾਰੇ ਕਿੱਥੋਂ ਪਤਾ ਲੱਗਾ ਸੀ? ਔਰ ਤੁਸੀਂ ਨਿਹਾਲ ਸਿੰਘ ਵਾਲਾ ਨੂੰ ਬਿਲੋਂਗ ਕਰਦੇ ਹੋ ਔਰ ਤੁਹਾਡੇ ਨਿਹਾਲ ਸਿੰਘ ਵਾਲਾ ਮੋਗਾ ਡਿਸਟ੍ਰਿਕਟ ਤੋਂ ਜਲੰਧਰ ਆਉਂਦਿਆਂ ਬਹੁਤ ਸਾਰੇ ਕੰਸਲਟੈਂਟ ਨੇ, ਕੁਝ ਲੁਧਿਆਣਾ ਬੈਠੇ ਹੋਏ ਨੇ, ਕੁਝ ਜਲੰਧਰ ਕੰਸਲਟੈਂਟ ਬੈਠੇ ਨੇ, ਕੁਝ ਬਠਿੰਡਾ ਵੀ ਤੁਹਾਨੂੰ ਲਾਗੇ ਉਹਨਾਂ ਕੀ ਪੈਂਦਾ ਹੈ, ਜਿਹੜੇ ਤੁਹਾਨੂੰ ਯਕੀਨ ਦਿਵਾਉਂਦੇ ਹੋਣਗੇ ਕਿ ਵੀਜ਼ੇ ਲੱਗ ਜਾਣਗੇ। ਪਰ ਜਲੰਧਰ ਯਕੀਨ ਕਿਉਂ ਬਣਿਆ? ਸਰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਤੇ ਇੱਕ ਮੇਰੇ ਫਰੈਂਡ ਨੇ ਰეკਮੈਂਡ ਕੀਤਾ ਸੀ ਮੈਨੂੰ। ਹਾਂਜੀ। ਤੇ ਹੁਣ ਤੁਸੀਂ ਕਦੋਂ ਟਰੈਵਲ ਕਦੋਂ ਕਰਨਾ? ਹਾਂਜੀ ਸਰ, ਬਸ ਸੂਨ ਕਮਿੰਗ ਜੀ। ਸੋ ਜਤਿਨ ਜੀ, ਇਹਨਾਂ ਦੇ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਚੈਲੰਜ ਸੀ? ਕਿਉਂਕਿ ਮੈਂ ਦੇਖ ਪਾ ਰਿਹਾ ਕਿ ਇਹਨਾਂ ਦੇ ਵਾਈਫ ਉੱਥੇ ਗਏ ਔਰ ਹੁਣ ਇਹਨਾਂ ਨੂੰ ਜਿਹੜੀ ਖੁਸ਼ਖਬਰੀ ਮਿਲੀ ਹੈ ਕਿ ਇਹਨਾਂ ਦੇ ਬੇਬੀ ਹੋਇਆ ਹੈ, ਇਹ ਉਹਨਾਂ ਨੂੰ ਮਿਲਣ ਜਾਣ ਲੱਗਣਗੇ। ਕਿ ਇਹਨਾਂ ਦਾ ਜਿਹੜਾ ਕੇਸ ਆ ਉਹ ਵਿਜ਼ਟਰ ਨਹੀਂ ਪਾਉਣਾ ਚਾਹੀਦਾ ਸੀ? ਸਰ ਦੇਖੋ, ਇਨੀਸ਼ੀਅਲੀ ਅਸੀਂ ਇਹਨਾਂ ਦੀ ਐਪਲੀਕੇਸ਼ਨ ਸਬਮਿਟ ਕਰ ਚੁੱਕੇ ਸੀਗੇ ਬਿਕੋਜ਼ ਇਹਨਾਂ ਦੀ ਜਨਵਰੀ 2022 ਦੀ ਸਬਮਿਸ਼ਨ ਹੈ। ਬਟ ਜਦੋਂ ਬੇਬੀ ਦਾ ਬਰਥ ਹੋਇਆ ਦੈਨ ਅਸੀਂ ਸੋਚਿਆ ਕਿ ਬਿਕੋਜ਼ ਓਪਨ ਦੇ ਡਿਸੀਜਨ ਬਹੁਤ ਡਿਲੇ ਹੋ ਰਹੇ ਸੀਗੇ ਤੇ ਅਸੀਂ ਕੋਸ਼ਿਸ਼ ਇਹ ਕੀਤੀ ਕਿ ਇਹਨਾਂ ਨੂੰ ਜੇ ਕਿਸੇ ਤਰੀਕੇ ਨਾਲ ਜਲਦੀ ਪਹੁੰਚ ਸਕਣ ਤੇ ਅਸੀਂ ਇਮੀਗ੍ਰੇਸ਼ਨ ਨੂੰ ਕੋਰਸਪੋਂਡੈਂਸ ਵੀ ਭੇਜੀ ਸੀਗੀ, ਸਪੈਸ਼ਲ ਰਿਕੁਐਸਟ ਪਾਈ ਸੀਗੀ ਇਨ ਹਿਜ਼ ਵਰਕ ਪਰਮਿਟ ਐਪਲੀਕੇਸ਼ਨ ਕਿ ਬੱਚੇ ਦਾ ਬਰਥ ਹੋਇਆ ਸੋ ਕੇਸ ਨੂੰ ਪ੍ਰਾਇੋਰਟਾਈਜ਼ ਕੀਤਾ ਜਾਵੇ। ਬਟ ਬਿਕੋਜ਼ ਬਹੁਤ ਡਿਲੇ ਸੀਗੀਆਂ, ਬੈਕਲੌਗ ਬਹੁਤ ਸੀਗੇ, ਸੋ ਉਹ ਪ੍ਰਾਇੋਰਟਾਈਜ਼ ਨਹੀਂ ਹੋ ਪਾ ਰਹੇ ਸੀਗੇ। ਦੈਨ ਅਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਵੀ ਨਾਲ ਸਬਮਿਟ ਕੀਤੀ ਸੀਗੀ, ਜਿਹੜੀ ਕਿ ਹਜੇ ਵੀ ਪੈਂਡਿੰਗ ਹੈ, ਉਹਦਾ ਡਿਸੀਜਨ ਨਹੀਂ ਆਇਆ। ਬਟ ਲੱਕੀਲੀ ਸਾਨੂੰ ਓਪਨ ਵਰਕ ਦਾ ਡਿਸੀਜਨ ਮਿਲ ਗਿਆ ਤੇ ਅਸੀਂ ਉਹਨਾਂ ਦੀ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਨੂੰ ਫਾਈਨਲੀ ਵਿਡਰਾਅ ਕਰ ਲਾਂਗੇ। ਜੀ। ਸੋ ਹੁਣ ਇਹ ਤੇ ਤੁਹਾਡੀ ਇਸ ਗੱਲ ਦੇ ਉੱਤੇ ਇੱਕ ਮੇਰਾ ਕੁਐਸਚਨ ਮੇਰੇ ਦਿਮਾਗ 'ਚ ਹੋਰ ਆ ਰਿਹਾ ਕਿ ਇਹਨਾਂ ਦੀ ਸਪਾਊਸਲ ਓਪਨ ਵਰਕ ਪਰਮਿਟ ਦੀ ਫਾਈਲ ਲੱਗੀ ਹੋਈ ਸੀ, ਤੁਸੀਂ ਨਾਲ ਵਿਜ਼ਟਰ ਵੀਜ਼ਾ ਦੀ ਵੀ ਫਾਈਲ ਪਾਤੀ,
ਤੇ ਅਕਸਰ ਕੰਸਲਟੈਂਟ ਇਹ ਕਹਿੰਦੇ ਕਿ ਜਦੋਂ ਇੱਕ ਕੈਂਡੀਡੇਟ ਦੀ ਫਾਈਲ ਲੱਗੀ ਹੋਵੇ ਤਾਂ ਦੂਜੀ ਫਾਈਲ ਪਾ ਦਈਏ ਤੇ ਵੀਜ਼ਾ ਰਿਫਿਊਜ਼ ਹੋ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਇੰਟੈਂਸ਼ਨ ਸਿਰਫ ਪਹੁੰਚਣ ਦੀ ਹੈ, ਇਹਦਾ ਕੋਈ ਮਤਲਬ ਪਰਟੀਕੂਲਰ ਰੀਜ਼ਨ ਨਹੀਂ ਹੈ, ਸਿਰਫ ਪਹੁੰਚਣਾ ਹੈ। ਜੇ ਓਪਨ ਵਰਕ ਪਰਮਿਟ ਨਹੀਂ ਲੱਗਾ ਤੇ ਅਸੀਂ ਵਿਜ਼ਟਰ ਦੀ ਫਾਈਲ ਪਾ ਦਈਏ। ਸੋ ਮਤਲਬ ਬਹੁਤ ਵੱਡਾ ਚੈਲੰਜ ਸੀ ਮੇਰੇ ਖਿਆਲ 'ਚ ਇਹ ਵੀ। ਜੀ ਬਿਲਕੁਲ, ਮੈਂ ਤੁਹਾਨੂੰ ਇਹ ਦਿਖਾ ਰਿਹਾ ਕਿ ਸਾਡੇ ਦਰਸ਼ਕਾਂ ਵਾਸਤੇ ਜਿਹੜੇ ਵੀ ਇਹੋ ਜਿਹੇ ਸਿਨੈਰੀਓ 'ਚ ਹੈਗੇ ਉਹਨਾਂ ਵਾਸਤੇ ਵੀ ਇੱਕ ਲਰਨਿੰਗ ਹੈਗੀ ਹੈ। ਦੇਖੋ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ, ਬਿਕੋਜ਼ ਅਸੀਂ ਆਲਰੇਡੀ ਜਿਹੜੀਆਂ ਇੰਟੈਂਸ਼ਨਸ ਹੈਗੀਆਂ ਟੈਂਪਰੇਰੀ ਸਟੇ ਦੀਆਂ ਇੰਟੈਂਸ਼ਨਸ ਓਪਨ ਡਾਕੂਮੈਂਟ 'ਚ ਵੀ ਉਹੀ ਹੁੰਦੀਆਂ, ਬਟ ਅਸੀਂ ਸਿਰਫ ਇਹ ਪਲੀ ਪਾਈ ਸੀਗੀ, ਇਹ ਰਿਕੁਐਸਟ ਕੀਤੀ ਸੀਗੀ ਔਨ ਕੰਪੈਸ਼ਨੇਟ ਗਰਾਊਂਡਸ ਕਿ ਉੱਥੇ ਜਿਹੜੀ ਇਹਨਾਂ ਦੇ ਵਾਈਫ ਨੇ ਇਕੱਲੇ ਨੇ, ਸੋ ਬੱਚਾ ਉੱਥੇ ਬੌਰਨ ਹੋ ਗਿਆ, ਸੋ ਉਹਨਾਂ ਨੂੰ ਟੇਕ ਕੇਅਰ ਕਰਨ ਵਾਸਤੇ, ਵਾਈਫ ਨੂੰ ਇਮੋਸ਼ਨਲ ਇੱਕ ਸਪੋਰਟ ਦੇਣ ਵਾਸਤੇ ਉਸ ਟਾਈਮ ਖੁਸ਼ੀ ਦਾ ਮੌਕਾ ਵੀ ਹੈਗਾ, ਸੋ ਉਹਨਾਂ ਦੇ ਹਸਬੈਂਡ ਨੂੰ ਵੀਜ਼ਾ ਦਿੱਤਾ ਜਾਵੇ ਤੇ ਵਿਜ਼ਟਰ ਵੀਜ਼ੇ ਨੂੰ ਵੀ ਥੋੜਾ ਜਿਹਾ ਜਲਦੀ ਬਿਕੋਜ਼ ਪ੍ਰੋਸੈਸਿੰਗ ਹੋ ਰਹੀ ਸੀਗੀ, ਸੋ ਇਹ ਸੋਚ ਕੇ ਅਸੀਂ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਪਾਈ ਸੀ। ਬਟ ਅਸੀਂ ਦੇਖ ਸਕਦੇ ਹਾਂ ਕਿ ਇਹਦਾ ਕੋਈ ਨੁਕਸਾਨ ਨਹੀਂ ਹੋਇਆ, ਸੋ ਓਪਨ ਵਰਕ ਅਪਰੂਵਲ ਸਾਨੂੰ ਮਿਲ ਚੁੱਕੀ ਹੈ ਆਲਰੇਡੀ ਜੀ। ਸੋ ਦਰਸ਼ਪ੍ਰੀਤ ਜੀ, ਡਰ ਨਹੀਂ ਸੀ ਮਨ ਦੇ ਵਿੱਚ ਵੀ ਕਿਤੇ ਇਹ ਨਾ ਹੋਵੇ ਵੀਜ਼ਾ ਰਿਫਿਊਜ਼ ਹੋ ਜਾਏ? ਸਰ ਨਹੀਂ ਸਰ, ਡਰ ਨਹੀਂ ਸੀ ਮਨ ਦੇ ਵਿੱਚ। ਸਰ ਗਾਇਤਰੀ ਮੈਮ ਨੂੰ ਮਿਲੇ, ਜਦੋਂ ਸਾਰਾ ਕੁਝ ਮੈਮ ਨਾਲ ਕੰਸੈਂਟਰੇਟ ਕੀਤਾ ਹੈ। ਤੁਸੀਂ ਸੋਸ਼ਲ ਮੀਡੀਆ ਨੂੰ ਵੇਖ ਕੇ ਦਾ ਇਮੀਗ੍ਰੇਸ਼ਨ ਲਾਂਚ ਦੇ ਕੋਲ ਆਏ ਤੇ ਸੋਸ਼ਲ ਮੀਡੀਆ ਦਾ ਭਰਿਆ ਪਿਆ ਅੱਜ ਕੰਸਲਟੈਂਟਸ ਦੇ ਨਾਲ, ਔਰ ਹਰ ਕੋਈ ਆਪਣੇ ਆਪ ਨੂੰ ਵੀਜ਼ਾ ਮਾਹਰ ਦੱਸਦਾ ਪਿਆ, ਔਰ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ ਉਹ ਕਹਿੰਦੇ ਜੀ ਹੁਣ ਵੀਜ਼ੇ ਆਉਣੇ ਬੰਦ ਹੋ ਗਏ ਓਪਨ ਵਰਕ ਪਰਮਿਟ ਦੇ। ਹਾਂਜੀ ਸਰ, ਪਰ ਇਸ ਤਰ੍ਹਾਂ ਦੀ ਸਾਨੂੰ ਕੋਈ ਗੱਲ ਨਹੀਂ ਲੱਗੀ। ਪਹਿਲਾਂ ਵੀ ਮੈਂ ਸਰ 1-2 ਏਜੰਟਸ ਕੋਲ ਗਿਆ, ਪਰ ਸਰ ਇੱਥੇ ਆ ਕੇ ਵਧੀਆ ਲੱਗਿਆ ਸਰ, ਸਾਰੀ ਗੱਲਬਾਤ ਖੁੱਲ੍ਹ ਕੇ ਕੀਤੀ ਸਰ। ਤੇ ਕਿੰਨੇ ਕੁ ਮਾਰਨੇ ਪਏ ਇਸ ਵੀਜ਼ੇ ਦੇ ਲਈ? ਚੱਕਰ ਸਰ ਨਹੀਂ, ਬਹੁਤ ਘੱਟ ਸਰ। ਅੱਜ ਮੈਂ 3rd ਟਾਈਮ ਆਇਆ, ਤੀਸਰੀ ਵਾਰੀ ਆਏ ਔਰ ਆਪਣਾ ਪਾਸਪੋਰਟ ਲੈਣ ਲਈ ਆਏ। ਸੋ ਬਾਕੀ ਲੋਕਾਂ ਨੂੰ ਕੀ ਰਿਕਮੈਂਡ ਕਰੋਗੇ? ਮੈਂ ਇਹੀ ਰਿਕਮੈਂਡ ਕਰਦਾ ਵੀ ਸਾਰੇ ਇੱਥੇ ਆਉਣ, ਇਮੀਗ੍ਰੇਸ਼ਨ ਲਾਂਚ ਤੋਂ ਵੀਜ਼ਾ ਅਪਲਾਈ ਕਰਨ ਤੇ ਵੀਜ਼ਾ ਪਾਉਣ ਜੀ। ਸੋ ਦਰਸ਼ਪ੍ਰੀਤ ਸਿੰਘ ਧਾਰੀਵਾਲ ਜੋ ਕਿ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਨੇ, ਇਹਨਾਂ ਨੇ ਵੀ ਵੀਜ਼ਾ ਹਾਸਲ ਕਰ ਲਿਆ ਔਰ ਬਹੁਤ ਬਹੁਤ ਮੁਬਾਰਕਬਾਦ। ਉਮੀਦ ਕਰਦੇ ਹਾਂ ਕਿ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੂਗਾ। ਬਹੁਤ ਜਲਦੀ ਤੁਸੀਂ ਆਪਣੇ ਬੇਬੀ ਔਰ ਵਾਈਫ ਨੂੰ ਮਿਲੋਗੇ ਔਰ ਕੈਨੇਡਾ ਵਿੱਚ ਉਹਨਾਂ ਨੂੰ ਜੁਆਇਨ ਕਰੋਗੇ। ਇੱਕ ਵਾਰ ਫਿਰ ਤੋਂ ਸਾਡੀ ਟੀਮ ਵੱਲੋਂ ਔਰ ਦਾ ਇਮੀਗ੍ਰੇਸ਼ਨ ਲਾਂਚ ਦੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਸਰ। ਸੋ ਨੈਕਸਟ ਸਾਡੇ ਕੋਲ ਕੈਂਡੀਡੇਟ ਨੇ ਪ੍ਰਿੰਸ ਬੰਗਾ ਜੋ ਕਿ ਰਾਹੋਂ ਨਵਾਂ ਸ਼ਹਿਰ ਤੋਂ ਆਏ ਨੇ। ਸੋ ਪ੍ਰਿੰਸ ਜੀ, ਬਹੁਤ ਬਹੁਤ ਸਵਾਗਤ ਹੈ। ਹਾਂਜੀ ਸਰ। ਔਰ ਪ੍ਰਿੰਸ ਦੇ ਕੇਸ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਇਹਨਾਂ ਨੇ 2019 ਤੋਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਸੀ ਕੈਨੇਡਾ ਜਾਣ ਦੀਆਂ, ਰਿਫਿਊਜ਼ਲ ਲੱਗੀ। ਰਿਫਿਊਜ਼ਲ ਦਾ ਰੀਜ਼ਨ ਕੋਈ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਸੀ ਕਿ ਇਹਨਾਂ ਦੇ ਵਾਈਫ ਉੱਥੇ ਪ੍ਰਾਈਵੇਟ ਇੰਸਟੀਚਿਊਟ 'ਚ ਪੜ੍ਹਦੇ ਸੀ। ਸੋ ਪ੍ਰਿੰਸ ਜੀ ਦੇ ਐਕਸਪੀਰੀਅੰਸ ਤੋਂ ਪਹਿਲਾਂ ਮੈਂ ਜਤਨ ਜੀ ਕੋਲੋਂ ਪੁੱਛਣਾ ਚਾਹੂੰਗਾ। ਜਤਨ ਜੀ, ਇਹਨਾਂ ਦੇ ਜਿਵੇਂ ਮੈਂ ਪੜ੍ਹ ਪਾ ਰਿਹਾ ਕਿ ਇਹਨਾਂ ਦਾ ਸਪਾਊਸ ਜਿਹੜਾ ਹੈ ਉਹ ਐਨਰੋਲ ਹੋਇਆ ਸੀ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ, ਜੋ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਸੀ। ਕੀ ਇਹ ਕਾਰਨ ਹੋ ਸਕਦਾ ਹੈ ਇਹਨਾਂ ਦੇ ਵਰਕ ਪਰਮਿਟ ਰਿਫਿਊਜ਼ ਹੋਣ ਦਾ ਕਿ ਇਹਨਾਂ ਦੇ ਵਾਈਫ ਨੇ ਕਿਸੇ ਪ੍ਰਾਈਵੇਟ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਸੀ, ਇਸ ਕਰਕੇ ਇਹਨਾਂ ਦਾ ਵਰਕ ਪਰਮਿਟ ਜਿਹੜਾ ਉਹ ਰਿਫਿਊਜ਼ ਹੋ ਗਿਆ? ਜੀ ਡੈਫੀਨਿਟਲੀ ਇਹ ਬਹੁਤ ਵੱਡਾ ਰੀਜ਼ਨ ਹੈ ਤੇ ਬਹੁਤ ਕਾਮਨ, ਮੈਂ ਕਹਿ ਸਕਦਾ ਕਿ ਸਾਡੇ ਕੋਲ ਵਿਦਿਨ ਕੈਨੇਡਾ ਬਹੁਤ ਕੁੜੀਆਂ ਆਉਂਦੀਆਂ ਨੇ ਸਾਡੇ ਆਫਿਸ 'ਚ ਜਿਹੜੀਆਂ ਕਿ ਉੱਥੇ ਪ੍ਰਾਈਵੇਟ ਕਾਲਜਿਸ 'ਚ ਪੜ੍ਹ ਰਹੀਆਂ ਹੁੰਦੀਆਂ ਨੇ। ਜਦੋਂ ਇੱਥੋਂ ਵੀਜ਼ਾ ਅਪਲਾਈ ਕੀਤਾ ਜਾਂਦਾ ਉਹਨਾਂ ਨੂੰ ਪ੍ਰੋਪਰ ਗਾਈਡ ਨਹੀਂ ਕੀਤਾ ਜਾਂਦਾ ਕਿ ਵੈਦਰ ਤੁਹਾਡਾ ਸਪਾਊਸ ਇਹਦੇ ਵਾਸਤੇ ਉਸ ਤੋਂ ਬਾਅਦ ਵਰਕ ਪਰਮਿਟ ਵਾਸਤੇ ਐਲੀਜੀਬਲ ਹੋਏਗਾ ਕਿ ਨਹੀਂ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਪਹਿਲੀ ਕਿ ਹਮੇਸ਼ਾ ਪਬਲਿਕਲੀ ਫੰਡਡ ਕਾਲਜ ਜਿਹੜੇ ਹੈਗੇ, ਯੂਨੀਵਰਸਿਟੀ ਹੈਗੇ, ਆਪਾਂ ਉੱਥੇ ਜਾਈਏ ਜੇ ਸਾਡਾ ਸਪਾਊਸ ਪਿੱਛੋਂ ਅਸੀਂ ਐਪਲੀਕੇਸ਼ਨ ਕਰਨੀ ਹੈ ਸਪਾਊਸ ਦੀ ਵੀ, ਬਿਕੋਜ਼ ਬਹੁਤ ਸਾਰੇ ਪ੍ਰਾਈਵੇਟ ਕਾਲਜਸ ਐਂਡ ਇੰਸਟੀਟਿਊਸ਼ਨ ਜਿਹੜੇ ਹੈਗੇ ਆ ਉਹ ਐਲੀਜੀਬਲ ਨਹੀਂ ਹੈਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ। ਸੋ ਜੇ ਮੇਨ ਐਪਲੀਕੈਂਟ ਨੂੰ ਸਟੱਡੀ ਪਰਮਿਟ ਜਿਹੜਾ ਉੱਥੇ ਹੈਗਾ, ਜੇ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਤਾਂ ਸਪਾਊਸ ਨੂੰ ਵੀ ਨਹੀਂ ਮਿਲੇਗਾ ਜੀ। ਸੋ ਹੁਣ ਪ੍ਰਿੰਸ ਜੀ ਵੱਲ ਚੱਲਦੇ ਹਾਂ। ਪ੍ਰਿੰਸ ਜੀ, 2019 ਵਿੱਚ ਰਿਫਿਊਜ਼ ਹੋਏ ਜੀ, ਅੱਜ ਅਸੀਂ 2022 'ਚ ਬੈਠੇ ਹਾਂ। 3 ਸਾਲ ਦਾ ਸਫ਼ਰ ਬਹੁਤ ਲੰਬਾ ਸਫ਼ਰ ਆ। ਕਿੰਨੇ ਕੰਸਲਟੈਂਟ ਦੇ ਦਫ਼ਤਰਾਂ 'ਚ ਗਏ ਸੀ ਇਹ ਜਿਹੜਾ ਫਾਈਨਲੀ ਪਾਸਪੋਰਟ ਲੈਣ ਲਈ? ਮੈਂ ਪਹਿਲਾਂ ਚਾਹੂੰਗਾ ਕਿ ਦਰਸ਼ਕਾਂ ਨੂੰ ਪਾਸਪੋਰਟ ਵਿਖਾ ਦਈਏ ਕਿ ਜਿਹਦੇ 'ਤੇ ਵੀਜ਼ਾ ਲੱਗਾ ਕਿ 3 ਸਾਲਾਂ ਬਾਅਦ ਇਹ ਸਫਲਤਾ ਮਿਲੀ ਔਰ 3 ਸਾਲ ਵੇਟ ਕੀਤੀ ਇਸ ਪਾਸਪੋਰਟ ਦੇ ਲਈ। ਕਿੰਨੇ ਕੰਸਲਟੈਂਟ ਦੇ ਕੋਲ ਗਏ ਸੀ, ਕਿੰਨਾ ਕੁ ਡਰਾਇਆ ਲੋਕਾਂ ਨੇ, ਕਿੰਨੇ ਕੁ ਪੈਸੇ ਖਰਾਬ ਕੀਤੇ? ਜੀ ਸਰ, ਪਹਿਲਾਂ ਮੈਂ ਨਵਾਂ ਸ਼ਹਿਰ ਵਿੱਚ ਹੀ ਕੰਸਲਟੈਂਟ ਤੋਂ ਅਪਲਾਈ ਕੀਤਾ ਸੀਗਾ, ਉਹਨਾਂ ਨੇ ਰਿਫਿਊਜ਼ ਕਰਵਾਤਾ ਤੇ ਫਿਰ ਮੈਂ ਅਗੇਨ ਅਪਲਾਈ ਕੀਤਾ। ਕਰੋਨਾ ਕਰਕੇ ਉਹ ਆਫਲਾਈਨ ਫਾਈਲ ਸੀਗੀ, ਉਹਦਾ ਕੋਈ ਡਿਸੀਜਨ ਨਹੀਂ ਆਇਆ, ਵਿਡਰੋ ਕੀਤੀ। ਉਸ ਤੋਂ ਬਾਅਦ 'ਚ ਫਿਰ ਸਰ ਕੋਲ ਆਇਆ, ਇਹਨਾਂ ਨੇ ਫਿਰ ਬਹੁਤ ਵਧੀਆ ਗਾਈਡ ਕੀਤਾ, ਬਹੁਤ ਵਧੀਆ ਫਾਈਲ ਪ੍ਰੋਪਰ ਵੇ ਨਾਲ ਤਿਆਰ ਕੀਤੀ, ਰੈਡੀ ਕੀਤੀ। ਉਸ ਤੋਂ ਬਾਅਦ 'ਚ ਐਮਬੈਸੀ 'ਚ ਸਬਮਿਟ ਕੀਤੀ ਤਾਂ ਅੱਜ ਵੀਜ਼ਾ ਮਿਲ ਗਿਆ ਆ ਜੀ। ਔਰ ਮੈਂ ਜਤਨ ਜੀ ਪੜ੍ਹ ਪਾ ਰਿਹਾ ਕਿ 14 ਦਿਨ ਦੀ ਸਟੇ ਸੀ ਇਹਨਾਂ ਦੇ ਵਾਈਫ ਦੀ ਇੱਥੇ, ਸੋ ਕੀ ਇਹ ਵੀ ਇੱਕ ਚੈਲੰਜ ਸੀ? ਜੀ ਬਿਲਕੁਲ, ਇਹ ਕਹਿ ਲਓ ਕਿ ਜਿਹੜਾ ਘੱਟ ਸਟੇ ਹੈਗਾ ਇਹ ਡੈਫੀਨਿਟਲੀ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ। ਕਈ ਵਾਰੀ ਰੈੱਡ ਫਲੈਗ ਡੈਫੀਨਿਟਲੀ ਇਹਦੇ ਕਰਕੇ ਰੇਜ਼ ਹੋ ਜਾਂਦਾ ਹੈ ਐਮਬੈਸੀ 'ਚ, ਬਿਕੋਜ਼ ਜੇ ਸਟੇ ਬਹੁਤ ਘੱਟ ਹੁੰਦਾ ਆਪਸ 'ਚ ਹਸਬੈਂਡ ਵਾਈਫ ਦਾ, ਤੇ ਇੱਕ ਹਮੇਸ਼ਾ ਡਾਊਟ ਰਹਿੰਦਾ ਹੈਗਾ ਕਿ ਉਹਨਾਂ ਦੀ ਕਿਆ ਮੈਰਿਟਲ ਰਿਲੇਸ਼ਨਸ਼ਿਪ ਜਿਹੜੀ ਕਿ ਓਪਨ ਵਰਕ ਪਰਮਿਟ ਐਪਲੀਕੇਸ਼ਨ ਦਾ ਫਾਊਂਡੇਸ਼ਨ ਸਟੋਨ ਜਿਹਨੂੰ ਕਹਿ ਸਕਦੇ ਆ, ਤੇ ਉਹ ਕਿੱਦਾਂ ਐਸਟੈਬਲਿਸ਼ ਹੋਇਆ। ਸੋ ਡੈਫੀਨਿਟਲੀ ਇਹਨੂੰ ਹੈਂਡਲ ਕਰਨਾ ਥੋੜਾ ਚੈਲੰਜਿੰਗ ਹੁੰਦਾ ਹੀ ਹੈ। ਔਰ ਮੈਂ ਇੱਕ ਪੜ੍ਹ ਪਾ ਰਿਹਾ ਇਹਨਾਂ ਦੀ ਡਿਟੇਲਸ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਸੈਲਰੀ ਸੀ ਉਹ ਵੀ 20,000 ਰੁਪਏ ਤੋਂ ਘੱਟ ਦੱਸੀ ਜਾ ਰਹੀ ਹੈ। ਸੋ ਅਮੂਮਨ ਲੋਕ ਇਹ ਕਹਿੰਦੇ ਕਿ ਜੇ ਸੈਲਰੀ 30-35-40,000 ਹੋਵੇ ਤੇ
ਫਿਰ ਲੱਗਦਾ ਕਿ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨਸ ਸਹੀ ਹੈ ਔਰ ਇਹਨਾਂ ਨੂੰ ਵੀਜ਼ਾ ਦੇ ਦੇਣਾ ਚਾਹੀਦਾ। ਪਰ ਇਹ 20,000 ਤੋਂ ਘੱਟ ਸੈਲਰੀ, ਸਪਾਊਜ਼ਲ ਓਪਨ ਵਰਕ ਪਰਮਿਟ, ਉਹ ਵੀ 2-3 ਵਾਰ ਰਿਫਿਊਜ਼ਲਾਂ ਤੋਂ ਬਾਅਦ 14 ਦਿਨ ਦਾ ਸਟੇ, ਮੇਰੇ ਖਿਆਲ 'ਚ ਬਹੁਤ ਸਾਰੇ ਆਪਣੇ ਆਪ ਚੈਲੰਜ ਸੀ ਸਾਰੇ ਵਾਲੇ। ਜੀ ਬਿਲਕੁਲ। ਹਮੇਸ਼ਾ ਦੇਖੋ ਜੇ ਐਪਲੀਕੈਂਟ ਦੀ ਸੈਲਰੀ ਘੱਟ ਹੈਗੀ ਹੈ ਆਪਣੀ ਹੋਮ ਕੰਟਰੀ ਦੀ ਜਿਹੜੀ ਇੰਪਲੋਇਮੈਂਟ ਹੈ, ਸੋ ਹਮੇਸ਼ਾ ਉਹਨੂੰ ਐਸੋਸੀਏਟ ਕੀਤਾ ਜਾਂਦਾ ਹੈ ਵੀਕ ਇਸਟੈਬਲਿਸ਼ਮੈਂਟ ਹੈ, ਬਿਕੋਜ਼ ਜੇ ਇਨਕਮ ਓਪਰਚੁਨਿਟੀਜ਼ ਘੱਟ ਹੈਗੀਆਂ ਹੋਮ ਕੰਟਰੀ 'ਚ ਤੇ ਡੈਫੀਨਿਟਲੀ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਇਹਨੂੰ ਐਸੋਸੀਏਟ ਕਰ ਸਕਦਾ ਹੈ ਕਿ ਐਪਲੀਕੈਂਟ ਨੇ ਵਾਪਸ ਨਹੀਂ ਆਉਣਾ। ਤੇ ਡੈਫੀਨਿਟਲੀ ਇੱਕ ਵੱਡਾ ਕੁਐਸਚਨ ਹੁੰਦਾ ਹੈ, ਇੱਕ ਵੱਡਾ ਚੈਲੰਜ ਹੁੰਦਾ ਹੈ, ਤੇ ਇਹਨੂੰ ਤਰੀਕੇ ਨਾਲ ਬਿਕੋਜ਼ ਇੰਪਲੋਇਮੈਂਟ ਦੇ ਹੋਰ ਆਸਪੈਕਟਸ ਜਿਹੜੇ ਹੈਗੇ ਆ, ਗਵਰਨਮੈਂਟ ਇੰਪਲੋਈ ਹੈਗੇ ਆ ਜਿਵੇਂ ਪ੍ਰਿੰਸ ਜੀ, ਤੇ ਉਹਨਾਂ ਨੂੰ ਆਪਾਂ ਆਸਪੈਕਟਸ ਨੂੰ ਹਾਈਲਾਈਟ ਕਰਦੇ ਹਾਂ ਕਿ ਐਸਟੈਬਲਿਸ਼ ਜੌਬ ਹੈਗੀ ਹੈ ਡੈਫੀਨਿਟਲੀ, ਤੇ ਆਪਾਂ ਇਹੋ ਜਿਹੇ ਕਾਊਂਟਰ ਆਨਸਰ ਕਰਦੇ ਹਾਂ ਕਿ ਆਪਣੇ ਰਿਸਪੌਂਸ 'ਚ। ਜੀ ਸੋ ਪ੍ਰਿੰਸ ਜੀ, ਹੁਣ ਤੁਸੀਂ ਕਦੋਂ ਟਰੈਵਲ ਕਰਨ ਜਾ ਰਹੇ ਹੋ? 1 ਮੰਥ ਦੇ ਵਿੱਚ ਕਰਾਂਗੇ ਟਰੈਵਲ। ਔਰ ਜਦੋਂ ਇਹ ਵੀਜ਼ਾ ਅਪਰੂਵ ਹੋਇਆ ਜਾਂ ਵੀਜ਼ੇ ਦੀ ਖਬਰ ਮਿਲੀ ਜਾਂ ਫੋਨ ਆਇਆ, ਕਿਹਦਾ ਫੋਨ ਆਇਆ ਤੁਹਾਨੂੰ? ਮੈਨੂੰ ਜਦ ਮੁਕੇਸ਼ ਸਰ ਦਾ ਆਇਆ ਸੀ ਕਾਲ। ਮੁਕੇਸ਼ ਸਰ ਦੀ ਕਾਲ ਆਈ ਸੀ, ਤੇ ਕਿਵੇਂ ਦਾ ਫੀਲ ਕਿਵੇਂ ਦਾ ਹੋਇਆ ਜਦੋਂ ਇਹ ਖਬਰ ਸੁਣੀ? ਮੇਰੇ ਮਦਰ ਜਦੋਂ ਕਾਲ ਆਈ, ਇਹਨਾਂ ਨੇ ਮੈਨੂੰ ਕਾਲ ਕੀਤੀ, ਕਹਿੰਦੇ ਫਾਈਲ ਅਪਲਾਈ ਕਦੋਂ ਕੀਤੀ ਸੀ? ਮੈਂ ਦੱਸਿਆ ਫੈਬ ਦੇ ਵਿੱਚ ਕੀਤੀ ਸੀ। ਤੇ ਫਿਰ ਇਹਨਾਂ ਨੇ ਪੁੱਛਿਆ ਕੀ ਲੱਗਦਾ ਵੀਜ਼ਾ? ਮੈਂ ਕਿਹਾ ਤੁਹਾਡੀ ਗੱਲ ਆ ਗਿਆ ਹੋਣਾ। ਫਿਰ ਕਹਿੰਦੇ ਆਪਣੇ ਮਦਰ ਨਾਲ ਗੱਲ ਕਰਾਓ, ਫਿਰ ਮੈਂ ਦੱਸੂਗਾ। ਫਿਰ ਮਦਰ ਨੂੰ ਇਹਨਾਂ ਨੇ ਦੱਸਿਆ, ਬਹੁਤ ਖੁਸ਼ੀ ਹੋਈ ਜਦੋਂ ਦੱਸਿਆ ਇਹਨਾਂ ਨੇ ਕਿ ਤੁਹਾਡਾ ਵੀਜ਼ਾ ਲੱਗ ਚੁੱਕਿਆ ਹੈ। ਜੀ, ਔਰ ਤੁਹਾਨੂੰ ਪਤਾ ਕਿੱਥੋਂ ਲੱਗਾ ਸੀ ਇਮੀਗ੍ਰੇਸ਼ਨ ਲਾਂਚ ਦਾ? ਸਰ ਇਹ YouTube ਤੋਂ ਪਤਾ ਲੱਗਿਆ ਸੀਗਾ, ਤੇ ਫਿਰ ਮੈਂ ਪ੍ਰੋਫਾਈਲ ਆਨਲਾਈਨ ਚੈੱਕ ਕੀਤੀ ਸੀ। ਇਹ IRCC ਮੈਂਬਰ ਸੀ। ਕਦੇ ਵੀ ਕਿਸੇ ਨੇ ਫਾਈਲ ਆਪਣੀ ਲਗਵਾਉਣੀ ਆ, ਜਿਹੜੇ ਆਮ ਏਜੰਟਸ ਬੈਠੇ ਉਹਨਾਂ ਤੋਂ ਫਾਈਲ ਨਾ ਲਵਾਓ। ਇਹਨਾਂ ਨੂੰ ਪ੍ਰੋਪਰ ਵੇ ਨਾਲ ਕੁਝ ਵੀ ਜਾਣਕਾਰੀ ਨਹੀਂ ਹੁੰਦੀ ਐਮਬੈਸੀ ਦੇ ਵਿੱਚ ਕੀ ਪੇਪਰ ਲੱਗਣੇ, ਕੀ ਕੁਛ ਹੈ। GCK ਦੇ ਨਾਲ ਅਪਲਾਈ ਕਰਦੇ ਆ, ਉਹਦੇ ਵਿੱਚ ਡਾਕੂਮੈਂਟ ਲਾ ਦੇਣੇ, ਉਹਨਾਂ ਨੂੰ ਬਸ ਹੁੰਦਾ ਪੈਸੇ ਨਾਲ। ਇਹ ਨਹੀਂ ਕਿ ਅਗਲੇ ਦੀ ਰਿਫਿਊਜ਼ ਆ ਜਾਣੀ ਆ ਜਾਂ ਇਹ ਖੱਜਲ ਹੋਊਗਾ ਬੰਦਾ, ਇਹਨੂੰ ਪ੍ਰੋਬਲਮ ਫੇਸ ਕਰਨੀਆਂ ਪੈਣੀਆਂ। ਉਹਨਾਂ ਨਾਲ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ। ਮੈਂ ਤਾਂ ਇਹ ਸੁਜੈਸਟ ਕਰੂੰਗਾ, ਕਦੇ ਵੀ ਕਿਸੇ ਨੇ ਓਪਨ ਵਰਕ ਪਰਮਿਟ ਦੀ ਫਾਈਲ ਲਗਾਉਣੀ ਉਹ ਥਰੂ ਮੈਂਬਰ IRCC ਤੋਂ ਲਵਾਓ, ਜਿਨ੍ਹਾਂ ਤੋਂ ਸਰਟੀਫਾਈਡ ਲਾਇਸੈਂਸ ਆ। ਇਸ ਦੇ ਨਾਲ ਉਹਨਾਂ ਦੀ ਆਉਣ ਵਾਲੀ ਲਾਈਫ ਲਈ ਬਹੁਤ ਈਜ਼ੀ ਹੋ ਜਾਏਗਾ। ਜੀ, ਔਰ ਪ੍ਰਿੰਸ ਜੀ ਦੇ ਗੱਲਾਂ ਤੋਂ ਉਹਨਾਂ ਦੀ ਖੁਸ਼ੀ ਝਲਕ ਰਹੀ ਹੈ, ਔਰ ਖੁਸ਼ੀ ਦੇ ਵਿੱਚ ਕੁਝ ਚੀਜ਼ਾਂ ਨਹੀਂ ਭੁੱਲੀਆਂ ਜਾਂਦੀਆਂ। ਔਰ ਮੈਂ ਚਾਹੂੰਗਾ ਕਿ ਪ੍ਰਿੰਸ ਜੀ ਦੇ ਮਦਰ ਵੀ ਸਾਡੇ ਨਾਲ ਆਏ ਆ, ਉਹਨਾਂ ਨਾਲ ਵੀ ਗੱਲਬਾਤ ਕਰੀਏ। ਪਰ ਇੱਕ ਵਾਰੀ ਦ ਇਮੀਗ੍ਰੇਸ਼ਨ ਲਾਂਚ ਦੀ ਟੀਮ ਨਾਲ ਤੁਹਾਨੂੰ ਮੁਖਾਤਿਬ ਕਰਵਾ ਦਿੰਦੇ ਹਾਂ ਨਾਲ ਦੀ ਨਾਲ। ਇਮੀਗ੍ਰੇਸ਼ਨ ਲਾਂਚ ਦੇ ਆਫਿਸ ਦੀ ਇੱਕ ਵਾਰ ਲੁੱਕ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਵੇਂ ਲੋਕ ਇੰਤਜ਼ਾਰ ਕਰਦੇ ਨੇ ਆਪਣੀ ਵਾਰੀ ਦਾ, ਕਿਵੇਂ ਲੋਕ ਖੁਸ਼ੀਆਂ ਦੇ ਨਾਲ ਇਹਨਾਂ ਦਫ਼ਤਰ 'ਚ ਆਉਂਦੇ ਨੇ, ਆਪਣੇ ਪਾਸਪੋਰਟ ਕਲੈਕਸ਼ਨ ਲਈ ਆਉਂਦੇ ਨੇ। ਆਓ ਉਹਨਾਂ 'ਤੇ ਨਜ਼ਰ ਮਾਰਦੇ ਹਾਂ, ਫਿਰ ਪ੍ਰਿੰਸ ਜੀ ਦੇ ਮਦਰ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ। ਪ੍ਰਿੰਸ ਬੰਗਾ ਜੋ ਕਿ ਰਾਹੋਂ ਤੋਂ ਨੇ, ਸਾਡੇ ਨਾਲ ਉਹਨਾਂ ਦੇ ਮਦਰ ਵੀ ਨੇ। ਸੋ ਆਂਟੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਮਨਜੀਤ ਕੌਰ। ਅੱਛਾ ਮਨਜੀਤ ਕੌਰ ਜੀ, ਤੁਹਾਡੇ ਬੇਟੇ ਦਾ ਵੀਜ਼ਾ ਅਪਰੂਵ ਹੋਇਆ ਕੈਨੇਡਾ ਦਾ ਸਪਾਊਜ਼ਲ ਓਪਨ ਵਰਕ ਪਰਮਿਟ, ਤੇ ਬਹੁਤ ਬਹੁਤ ਮੁਬਾਰਕਾਂ। ਔਰ ਪਤਾ ਲੱਗਿਆ ਸੀ ਕਿ ਤੁਸੀਂ ਇਹ ਖੋਜ ਕੀਤੀ ਸੀ ਇਮੀਗ੍ਰੇਸ਼ਨ ਲਾਂਚ ਦੀ, ਕਿਵੇਂ ਪਤਾ ਲੱਗਾ ਤੁਹਾਨੂੰ ਇਮੀਗ੍ਰੇਸ਼ਨ ਲਾਂਚ ਬਾਰੇ? ਮੈਂ ਤੁਹਾਡੀ ਇੰਟਰਵਿਊ ਚੱਲ ਰਹੀ ਸੀ ਤੇ YouTube ਤੋਂ ਦੇਖਿਆ ਸੀ, ਫਿਰ ਮੈਂ ਆਪਣੇ ਬੇਟੇ ਨੂੰ ਦੱਸਿਆ ਸੀ। ਤੇ ਉਹ YouTube ਵਾਲੇ ਪੇਜ ਤੇ ਹੋਰ ਬਹੁਤ ਸਾਰੇ ਏਜੰਟ ਬੈਠੇ ਹੋਣਗੇ ਜਿਹੜੇ ਗੱਲਾਂ ਕਰਦੇ ਹੋਣਗੇ ਕਿ ਅਸੀਂ ਵੀਜ਼ੇ ਲਵਾ ਦਾਂਗੇ, ਇੱਥੇ ਯਕੀਨ ਕਿਉਂ ਬਣਿਆ? ਇਹ ਤੁਹਾਡੇ ਕੋਲ ਮੈਂਬਰਸ਼ਿਪ ਸੀ IRCC ਦੀ, ਤਾਂ ਕਰਕੇ। ਸੋ IRCC ਅਸੀਂ ਹਰ ਵਾਰ ਕਹਿੰਦੇ ਹਾਂ ਕਿ ਜਦੋਂ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਆਉਂਦੀ ਹੈ, ਕੈਨੇਡਾ ਟੂਰਿਸਟ ਵੀਜ਼ਾ ਦੀ ਗੱਲ ਆਉਂਦੀ ਹੈ, ਵਿਜ਼ਟਰ ਵੀਜ਼ਾ ਦੀ ਗੱਲ ਆਉਂਦੀ ਹੈ, ਸਪਾਊਜ਼ਲ ਓਪਨ ਵਰਕ ਪਰਮਿਟ ਦੀ ਗੱਲ ਆਉਂਦੀ ਹੈ, ਕੈਨੇਡਾ ਨੂੰ ਲੈ ਕੇ ਕੋਈ ਵੀ ਕੇਸ ਜਿਹੜਾ ਤੁਸੀਂ ਅਪਲਾਈ ਕਰਨਾ ਹੈ, ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਤੋਂ ਅਪਰੂਵਡ ਜਿਹੜਾ ਵੀਜ਼ਾ ਕੰਸਲਟੈਂਟ ਨੇ, CICC ਮੈਂਬਰ ਨੇ, ਉਹਨਾਂ ਕੋਲੋਂ ਹੀ ਜਿਹੜਾ ਆਪਣਾ ਵੀਜ਼ਾ ਅਪਲਾਈ ਕੀਤੇ ਜਾਣ, ਕਿਉਂਕਿ ਫਸਟ ਹੈਂਡ ਇਨਫੋਰਮੇਸ਼ਨ ਇਹਨਾਂ ਦੇ ਕੋਲ ਆਉਂਦੀ ਆ, ਹਰ ਇੱਕ ਜਾਣਕਾਰੀ ਇਹਨਾਂ ਦੇ ਕੋਲ ਆਉਂਦੀ ਹੈ। ਔਰ ਸਭ ਤੋਂ ਵੱਡੀ ਗੱਲ ਆ, ਇਹਨਾਂ ਦੀ ਹਰ ਇੱਕ ਐਕਟੀਵਿਟੀ ਤੇ ਕੈਨੇਡਾ ਗਵਰਨਮੈਂਟ ਦੀ ਹਾਈ ਕਮਿਸ਼ਨ ਦੀ ਨਜ਼ਰ ਰਹਿੰਦੀ ਹੈ ਕਿ ਇਹ ਆਪਣੇ ਕਲਾਇੰਟ ਨੂੰ ਕੀ ਇਨਫੋਰਮੇਸ਼ਨ ਡਿਲੀਵਰ ਕਰ ਰਹੇ ਨੇ। ਸੋ ਜਦੋਂ ਪਤਾ ਲੱਗਾ ਕਿ ਫੋਨ ਆਇਆ ਇਮੀਗ੍ਰੇਸ਼ਨ ਲਾਂਚ ਤੋਂ, ਤੇ ਉਦੋਂ ਡਰ ਸੀ ਕਿ ਕਿਤੇ ਵੀਜ਼ਾ ਰਿਫਿਊਜ਼ ਹੀ ਨਾ ਹੋ ਗਿਆ ਹੋਵੇ? ਨਹੀਂ, ਇਦਾਂ ਦਾ ਮਾਈਂਡ ਦੇ ਵਿੱਚ ਨਹੀਂ ਸੀ, ਕਿਉਂਕਿ ਜੋਬ ਗਵਰਨਮੈਂਟ ਜੋਬ ਕਰਦਾ ਹੈ। 99% ਤਾਂ ਚਾਂਸ ਸੀ, 1% ਸੀ। ਨਹੀਂ, ਪਰ ਪਹਿਲਾਂ ਵੀ 3 ਵਾਰ ਵੀਜ਼ਾ ਰਿਫਿਊਜ਼ ਕਰਾਇਆ। ਪਹਿਲਾਂ ਸਾਨੂੰ ਏਜੰਟ ਨੇ ਨਾ ਗਾਈਡ ਨਹੀਂ ਸੀ ਕੀਤਾ। ਜੇ ਉਹ ਸਹੀ ਗਾਈਡ ਇਹਨਾਂ ਦੇ ਡੈਡੀ ਨੂੰ ਕਰ ਦਿੰਦੇ ਤਾਂ ਅਸੀਂ ਕਦੀ ਨਹੀਂ ਸੀ ਉੱਥੇ ਜਾਣਾ। ਉਹਨੇ ਕੀ ਕੀਤਾ, ਬਸ ਆਹ ਪੇਪਰ ਕਰ ਦੋ, ਆਹ ਕਰ ਦੋ। ਉਹਨੇ ਇਹ ਨਹੀਂ ਸਾਨੂੰ ਚੈੱਕ ਕਰਕੇ ਦੱਸਿਆ ਵੀ ਇਹ ਯੂਨੀਵਰਸਿਟੀ ਨਹੀਂ ਹੈਗੀ। ਜਦੋਂ ਪਹਿਲਾਂ ਕਿਸੇ ਏਜੰਟ ਕੋ ਗਏ ਸੀ, ਉਦੋਂ ਤੁਸੀਂ ਨਾਲ ਜਾਂਦੇ ਰਹੇ ਜਾਂ ਨਹੀਂ? ਨਾਲ ਨਹੀਂ, ਮੈਂ ਨਹੀਂ ਸੀ ਗਈ ਉਸ ਦਿਨ, ਇਹ ਦੋਨੋਂ ਗਏ ਸੀ। ਸੋ ਇਸੇ ਕਰਕੇ ਕਹਿੰਦੇ ਕਿ ਜਦੋਂ ਕਿਸੇ ਕੰਸਲਟੈਂਟ ਦਫ਼ਤਰ ਜਾਈਏ, ਆਪਣੇ ਘਰ ਦੇ ਵੱਡੇ ਨੂੰ ਜ਼ਰੂਰ ਲੈ ਕੇ ਜਾਣਾ ਕਿਸੇ ਨੂੰ, ਕਿਉਂਕਿ ਤੁਹਾਡੇ ਤੋਂ ਵੱਧ ਪਰਖ ਉਹਨਾਂ ਨੂੰ। ਸੋ ਜਤਿਨ ਜੀ, ਇਹਨਾਂ ਦੇ ਕੇਸ 'ਚ ਤੁਹਾਨੂੰ ਹੋਰ ਕੀ ਚੈਲੰਜ ਲੱਗੇ?
ਸਰ ਇਹੀ ਕਿ ਇਹਨਾਂ ਦਾ ਸਟੇ ਵੀ ਘੱਟ ਸੀਗਾ, ਜਿਵੇਂ ਪਹਿਲਾਂ ਗੱਲ ਕੀਤੀ ਹੈ 14 ਦਿਨਾਂ ਦਾ ਸਟੇ ਸੀਗਾ, ਪਾਸਟ ਰਿਫਿਊਜ਼ਲ ਸੀਗੀਆਂ, ਇੱਕ ਫਾਈਲ ਵਿਡਰਾਅ ਸੀਗੀ। ਸੋ ਡੈਫੀਨਿਟਲੀ ਇਹ ਸਾਰੇ ਚੈਲੰਜਸ ਨੂੰ ਆਪਣੀ ਲੈਟਰ ਦੇ ਥਰੂ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਲੈਟਰ ਜਾਂਦੀ ਹੈ, ਸਿਰਫ ਸਾਡੇ ਕੋਲ ਉਹੀ ਜ਼ਰੀਆ ਹੈ ਕਿ ਅਸੀਂ ਕੇਸ ਦੇ ਜਿਹੜੇ ਪੁਆਇੰਟਸ ਆ ਉਹਨੂੰ ਹਾਈਲਾਈਟ ਕਰ ਸਕੀਏ, ਵੀਜ਼ਾ ਅਫਸਰ ਨੂੰ ਸੈਟੀਸਫਾਈ ਕਰ ਸਕੀਏ। ਸੋ ਉਹ ਕੀਤਾ ਗਿਆ ਤੇ ਫਾਈਨਲੀ ਰਿਜ਼ਲਟ ਸਾਡੇ ਸਾਹਮਣੇ ਹੈਗਾ ਜੀ। ਸੋ ਪ੍ਰਿੰਸ ਮੰਗਾ ਜੀ ਹੁਣ ਬਹੁਤ ਜਲਦੀ ਕੈਨੇਡਾ ਜਾ ਰਹੇ ਨੇ। ਤੁਹਾਡੇ ਕੋਈ ਰਿਸ਼ਤੇਦਾਰ, ਤੁਹਾਡੇ ਸਗੇ ਸੰਬੰਧੀ, ਕੋਈ ਆਸ ਪੜੋਸ ਜੇ ਕਿਸੇ ਨੇ ਬਾਹਰ ਜਾਣਾ ਹੈ, ਚੰਗੀ ਗਾਈਡੈਂਸ ਨਹੀਂ ਮਿਲ ਪਾ ਰਹੀ, ਤੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਤੁਸੀਂ ਇਮੀਗ੍ਰੇਸ਼ਨ ਲਾਂਚ ਬਾਰੇ ਜਾਣਕਾਰੀ ਦਿਓ। ਮੈਂ ਤੁਹਾਡੇ ਬਾਰੇ ਜ਼ਰੂਰ ਦੱਸੂਗੀ, ਹਰ ਇੱਕ ਨੂੰ ਦੱਸੂਗੀ ਜੀ। ਜੋ ਇਹ ਸੀ ਮਨਜੀਤ ਕੌਰ ਜੀ, ਜਿਨ੍ਹਾਂ ਨੇ ਆਪਣੇ ਬੇਟੇ ਦਾ ਵੀਜ਼ਾ ਪ੍ਰਿੰਸ ਮੰਗਾ ਹੋਣਾ ਦਾ ਇੱਥੋਂ ਲਗਵਾਇਆ। ਦਾ ਇਮੀਗ੍ਰੇਸ਼ਨ ਲਾਂਚ ਕੋ ਸਪਾਊਸਲ ਓਪਨ ਵਰਕ ਪਰਮਿਟ ਅਪਰੂਵ ਹੋਇਆ। ਪਹਿਲਾਂ 2-3 ਵਾਰ ਵੀਜ਼ਾ ਰਿਫਿਊਜ਼ ਸੀ, ਸੈਲਰੀ ਘੱਟ ਸੀ, ਵਾਈਫ ਦਾ ਸਟੇ ਇੱਥੇ ਲਗਭਗ 2 ਹਫ਼ਤੇ ਦਾ ਸਟੇ ਸੀ। ਉਸ ਤੋਂ ਬਾਅਦ ਵੀਜ਼ਾ ਅਪਲਾਈ ਕੀਤਾ, ਵੀਜ਼ਾ ਅਪਰੂਵ ਹੋ ਗਿਆ। ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਇਮੀਗ੍ਰੇਸ਼ਨ ਨਾਲ ਸੰਬੰਧਿਤ, ਕੈਨੇਡਾ ਜਾਣਾ ਚਾਹੁੰਦੇ ਹੋ, ਕੋਈ ਵੀ ਪ੍ਰੋਬਲਮ ਆ ਰਹੀ ਹੈ, ਤਾਂ ਇਮੀਗ੍ਰੇਸ਼ਨ ਲਾਂਚ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ। ਜਤਿਨ ਸਾਨੀ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਇਹਨਾਂ ਦੀ ਮਾਹਰ ਟੀਮ ਨੂੰ ਸੰਪਰਕ ਕਰ ਸਕਦੇ ਹੋ। ਸੋ ਨੈਕਸਟ ਕੈਂਡੀਡੇਟਸ ਨਾਲ ਅਸੀਂ ਬਹੁਤ ਜਲਦੀ ਮਿਲਾਂਗੇ। ਫਿਲਹਾਲ ਜਾ ਚਾਹੁੰਦੇ ਹਾਂ। ਮਨਜੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਉਂਦੇ। ਜਤਿਨ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ।